ਸਤਿ ਸ਼੍ਰੀ ਅਕਾਲ। ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਨੇਤਾ ਜੀ ਸਤਿ ਸ਼੍ਰੀ ਅਕਾਲ 'ਚ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਗੁਰੂ ਹਰਸਾਏ ਵਿਖੇ, ਜਿੱਥੇ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀਮਾਨ ਹੋਰਾਂ ਦੇ ਨਾਲ। ਇਸ ਵਕਤ ਅਸੀਂ ਉਹਨਾਂ ਦੇ ਜੱਦੀ ਪਿੰਡ ਚੱਕ ਸੇਲੇਵਾਲਾ ਵਿਖੇ ਉਹਨਾਂ ਦੀ ਰਿਹਾਇਸ਼ ਦੇ ਬਾਹਰ ਖੜੇ ਹਾਂ। ਇਹ ਪਰਿਵਾਰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਕਰੀਬੀ ਪਰਿਵਾਰ ਮੰਨਿਆ ਜਾਂਦਾ ਹੈ। ਵਰਦੇਵ ਸਿੰਘ ਮਾਨ ਦੇ ਪਿਤਾ ਮਰਹੂਮ ਸਾਂਸਦ ਜੋਰਾ ਸਿੰਘ ਮਾਨ, ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਹ ਮੰਨੇ ਜਾਂਦੇ ਸਨ, ਉਸੇ ਤਰ੍ਹਾਂ ਵਰਦੇਵ ਸਿੰਘ ਮਾਨ ਵੀ ਸੁਖਬੀਰ ਸਿੰਘ ਬਾਦਲ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ। ਬਹੁਤ ਸਾਰੇ ਵਾਦ ਵਿਵਾਦ ਵੀ ਇਹਨਾਂ ਦੇ ਹੈਗੇ ਨੇ, ਬਹੁਤ ਸਾਰੇ ਜਨਤਾ ਦੇ ਸਵਾਲ ਵੀ ਹੈਗੇ ਨੇ। तमाम ਗੱਲਾਂ ਸਿਆਸੀ ਤੇ ਨਿੱਜੀ ਜ਼ਿੰਦਗੀ ਦੀਆਂ ਕਰਾਂਗੇ। ਆਓ ਚੱਲਦੇ ਹਾਂ ਅੰਦਰ ਤੇ ਕਰਦੇ ਹਾਂ ਮੁਲਾਕਾਤ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਵਧੀਆ ਜੀ, ਵਧੀਆ। ਕਿੱਥੇ ਮਾਨ ਸਾਹਿਬ? ਆ ਜੀ ਗੱਲ ਨੇਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਸੋਢੀ ਸਾਹਿਬ ਜੀ? ਆਏ ਠੀਕ ਠਾਕ ਹੋ? ਬਹੁਤ ਵਧੀਆ। ਬੈਠੋ ਪਲੀਜ਼। ਆਓ ਜੀ। ਪਹਿਲਾਂ ਤੁਹਾਨੂੰ ਜੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਮੈਂ ਵੀ ਜਗਬਾਣੀ ਰਾਹੀਂ ਸਾਰੇ ਸਰੋਤਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ। 400 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਅੱਜ ਬੜਾ ਸ਼ੁਭ ਦਿਨ ਹੈ, ਗੁਰੂ ਨਾਨਕ ਨੇ ਨਾਮ ਲੇਵਾ ਸੰਗਤ ਵਾਸਤੇ ਜਿਹੜਾ ਹੈਗਾ। ਜੀ ਬਿਲਕੁਲ ਸਹੀ ਗੱਲ ਹੈ। ਮਾਨ ਸਾਹਿਬ, ਵੈਸੇ ਤਾਂ ਕਰੋਨਾ ਨੇ ਪੂਰੀ ਦੁਨੀਆ ਹੀ ਠੱਲਤੀ ਹੈ, ਪਰ ਕਹਿੰਦੇ ਸਿਆਸਤਦਾਨਾਂ 'ਤੇ ਬਹੁਤ ਵੱਡਾ ਪ੍ਰਭਾਵ ਪੈ ਗਿਆ, ਕਿਉਂਕਿ ਐਕਟੀਵਿਟੀ ਬਿਲਕੁਲ ਨਾਮਾਤਰ ਹੋ ਗਈ। ਲੋਕਾਂ 'ਚ ਜਾਣ ਦਾ ਮੌਕਾ ਜਿਹੜਾ ਹੈਗਾ ਕਹਿ ਲਓ ਨਿਰਧਾਰਤ ਹੋ ਗਿਆ। ਤੁਸੀਂ ਕੋਵਿਡ ਦੇ ਦਿਨਾਂ 'ਚ ਫਿਰ ਹਲਕੇ ਨੂੰ ਕਿਵੇਂ ਮੈਨੇਜ ਕਰ ਰਹੇ ਹੋ? ਅਸੀਂ ਬਹੁਤ ਸੀਮਤ ਤਰੀਕੇ ਨਾਲ ਜਿਹੜਾ ਆਪਦੀ ਐਕਟੀਵਿਟੀ ਰੱਖੀ ਹੋਈ ਹੈ। ਬਹੁਤ ਥੋੜ੍ਹੇ ਇਕੱਠ ਦੇ ਵਿੱਚ ਜਾ ਕੇ ਅਸੀਂ ਸੰਗਤ ਨੂੰ ਮਿਲਦੇ ਹਾਂ, ਆਪਦੇ ਵਰਕਰਾਂ ਨਾਲ ਜਾ ਕੇ ਮਿਲਦੇ ਹਾਂ। ਖੁਸ਼ੀ ਗਮੀ ਦੇ ਵਿੱਚ ਲੋਕਾਂ ਦੇ ਜਿਹੜਾ ਅਸੀਂ ਸ਼ਰੀਕ ਹੁੰਦੇ ਹਾਂ। ਵੱਡੀਆਂ ਮੀਟਿੰਗਾਂ ਤੋਂ ਜਿਹੜਾ ਅਸੀਂ ਹੁਣ ਪਰਹੇਜ਼ ਕੀਤਾ ਹੋਇਆ ਜਿਹੜਾ। ਜੀ ਅੱਛਾ, ਤੁਹਾਡੀ ਨਿੱਜੀ ਜ਼ਿੰਦਗੀ ਤੇ ਪਹਿਲੇ ਸੈਗਮੈਂਟ 'ਚ ਅਸੀਂ ਸਾਰੀ ਗੱਲਬਾਤ ਕਰਨੀ ਹੈ। ਵਰਦੇਵ ਸਿੰਘ ਮਾਨ ਵੈਸੇ ਤਾਂ ਪਿਛੋਕੜੀ ਸਿਆਸੀ ਪਰਿਵਾਰ ਦਾ, ਸਰਦਾਰ ਜੋਰਾ ਸਿੰਘ ਮਾਨ ਹੋਰਾਂ ਦੀ ਕਾਫੀ ਕਹਿ ਲਓ ਕਿ ਨੇੜਤਾ ਵੀ ਰਹੀ ਹੈ, ਬਾਦਲ ਪਰਿਵਾਰ ਦੇ ਨਾਲ ਲਗਾਤਾਰ ਸੰਸਦ ਵੀ ਰਹੇ ਨੇ। ਤੁਹਾਡਾ ਸਿਆਸਤ 'ਚ ਆਉਣਾ ਇਹੀ ਕਾਰਨ ਰਿਹਾ ਕਿ ਉਹ ਮਰਹੂਮ ਹੋ ਗਏ, ਜਾਂ ਫਿਰ ਪਹਿਲਾਂ ਤੋਂ ਤੁਹਾਡਾ ਵੀ ਮਨ ਸੀ? ਸਬੱਬ ਕਿਵੇਂ ਬਣਿਆ? ਨਹੀਂ, ਸਾਡਾ ਪਰਿਵਾਰ ਆ ਜਿਹੜਾ ਸ਼ੁਰੂ ਤੋਂ ਹੀ ਅਕਾਲੀ ਦਲ ਦੇ ਨਾਲ ਵਫਾਦਾਰ ਰਿਹਾ, ਔਰ ਖਾਸ ਕਰਕੇ ਬਾਦਲ ਫੈਮਿਲੀ ਦਾ ਵਫਾਦਾਰ ਰਿਹਾ ਸਾਡਾ ਪਰਿਵਾਰ। ਮੇਰੇ ਪਿਤਾ ਜੀ 72 ਤੋਂ ਲਗਾਤਾਰ 26 ਸਾਲ ਪਿੰਡ ਦੇ ਸਰਪੰਚ ਰਹੇ ਹੈ। 98 ਦੇ ਵਿੱਚ ਉਹਨਾਂ ਨੇ ਜਦੋਂ ਮੈਂਬਰ ਪਾਰਲੀਮੈਂਟ ਬਣੇ ਹੈ, ਉਦੋਂ ਉਹਨਾਂ ਨੇ ਸਰਪੰਚੀ ਤੋਂ ਰਿਜ਼ਾਈਨ ਦਿੱਤਾ ਹੈ, ਤੇ ਉਸ ਤੋਂ ਬਾਅਦ ਪਿੰਡ ਦੀ ਸੰਗਤ ਨੇ ਸਰਬਸੰਮਤੀ ਨਾਲ ਮੈਨੂੰ ਸਰਪੰਚ ਚੁਣ ਲਿਆ ਸੀ। ਅੱਛਾ। 2 ਵਾਰ ਮੈਂ ਪਿੰਡ ਦਾ ਸਰਪੰਚ ਰਿਹਾ ਲਗਾਤਾਰ। ਡੈਬਿਊ ਸਰਪੰਚ ਬਣ ਕੇ ਹੋਇਆ ਸਿਆਸਤ 'ਚ? ਹਾਂਜੀ। ਤੇ ਉਸ ਤੋਂ ਬਾਅਦ ਮੈਂ 2004 ਦੇ ਵਿੱਚ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਿਆ ਗਿਆ ਜਲਾਲਾਬਾਦ ਹਲਕੇ ਤੋਂ। ਤੇ ਉਸ ਤੋਂ ਬਾਅਦ ਅੱਗੇ ਜਿਹੜਾ ਸਿਆਸਤ ਹੈ ਜਿਹੜੀ ਪਿਤਾ ਜੀ ਦੀ ਮੌਤ ਤੋਂ ਬਾਅਦ ਉਹ ਅੱਗੇ ਚੱਲਦੀ ਗਈ ਹੈ। ਆਮ ਤੌਰ ਤੇ ਵੈਸੇ ਹੁਣ ਵੇਖਿਆ ਵੀ ਜਿਵੇਂ ਬਾਪੂ MP ਹੋਵੇ ਤਾਂ ਕਾਕਿਆਂ ਦਾ ਟੌਰ ਬਹੁਤ ਹੁੰਦਾ, ਤੇ ਤੁਹਾਡਾ ਫਿਰ ਉਸ ਵੇਲੇ ਕਿਵੇਂ ਸੀ? ਮਾਨ ਸਾਹਿਬ ਦਾ ਘਰੇ ਕੰਟਰੋਲ ਕਿਵੇਂ ਸੀ? ਤੁਹਾਡੇ ਕੋਲ ਪਾਵਰਾਂ ਸੀ ਜਾਂ ਨਹੀਂ? ਸਾਡਾ ਪਰਿਵਾਰ ਤੇ ਪ੍ਰਮਾਤਮਾ ਦੀ ਸ਼ੁਰੂ ਤੋਂ ਹੀ ਕਿਰਪਾ ਰਹੀ ਹੈ। ਸਾਡਾ ਪਰਿਵਾਰ ਹੈ ਜਿਹੜਾ ਸਾਨੂੰ ਸਾਡੇ ਪਿਤਾ ਨੇ, ਸਾਡੇ ਚਾਚਾ ਜੀ ਨੇ ਸਿੱਖਿਆ ਹੀ ਇਸ ਤਰ੍ਹਾਂ ਦਿੱਤੀ ਸੀਗੀ ਵੀ 10 ਨੌਆਂ ਦੀ ਕਿਰਤ ਕਰਕੇ ਖਾਣਾ ਹੈ। ਬਹੁਤਾ ਜਿਹੜਾ ਜਿਵੇਂ ਪਾਵਰ ਦਾ ਲੋਕਾਂ ਦੇ ਉੱਤੇ ਅੱਜ ਕੱਲ੍ਹ ਅਸਰ ਹੁੰਦਾ ਹੈ, ਉਸ ਤਰ੍ਹਾਂ ਦੇ ਤੋਂ ਸਾਡਾ ਪਰਿਵਾਰ ਹੈ ਜਿਹੜਾ ਬਚਿਆ ਰਿਹਾ ਹੈ। ਜਿਹੜੀ ਤਾਕਤ ਹੈ ਸਾਡੇ ਪਰਿਵਾਰ ਦੇ ਕਦੇ ਵੀ ਸਿਰ ਚੜ੍ਹ ਕੇ ਨਹੀਂ ਬੋਲੀਗੀ। ਅਸੀਂ ਹਮੇਸ਼ਾ ਹੀ ਇਹਨੂੰ ਲੋਕ ਸੇਵਾ ਦੇ ਤੌਰ 'ਤੇ ਲਿਆ ਸਾਡੇ ਪਰਿਵਾਰ ਨੇ ਸਾਰੇ ਨੇ ਸਮੁੱਚੇ ਨੇ। ਇਹ ਪ੍ਰਮਾਤਮਾ ਦੀ ਕਿਰਪਾ ਹੀ ਲਾ ਲਓ ਵੀ ਪਰਿਵਾਰ ਕਦੇ ਕਿਸੇ ਵਾਦ ਦੇ ਵਿੱਚ ਨਹੀਂ ਆਇਆ। ਸਿਆਸੀ ਤੌਰ 'ਤੇ ਵਿਚਰਦਿਆਂ ਨੂੰ ਬਹੁਤ ਸਾਲ ਹੋ ਗਏ ਸਾਨੂੰ। ਔਰ ਵੱਡੇ ਮਾਨ ਸਾਹਿਬ ਸਿਆਸਤ 'ਚ ਕਿਵੇਂ ਆਏ? ਮਤਲਬ ਬਾਦਲ ਪਰਿਵਾਰ ਦੇ ਨਾਲ ਤੁਹਾਡੀਆਂ ਨੇੜਤਾਵਾਂ ਕਿਵੇਂ ਬਣੀਆਂ? ਉਹ ਕਹਾਣੀ ਸਾਰੀ ਮੈਂ ਚਾਹੁੰਦਾ ਤਫਸੀਲ ਕਰੋ। ਸਾਡਾ ਪਰਿਵਾਰ ਜਿਹੜਾ ਸ਼ੁਰੂ ਤੋਂ ਹੀ ਅਕਾਲੀ ਦਲ ਨਾਲ ਸੀਗਾ। ਸਾਹ ਗੋਬਿੰਦਰ ਸਿੰਘ, ਸਾਹ ਹਰਦਮ ਸਿੰਘ ਖੜੰਜ ਵਾਲੇ, ਸਾਹ ਪਰਮਜੀਤ ਸਿੰਘ ਲੱਧੂਵਾਲਾ ਤੇ ਸਾਹ ਜੋਰਾ ਸਿੰਘ, ਇਹ ਚਾਰੇ ਜਣੇ ਭਰਾਵਾਂ ਦੀ ਤਰ੍ਹਾਂ ਵਿਚਰਦੇ ਸੀ। ਤੇ ਤਿੰਨੇ ਹੀ ਪਰਿਵਾਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਔਰ ਸ਼ੁਰੂ ਤੋਂ ਬਾਦਲ ਪਰਿਵਾਰ ਦੇ ਨਾਲ ਅਟੈਚ ਸੀ ਜੀ।
1982 ਦੇ ਵਿੱਚ ਜਦੋਂ ਧਰਮ ਯੁੱਧ ਮੋਰਚਾ ਲੱਗਿਆ ਹੈ ਤੇ ਮੇਰੇ ਸਵਰਗਵਾਸੀ ਪਿਤਾ ਨੇ ਬਾਦਲ ਸਾਹਿਬ ਦੇ ਨਾਲ ਉਦੋਂ ਪਹਿਲੇ ਜਥੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਸੀ। ਉਸ ਤੋਂ ਲਾ ਕੇ ਲਗਾਤਾਰ 15 ਸਾਲ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸ਼ੁਰੂ ਹੋਇਆ ਤੇ ਮੇਰੇ ਪਿਤਾ ਜੀ ਬਾਦਲ ਸਾਹਿਬ ਜੇਲ੍ਹ 'ਚ ਹੈ ਤਾਂ ਜੇਲ੍ਹ 'ਚ ਨਾਲ ਰਹੇ, ਜੇ ਕਿਤੇ ਪੰਜਾਬ ਦੀ ਜਨਤਾ ਦੇ ਵਿੱਚ ਵਿਚਰ ਰਹੇ ਉੱਥੇ, ਜੇ ਕਿਤੇ ਵੀ ਉਹ 15 ਸਾਲ ਲਗਾਤਾਰ ਬਾਦਲ ਸਾਹਿਬ ਦੇ ਨਾਲ ਰਹੇ ਹੈ। ਔਰ 3-3 ਮਹੀਨੇ ਜਿਹੜਾ ਉਸ ਟਾਈਮ ਦੇ ਵਿੱਚ ਉਹ ਘਰ ਨਹੀਂ ਆਉਂਦੇ ਹੁੰਦੇ ਸੀਗੇ। ਅੱਛਾ। ਤੇ ਉੱਥੋਂ ਹੌਲੀ ਹੌਲੀ ਨੇੜਤਾ ਜਿਹੜੀ ਹੈ ਬਾਦਲ ਸਾਹਿਬ ਦੇ ਨਾਲ ਵੱਧਦੀ ਗਈ ਤੇ ਫਿਰ ਉਹਨਾਂ ਨੇ ਅੱਗੇ ਜਿਹੜਾ ਮੈਂ ਸਮਝਦਾ ਵੀ ਬਾਦਲ ਸਾਹਿਬ ਦੇ ਨਾਲ ਰਹਿ ਕੇ ਐਡਾ ਲੰਮਾ ਸਮਾਂ ਜਿਹੜੀ ਉਹਨਾਂ ਨੇ ਸੇਵਾ ਕੀਤੀ, ਉੱਥੋਂ ਬਹੁਤ ਕੁਝ ਉਹਨਾਂ ਨੂੰ ਸਿੱਖਣ ਨੂੰ ਮਿਲਿਆ ਜਿਹੜਾ। ਅੱਛਾ, ਬਾਦਲ ਫੈਮਿਲੀ ਨੇ ਇਹ ਫੈਸਲਾ ਕਦੋਂ ਕੀਤਾ ਕਿ ਸਰਦਾਰ ਜ਼ੋਰਾ ਸਿੰਘ ਮਾਨ ਨੂੰ ਹੁਣ ਸਿਆਸਤ 'ਚ ਲੈ ਕੇ ਆਉਣਾ ਤੇ ਇਲੈਕਸ਼ਨ ਲੜਾਇਆ ਜਾਵੇ? 96 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਏ ਸੀ ਅਕਤੂਬਰ 96 ਦੇ ਵਿੱਚ। ਉਦੋਂ ਸਰ ਜ਼ੋਰਾ ਸਿੰਘ ਮਾਨ ਨੂੰ ਜਲਾਲਾਬਾਦ ਦੇ ਉੱਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲੀ ਵਾਰ ਉਹਨਾਂ ਨੇ ਉਮੀਦਵਾਰ ਬਣਾਇਆ ਸੀਗਾ ਤੇ ਉਹ ਭਾਰੀ ਅੰਤਰ ਨਾਲ ਜਿੱਤੇ ਸੀ। 97 ਦੇ ਵਿੱਚ ਆ ਕੇ ਅਸੈਂਬਲੀ ਦਾ ਇਲੈਕਸ਼ਨ ਆਇਆ। ਉਸ ਟਾਈਮ ਸਾਡੇ ਤਾਇਆ ਜੀ ਸਾਹਿਬ ਪਰਮਜੀਤ ਸਿੰਘ ਨੂੰ ਉਹਨਾਂ ਨੇ ਗੁਰੂ ਰਸਾਤ ਤੋਂ ਅਸੈਂਬਲੀ ਦੀ ਟਿਕਟ ਦੇ ਕੇ ਨਵਾਜਿਆ ਸੀ। ਉਦੋਂ ਬਾਅਦ ਜਦੋਂ ਥੋੜ੍ਹਾ ਚਿਰ ਸਰਕਾਰ ਚੱਲੀ, ਪਾਰਲੀਮੈਂਟ ਟੁੱਟ ਗਈ। 98 ਦੇ ਵਿੱਚ ਫਰਵਰੀ ਦੇ ਵਿੱਚ ਪਾਰਲੀਮੈਂਟ ਦਾ ਇਲੈਕਸ਼ਨ ਆਇਆ ਤੇ ਜਿਹੜਾ ਉਹਨਾਂ ਦਾ ਵਿਚਰਨ ਦਾ ਤਰੀਕਾ ਸੀਗਾ, ਲੋਕਾਂ ਨੂੰ ਮਿਲਣ ਦਾ ਤਰੀਕਾ ਸੀਗਾ, ਜਿਹੜਾ ਪਾਰਟੀ ਕੋਲੇ ਰਿਪੋਰਟ ਸੀਗੀਆਂ ਸਰ ਜ਼ੋਰਾ ਸਿੰਘ ਬਾਰੇ, ਲੋਕਾਂ ਨਾਲ ਖੜਦੇ ਸੀਗੇ, ਵਰਕਰਾਂ ਨਾਲ ਖੜਦੇ ਸੀ, ਵਰਕਰਾਂ ਦੀ ਡਿਮਾਂਡ ਸੀਗੀ ਤੇ 98 ਦੇ ਵਿੱਚ ਪਹਿਲੀ ਵਾਰ ਉਹਨਾਂ ਨੂੰ ਪਾਰਲੀਮੈਂਟ ਦੀ ਟਿਕਟ ਦੇ ਕੇ ਨਵਾਜਿਆ ਗਿਆ। ਔਰ ਮੈਨੂੰ ਇੱਕ ਗੱਲ ਦੇ ਵਿੱਚ ਫਖਰ ਮਹਿਸੂਸ ਹੁੰਦਾ ਦੱਸਣ ਦੇ ਵਿੱਚ ਕਿ ਫਿਰੋਜ਼ਪੁਰ ਹਲਕਾ ਜਿਹੜਾ ਸਾਡਾ ਜੀ, ਇਹ ਕਾਂਗਰਸ ਦਾ ਗੜ੍ਹ ਸਮਝਿਆ ਜਾਂਦਾ ਸੀਗਾ। ਅਕਾਲੀ ਦਲ ਦਾ ਇੱਥੋਂ ਜਿੱਤਣਾ ਤਾਂ ਦੂਰ ਦੀ ਗੱਲ ਹੈ, ਅਕਾਲੀ ਦਲ ਦਾ ਲੜਨ ਤੋਂ ਵੀ ਕੰਨੀ ਕਤਰਾਉਂਦੇ ਸੀ, ਇਲੈਕਸ਼ਨ ਲੜਨ ਤੋਂ ਵੀ। ਤੇ ਪ੍ਰਮਾਤਮਾ ਦੀ ਐਸੀ ਬਖਸ਼ਿਸ਼ ਹੋਈ, ਪਾਰਟੀ ਦੇ ਵਰਕਰਾਂ ਦੀ ਐਸੀ ਮਿਹਰ ਹੋਈ, 98 ਦੇ ਵਿੱਚ ਜਦੋਂ ਮੈਂਬਰ ਪਾਰਲੀਮੈਂਟ ਬਣੇ ਆ ਪਿਤਾ ਜੀ, ਉਦੋਂ ਬਾਅਦ ਲਗਾਤਾਰ 3 ਵਾਰ ਅਕਾਲੀ ਦਲ ਨੇ ਇਹ ਇਲੈਕਸ਼ਨ ਜਿੱਤਿਆ। ਉਦੋਂ ਬਾਅਦ ਜਿਹੜਾ ਫਿਰੋਜ਼ਪੁਰ ਹੁਣ ਅੱਜ ਹੈ ਅਕਾਲੀ ਦਲ ਦਾ ਗੜ੍ਹ ਸਮਝਿਆ ਜਾਂਦਾ ਫਿਰੋਜ਼ਪੁਰ ਪਾਰਲੀਮੈਂਟ ਹਲਕਾ ਜਿਹੜਾ ਜੀ। ਅੱਛਾ, ਇੱਕ ਗੱਲ ਮੈਂ ਅਕਸਰ ਸੁਣਦਾ ਹੁੰਦਾ ਜਦੋਂ ਬਤੌਰ ਪੱਤਰਕਾਰ ਜਾਣ ਦਾ ਮੌਕਾ ਮਿਲਦਾ ਪ੍ਰੈਸ ਕਾਨਫਰੰਸ ਜਾਂ ਰੈਲੀਆਂ 'ਚ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਸਰ ਇਹ ਗੱਲ ਸੁਣਾਉਂਦੇ ਆ ਕਿ ਜ਼ੋਰਾ ਸਿੰਘ ਮਾਨ ਮੇਰਾ ਸੁਰੱਖਿਆ ਕਵਚ ਬਣ ਕੇ ਮੇਰੇ ਨਾਲ ਰਹਿੰਦਾ ਸੀ। ਉਹ ਕਹਿੰਦੇ ਹੁੰਦੇ ਆ ਕਿ ਗੱਡੀ ਦੇ ਵਿੱਚ ਬਾਰੀ ਵਾਲੇ ਪਾਸੇ ਬੈਠਦਾ ਸੀ ਜ਼ੋਰਾ ਸਿੰਘ ਮਾਨ। ਇਹ ਕਹਾਣੀ ਕੀ ਹੈ, ਵਜ੍ਹਾ ਕੀ ਹੁੰਦੀ ਸੀ? ਵਜ੍ਹਾ ਤੁਹਾਨੂੰ ਦੱਸਿਆ ਵੀ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸ਼ੁਰੂ ਹੋਇਆ ਹੈ, ਮਾਰਾ ਮਰਾਈ ਸ਼ੁਰੂ ਹੋਈ ਹੈ ਤੇ ਬਹੁਤ ਉਦੋਂ ਖਤਰਾ ਸੀਗਾ। ਤੁਹਾਨੂੰ ਪਤਾ ਹੈ ਵੀ 91 ਦੇ ਵਿੱਚ ਅਕਾਲੀ ਦਲ ਦੇ 30-32 ਕੈਂਡੀਡੇਟ ਵੀ ਮਾਰੇ ਗਏ ਸੀਗੇ ਤੇ ਉਸ ਸਮੇਂ ਦੇ ਵਿੱਚ ਮੇਰੇ ਸਵਰਗਵਾਸੀ ਪਿਤਾ ਸਾਹਿਬ ਜ਼ੋਰਾ ਸਿੰਘ ਮਾਨ ਔਰ ਇੱਕ ਲੁਧਿਆਣੇ ਤੋਂ ਸਾਡੇ ਅੰਕਲ ਸਾਹਿਬ ਮਾਨ ਸਿੰਘ ਗਰਚਾ, ਉਹ ਦੋਨੇ ਜਣੇ ਬਾਦਲ ਸਾਹਿਬ ਦੇ ਇੱਕ ਸੱਜੇ ਇੱਕ ਖੱਬੇ ਬਹਿੰਦਾ ਹੁੰਦਾ ਸੀ ਬਾਰੀ ਦੇ ਵਿੱਚ। ਔਰ ਲਗਾਤਾਰ 15 ਸਾਲ ਉਹਨਾਂ ਨੇ ਉਸ ਮਾੜੇ ਦੌਰ ਦੇ ਵਿੱਚ ਸਾਥ ਦਿੱਤਾ ਬਾਦਲ ਸਾਹਿਬ ਦਾ। ਤੁਹਾਡੀ ਫਿਰ ਸੁਖਬੀਰ ਸਿੰਘ ਬਾਦਲ ਨਾਲ ਟਿਊਨਿੰਗ ਕਦੋਂ ਸੈੱਟ ਹੋਈ? ਆਪਾਂ ਪੰਜਾਬੀ 'ਚ ਕਹਿ ਲਈਏ ਕਿ ਪੋਲੀਟੀਕਲੀ ਤੁਹਾਡਾ ਸੰਵਾਦ ਕਦੋਂ ਸ਼ੁਰੂ ਹੋਇਆ ਤੇ ਇਹ ਸੋਚ ਦੇ ਵਿੱਚ ਕਹਿ ਲਓ ਕਿ ਸਮਾਨਾਂਤਰ ਸ਼ਬਦ ਕਦੋਂ ਆਏ? ਜਦੋਂ ਸਰ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਇਲੈਕਸ਼ਨ ਲੜੇ ਆ 96 ਦੇ ਵਿੱਚ ਪਾਰਲੀਮੈਂਟ ਦਾ, ਉਦੋਂ ਤੋਂ ਹੀ ਸਾਡਾ ਮੇਲ ਮਿਲਾਪ ਜਿਹੜਾ ਸ਼ੁਰੂ ਹੋ ਗਿਆ ਸੀਗਾ। 96 ਦੇ ਵਿੱਚ ਮੈਂ ਉਹਨਾਂ ਦਾ ਕਾਊਂਟਿੰਗ ਏਜੰਟ ਵੀ ਸੀ ਮੁਕਤਸਰ ਦੇ ਵਿੱਚ, ਮੇਰੇ ਨਾਲ ਦੇ ਹੋਰ ਸਾਥੀ ਵੀ ਜਿਹੜੇ ਨੌਜਵਾਨ ਸੀਗੇ, ਉਦੋਂ ਅਸੀਂ ਕਾਊਂਟਿੰਗ ਏਜੰਟ ਬਣੇ ਸੀ। ਉਦੋਂ ਬੜਾ ਬੋਲਬਾਲਾ ਸੀ ਜਗਮੀਤ ਸਿੰਘ ਬਰਾੜ ਦਾ, ਉਦੋਂ ਬੜਾ ਯੂਥ ਉਹਦੇ ਨਾਲ ਚੱਲਦਾ ਸੀਗਾ ਤੇ ਸਾਨੂੰ ਸਪੈਸ਼ਲ ਕਾਊਂਟਿੰਗ ਦੇ ਤੌਰ ਤੇ ਉੱਥੇ ਏਜੰਟ ਦੇ ਤੌਰ ਤੇ ਭੇਜਿਆ ਗਿਆ ਸੀ ਵੀ ਅੰਦਰ ਕੋਈ ਗੜਬੜ ਨਾ ਹੋਵੇ ਕੋਈ। ਅਸੀਂ ਬਤੌਰ ਨੌਜਵਾਨ ਉੱਥੇ ਅੰਦਰ ਗਏ ਸੀਗੇ। ਉਦੋਂ ਬਾਅਦ ਹੌਲੀ ਹੌਲੀ ਜਿਹੜੀ ਨੇੜਤਾ ਸਾਡੀ ਵੱਧਦੀ ਗਈ ਔਰ ਮੈਂ ਸਮਝਦਾ ਵੀ 2002 ਤੋਂ ਬਾਅਦ ਜਦੋਂ ਕਾਂਗਰਸ ਸਰਕਾਰ ਬਣੀ ਹੈ ਤੇ ਜਦੋਂ ਕਾਂਗਰਸ ਸਰਕਾਰ ਨੇ ਬਦਲਾਖੋਰੀ ਦੀ ਕੈਪਟਨ ਸਾਹਿਬ ਨੇ ਸਿਆਸਤ ਸ਼ੁਰੂ ਕੀਤੀ ਹੈ,
ਤੇ ਸਾਨੂੰ ਉਦੋਂ ਹੋਰ ਨੇੜੇ ਹੋਣ ਦਾ ਮੌਕਾ ਮਿਲਿਆ। ਕਹਿੰਦੇ ਜਦੋਂ ਸਰਦਾਰ ਜੋਰਾ ਸਿੰਘ ਮਾਨ ਸਵਰਗਵਾਸ ਹੋ ਗਏ ਤਾਂ ਉਦੋਂ ਮਾਨ ਪਰਿਵਾਰ ਦੀਆਂ ਜਿਹੜੀਆਂ ਬਾਦਲ ਪਰਿਵਾਰ ਦੇ ਨਾਲ ਥੋੜ੍ਹੀਆਂ ਦੂਰੀਆਂ ਵੀ ਪੈ ਗਈਆਂ ਸੀਗੀਆਂ। ਤੁਹਾਡਾ ਕਹਿੰਦੇ ਹੈ ਕਿ ਕਿਤੇ ਨਾ ਕਿਤੇ ਮਨ ਥੋੜ੍ਹਾ ਫੈਡਅਪ ਸੀਗਾ ਬਾਦਲ ਫੈਮਿਲੀ ਤੋਂ, ਫਿਰ ਇਹ ਪੈਚਅਪ ਕਿਵੇਂ ਹੋਇਆ ਜਾਂ ਉਹਦੀ ਵਜ੍ਹਾ ਕੀ ਸੀ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਸੀਗੀ। ਜਿੱਥੇ ਪਿਆਰ ਹੋਵੇ ਗਿਲੇ ਸ਼ਿਕਵੇ ਵੀ ਉੱਥੇ ਹੀ ਹੁੰਦੇ ਆ। 2007 ਤੋਂ ਲਗਾਤਾਰ 2010 ਤੱਕ ਸਾਡਾ ਪਰਿਵਾਰ ਨੇ ਸਿਆਸਤ ਤੋਂ ਦੂਰੀ ਬਣਾਈ ਰੱਖੀ ਹੈ। ਲਗਾਤਾਰ 4 ਸਾਲ ਅਸੀਂ ਸਰਗਰਮ ਸਿਆਸਤ ਤੋਂ ਦੂਰੀ ਬਣਾਈ ਰੱਖੀ ਹੈ ਜੀ। ਕੁਛ ਸਾਡੇ ਗਿਲੇ ਸ਼ਿਕਵੇ ਸੀਗੇ ਤੇ ਵੱਡੀ ਮਜਬੂਰੀ ਸਾਡੀ ਇਹ ਸੀਗੀ ਕਿ ਮੇਰੇ ਪਿਤਾ ਜੀ ਕੈਂਸਰ ਤੋਂ ਪੀੜਤ ਸੀਗੇ ਜੀ। ਲੰਬਾ ਸਮਾਂ 12-13 ਸਾਲ ਉਹਨਾਂ ਦਾ ਜਿਹੜਾ ਇਲਾਜ ਚੱਲਿਆ ਤੇ ਤਿੰਨੋਂ ਇਲੈਕਸ਼ਨ ਉਹਨਾਂ ਨੇ ਡਿਊਰਿੰਗ ਕੈਂਸਰ ਲੜੇ ਹੈ। 97 ਦੇ ਵਿੱਚ ਉਹਨਾਂ ਨੂੰ ਕੈਂਸਰ ਡਿਟੈਕਟ ਹੋਇਆ ਸੀਗਾ। ਤਿੰਨੋਂ ਪਾਰਲੀਮੈਂਟ ਦੇ ਇਲੈਕਸ਼ਨ ਉਹਨਾਂ ਨੇ ਡਿਊਰਿੰਗ ਕੈਂਸਰ ਲੜੇ ਹੈ ਤੇ ਅਸੀਂ ਉਹਨਾਂ ਦੇ ਇਲਾਜ ਦੇ ਵਿੱਚ ਵੀ ਮਸ਼ਰੂਫ ਸੀਗੇ। ਅਸੀਂ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਪਰਿਵਾਰ। ਅਸੀਂ ਇਸ ਕਰਕੇ ਵੀ ਸਿਆਸਤ ਤੋਂ ਜਿਹੜੀ ਦੂਰੀ ਹੈ ਅਸੀਂ ਬਣਾਈ ਰੱਖੀ ਹੈ। ਜਿਹੜੀ ਅਸੀਂ ਜੋਰਾ ਸਿੰਘ ਮਾਨ ਹੋਰਾਂ ਦੇ ਬਾਰੇ ਗੱਲ ਅਕਸਰ ਕਹੀ ਜਾਂਦੀ ਹੈ ਕਿ ਉਹ ਧੜੱਲੇਦਾਰ ਲੀਡਰ ਸੀ, ਵਰਕਰ ਦੇ ਨਾਲ ਸਟੈਂਡ ਲੈਂਦੇ ਸੀ। ਗੁਰਦੇਵ ਸਿੰਘ ਮਾਨ ਦੀ ਜ਼ਿੰਦਗੀ ਤੇ ਜਾਂ ਤੁਹਾਡੇ ਬਿਹੇਵੀਅਰ ਤੇ ਤੁਹਾਡੇ ਫਾਦਰ ਦੀਆਂ ਕਿਹੜੀਆਂ ਗੱਲਾਂ ਦਾ ਪਰਛਾਵਾਂ ਹੈਗਾ ਤੁਸੀਂ ਮਹਿਸੂਸ ਕਰਦੇ ਹੋ, ਜਾਂ ਤੁਹਾਡੇ ਮਦਰ ਕਹਿੰਦੇ ਹੋਣ ਕਿ ਹਾਂ ਗੁਰਦੇਵ ਤੇਰੇ 'ਚ ਕੁਆਲਿਟੀ ਤੇਰੇ ਫਾਦਰ ਵਾਲੀ ਹੈ? ਸਾਡੇ ਫਾਦਰ ਸਾਹਿਬ ਸਮਝ ਲਓ ਸਾਡੇ ਰੋਲ ਮਾਡਲ ਹੈ। ਸਾਨੂੰ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ। ਬਹੁਤ ਸਾਨੂੰ ਉਹਨਾਂ ਨੇ ਸਾਰਿਆਂ ਨੂੰ ਵੱਡੀ ਗੱਲ ਤਾਂ ਉਹਨਾਂ ਨੇ ਜਿਹੜੀ ਸਾਨੂੰ ਸਿਖਾਈ ਹੈ ਕਿ ਇਮਾਨਦਾਰੀ ਨਾਲ ਕੰਮ ਕਰਨਾ ਹੈ ਤੇ ਦੂਜਾ ਜਿਹੜਾ ਜਿਹਦਾ ਕਰਨਾ ਹੈ ਮਦਦ ਕਰਨੀ ਉਹਦੀ ਵੀ ਠੋਕ ਕੇ ਕਰਨੀ ਹੈ, ਜਿਹਦੀ ਬਰਖਲਾਫੀ ਕਰਨੀ ਹੈ। ਸੱਜਣ ਨੂੰ ਵੀ ਪਤਾ ਹੋਵੇ ਤੇ ਦੁਸ਼ਮਣ ਨੂੰ ਵੀ ਪਤਾ ਹੋਵੇ ਮੇਰੇ ਉਲਟਾ ਇਹ ਕਿਸੇ ਦੀ ਅੰਦਰ ਖਾਤੇ ਨਾ ਮਦਦ ਕਰਨੀ ਹੈ ਨਾ ਬਰਖਲਾਫੀ ਕਰਨੀ। ਇਸੇ ਕਰਕੇ ਹਲਕੇ 'ਚ ਕਿਹਾ ਜਾਂਦਾ ਵੀ ਮਾਨ ਸਪਸ਼ਟਵਾਦੀ ਵਾਲੇ ਹੈ। ਹਾਂ, ਇਸੇ ਕਰਕੇ ਮੇਰੇ 'ਚ ਕਮੀ ਲਾ ਲਓ ਤੁਸੀਂ ਵੀ ਮੈਥੋਂ ਝੂਠ ਨਹੀਂ ਬੋਲਿਆ ਜਾਂਦਾਗਾ। ਸਿਆਸਤ 'ਚ ਔਖਾ ਨਹੀਂ ਲੱਗਦਾਗਾ ਲੀਡਰਾਂ ਨੂੰ ਥੋੜਾ ਡਬਲ ਸਟੈਂਡਰਡ? ਬਹੁਤ ਮੇਰੇ ਵਰਕਰ ਕਹਿੰਦੇ ਆ, ਮੇਰੇ ਸਾਰੇ ਜਿਹੜੇ ਮੇਰੇ ਸੱਜਣ ਮਿੱਤਰ ਉਹ ਵੀ ਕਹਿੰਦੇ ਆ ਮੈਥੋਂ ਝੂਠ ਨਹੀਂ, ਮੈਥੋਂ ਲਾਰਾ ਨਹੀਂ ਲਾਇਆ ਜਾਂਦਾਗਾ। ਮੈਂ ਜਿਹੜੀ ਸੱਚੀ ਗੱਲ ਹੈ ਸਪਸ਼ਟਵਾਦੀ ਹੈ, ਮੈਂ ਥੋੜਾ ਜਿਹਾ ਗੱਲ ਸਪਸ਼ਟ ਕਰ ਦਿੰਦਾ। ਇਹਦੇ ਨਾਲ ਮੇਰੀ ਕਮੀ ਸਮਝ ਲਓ, ਮੇਰੀ ਕਮਜ਼ੋਰੀ ਸਮਝ ਲਓ। ਇਹ ਮੈਨੂੰ ਇਹਦੇ ਨਾਲ ਮੈਨੂੰ ਘਾਟਾ ਵੀ ਪੈਂਦਾ ਇਹਦੇ ਨਾਲ, ਪਰ ਸਾਨੂੰ ਜਿਹੜੇ ਪਿਤਾ ਪੁਰਖੀ ਗੁਣ ਹੈ ਜਿਹੜਾ ਉਹ ਸਾਨੂੰ ਛੱਡਣਾ ਬਹੁਤ ਮੁਸ਼ਕਲ ਹੈ। ਕੁਝ ਲੋਕ ਇਹਨੂੰ ਐਂ ਕਰਕੇ ਰੈਕਗਨਾਈਜ਼ ਕਰ ਲੈਂਦੇ ਯਾਰ ਕੌੜੇ ਬਹੁਤ ਹੈ, ਸਿੱਧੀ ਗੱਲ ਕਰ ਦਿੰਦੇ। ਨਹੀਂ, ਸਪਸ਼ਟ ਗੱਲ ਜਦੋਂ ਸੱਚੀ ਗੱਲ ਕਰੋਗੇ, ਸੱਚੀ ਗੱਲ ਹਮੇਸ਼ਾ ਕੌੜੀ ਹੁੰਦੀ ਹੈ। ਬੰਦਾ ਆਸ ਉਮੀਦ ਲੈ ਕੇ ਆਉਂਦਾ ਹੈ। ਸਿਆਸਤ 'ਚ ਸੱਚ ਦਾ ਵੈਕਿਊਮ ਹੈਗਾ? ਬਹੁਤ ਹੈਗਾ। ਟਾਈਮ ਲੱਗਦਾ ਸੱਚ ਨੂੰ ਅੱਗੇ ਆਉਣ ਤੇ ਹੈਗਾ। ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ। ਫਾਦਰ ਤਾਂ ਸੁਭਾਵਿਕ ਤੌਰ ਤੇ ਕਿ ਅਗਲਾ ਜਿਹੜਾ ਆਪਾਂ ਨਾਸ਼ਤਾ ਵੀ ਲੱਗੀ ਆਪਾਂ ਜੀ ਬਿਲਕੁਲ ਆਪਾਂ ਸ਼ੁਰੂ ਕਰਦੇ ਹਾਂ। ਅੱਛਾ ਮਾਨ ਸਾਹਿਬ, ਬੇਸ਼ੱਕ ਪਰਿਵਾਰ ਦਾ ਪਿਛੋਕੜ ਸਿਆਸੀ ਹੈ, ਪਰ ਤੁਸੀਂ ਬਣਨਾ ਕੀ ਚਾਹੁੰਦੇ ਸੀ ਜਦੋਂ ਪੜ੍ਹਦੇ ਸੀ? ਤਾਂ ਉਦੋਂ ਮਨ ਦੇ ਅੰਦਰ ਕੀ ਤੁਹਾਡੇ ਖਿਆਲ ਸੀਗਾ? ਜਦੋਂ ਮੈਂ ਪੜ੍ਹਦਾ ਸੀਗਾ ਜੀ, ਮੇਰਾ ਖਿਆਲ ਸੀਗਾ ਵੀ ਮੈਂ ਕਿਤੇ ਨਾ ਕਿਤੇ ਜੌਬ ਕਰਾਂ ਸ਼ੁਰੂ ਦੇ ਵਿੱਚ। ਅੱਛਾ। ਪਰ ਹਾਲਾਤ ਐਸੇ ਬਣੇ ਪਰਿਵਾਰ ਦੇ ਕਿ ਮੈਨੂੰ ਮਜਬੂਰਨ ਜਿਹੜਾ ਪਰਿਵਾਰ ਦੇ ਵਿੱਚ ਆ ਕੇ ਕੰਮ ਸੰਭਾਲਣਾ ਪਿਆ, ਕਿਉਂਕਿ ਮੇਰੇ ਪਿਤਾ ਜੀ ਜਿਹੜੇ ਲਗਾਤਾਰ ਤੁਹਾਨੂੰ ਦੱਸਿਆ ਵੀ 3-3 ਮਹੀਨੇ ਬਾਹਰ ਹੀ ਰਹਿੰਦੇ ਸੀਗੇ। ਚਾਚਾ ਜੀ ਸਾਡੇ ਜਿਹੜੇ ਖੇਤੀ ਦਾ ਕੰਮ ਦੇਖਦੇ ਸੀਗੇ, ਕਿਉਂਕਿ ਸਾਡੀ ਜੁਆਇੰਟ ਫੈਮਿਲੀ। ਅੱਜ ਵੀ ਸਾਡਾ ਜਿਹੜਾ ਕਾਰੋਬਾਰ ਆ ਸਾਰਾ ਇਕੱਠਾ ਹੈ, ਪਰਮਾਤਮਾ ਦੀ ਬਖਸ਼ਿਸ਼ ਹੈ। ਇਹ ਬਹੁਤ ਖੂਬਸੂਰਤ ਗੱਲ ਆ, ਨਹੀਂ ਤਾਂ ਅੱਜ ਦੇ ਦੌਰ 'ਚ ਬੜੇ ਘੱਟ ਪਰਿਵਾਰ ਆ। ਸਾਡੇ ਜਿਹੜਾ ਬਜ਼ੁਰਗਾਂ ਦਾ ਸਾਡੇ ਸਿਰ ਤੋਂ ਤਾਂ ਸਾਇਆ ਚਲਿਆ, ਚਾਚਾ ਜੀ ਦਾ ਸਾਇਆ ਸਾਡੇ ਸਿਰ ਤੇ ਆ, ਸਾਨੂੰ ਗਾਈਡ ਕਰਦੇ ਰਹਿੰਦੇ ਆ। ਔਰ ਮਜਬੂਰਨ ਸੀਗਾ ਵੀ ਮੈਨੂੰ ਆ ਕੇ ਸਾਰਾ ਕਾਰੋਬਾਰ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ, ਮੇਰੇ ਖਿਆਲ 17-18 ਸਾਲ ਦੀ ਉਮਰ ਸੀਗੀ। ਅੱਛਾ। ਜਦੋਂ ਤੋਂ ਘਰ ਦੀ ਕਬੀਲਦਾਰੀ ਮੇਰੇ ਹੱਥ 'ਚ ਆਈ ਵੀ ਹੈ। ਕੀ ਕਾਰੋਬਾਰ ਜੱਦੀ ਤੁਹਾਡਾ? ਕੀ ਜੱਦੀ ਕਾਰੋਬਾਰ ਮੇਨ ਸਾਡਾ ਕਾਰੋਬਾਰ ਜਿਹੜਾ ਹੈਗਾ ਹੈ ਖੇਤੀਬਾੜੀ ਦਾ ਜੀ, ਐਗਰੀਕਲਚਰ ਹੈ। ਜਿਹੜਾ ਸਾਡਾ ਰਾਈਸ ਸ਼ੈਲਰ ਹੈ ਸਾਡੇ। ਠੀਕ ਹੈ। ਇੱਕ ਪੈਟਰੋਲ ਪੰਪ ਆ ਸਾਡੇ ਕੋਲੇ। ਅੱਛਾ ਜੀ। ਤੇ ਜਾਂ ਥੋੜੇ ਜਿਹੇ ਕਬੜ ਗਡਾਊਨ ਹੈ ਜਿਹੜੇ ਅਸੀਂ ਸਾਨੂੰ ਰੈਂਟਲ ਇਨਕਮ ਹੈ ਜੀ। ਮੇਨ ਸਾਡਾ ਕਾਰੋਬਾਰ ਹੈ ਜਿਹੜਾ ਇਹੀ ਹੈ। ਜ਼ਮੀਨ ਸਾਰੀ ਪਿੰਡ? ਜ਼ਮੀਨ ਸਾਰੀ ਪਿੰਡ ਆ ਸਾਡੀ। ਠੀਕ ਹੈ ਜੀ। ਕਿੰਨੀ ਜ਼ਮੀਨ ਤੁਹਾਡੇ ਕੋਲ ਇੱਥੇ? ਸਾਡੇ ਕੋਲੇ ਤਕਰੀਬਨ 200 ਏਕੜ ਦੇ ਕਰੀਬ ਸਾਡੇ ਕੋਲ ਜ਼ਮੀਨ ਹੈ ਚਾਰਾਂ ਭਰਾਵਾਂ ਕੋਲੇ ਸਾਡੇ ਕੋਲੇ। ਫਿਰ ਕਣਕ ਝੋਨਾ ਸਾਰਾ ਜਾਂ ਕੁਝ ਹੋਰ ਵੀ? ਕਣਕ ਝੋਨਾ ਔਰ ਬਾਸਪਤੀ ਜਿਹੜਾ ਹੈਗਾ ਅਸੀਂ ਬੀਜਦੇ। ਮੇਨ ਖੇਤੀ ਜਿਹੜੀ ਸਾਡੀ ਇਹੀ ਹੈ। ਆਪ ਹੀ ਕਰਦੇ ਹੋ ਸਾਰੀ ਖੇਤੀ? ਖੇਤੀ ਸਾਰੀ ਸ਼ੁਰੂ ਤੋਂ ਅਸੀਂ ਆਪ ਕਰਦੇ ਹਾਂ।
ਹੁਣ ਫਿਰ ਤੁਹਾਡੀ ਸਥਿਤੀ ਵੱਡੇ ਮਾਨ ਸਾਹਿਬ ਵਾਲੀ ਹੋ ਗਈ ਹੈ, ਫਿਰ ਹੁਣ ਖੇਤੀ ਕੌਣ ਸਾਂਭਦਾ? ਮੈਨੂੰ ਸ਼ੌਕ ਹੈ ਅੱਛਾ। ਖੇਤੀ ਦਾ। ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਮੈਂ 14 ਘੰਟੇ ਲਗਾਤਾਰ ਟਰੈਕਟਰ ਚਲਾਇਆ। ਅੱਛਾ। ਕੰਬਾਈਨ ਮੈਂ ਆਪਦੇ ਹੱਥੀਂ ਚਲਾ ਕੇ ਮੈਂ ਸਾਰੇ ਬਾਰਡਰ ਦੇ ਉੱਤੇ ਗੁਰੂ ਸਾਹਿਬ ਦੇ ਵਿੱਚ ਜਲਾਲਾਬਾਦ ਕਣਕ ਝੋਨਾ ਵੱਢਦਾ ਰਿਹਾ, ਆਪ ਚਲਾਉਂਦਾ ਰਿਹਾ। ਬਹੁਤ ਕੰਮ ਆ ਜਿਹੜਾ ਹੱਥੀਂ ਕੀਤਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਜਿਹੜਾ ਪਿੰਡ ਹੈ ਨਾ, ਇਹ ਸਾਡੇ ਕੋਲੇ ਜ਼ਮੀਨ ਇੰਨੀ ਹੁੰਦੀ ਸੀਗੀ। ਸਾਡਾ ਇੱਕੋ ਖਾਨਦਾਨ ਪਿੰਡ ਹੈ, ਸਹਿਲ ਸਿੰਘ ਦਾ। ਇਹ ਤਕਰੀਬਨ 125 ਸਾਲ ਪੁਰਾਣਾ ਸਾਡਾ ਇਹ ਪਿੰਡ ਹੈ। ਪਿਛਲਾ ਪਿੰਡ ਸਾਡਾ ਜਿਹੜਾ ਰਾਠੀ ਕਾ ਬੁਰਜ ਸੀਗਾ ਮਾਨਸਾ ਦੇ ਵਿੱਚ, ਉੱਥੋਂ ਆ ਕੇ ਸਹਿਲ ਸਿੰਘ ਨੇ ਇੱਥੇ ਆ ਕੇ ਕੱਟਿਆ ਸੀਗਾ। ਇੱਧਰਲੇ ਪਾਸੇ ਸਾਡੇ ਪੋਲੀ ਹੁੰਦੀ ਸੀਗੀ ਜੀ, ਟਿੱਬਿਆਂ ਦੇ ਉੱਤੇ, ਤੇ ਆਹ ਏਰੀਆ ਸੇਮ ਨਾਲ ਡੁੱਬਿਆ ਹੁੰਦਾ ਸੀਗਾ ਸਾਡਾ। ਜਦੋਂ ਇੱਧਰ ਜਾਂਦੇ ਸੀਗੇ ਤੇ ਉਦੋਂ ਸਾਨੂੰ ਜਿਹੜੇ ਪਾਣੀ ਦੇ ਵਿੱਚ ਦੀ ਲੰਘਣਾ ਪੈਂਦਾ ਸੀਗਾ। ਇੱਧਰ ਜਾਂਦੇ ਸੀ ਤੇ ਪੋਲੀ ਜਿਹੜੀ ਲੱਤਾਂ ਛੱਲ ਦਿੰਦੀ ਹੁੰਦੀ ਸੀ। ਮੈਂ ਉਹ ਦੌਰ ਵੀ ਵੇਖਿਆ ਪੋਲੀ ਦਾ, ਸ਼ਾਇਦ ਅੱਜ ਕੱਲ੍ਹ ਦੀ ਜਨਤਾ ਨੂੰ, ਨੌਜਵਾਨਾਂ ਨੂੰ ਨਾ ਪਤਾ ਹੋਵੇ। ਅੱਛਾ। ਤੇ ਅੱਜ ਵੀ ਮੇਰਾ ਰੂਟੀਨ ਹੈ, ਮੈਂ ਸਵੇਰ ਉੱਠ ਕੇ ਸਾਰਿਆਂ ਨਾਲੋਂ ਪਹਿਲਾਂ ਮੈਂ ਸਾਈਕਲ ਚੱਕ ਕੇ ਖੇਤ ਜਾਂਦਾ। ਅੱਛਾ। ਮੈਂ ਸਵੇਰ ਰੋਜ਼ਾਨਾ ਖੇਤ ਦਾ ਗੇੜਾ ਲਾ ਕੇ ਆਉਣਾ, ਨਾਲੇ ਤਾਂ ਮੇਰੀ ਐਕਸਰਸਾਈਜ਼ ਹੋ ਜਾਂਦੀ। ਮੈਂ ਤਕਰੀਬਨ 10 ਤੋਂ 15 ਕਿਲੋਮੀਟਰ ਸਾਈਕਲ ਰੋਜ਼ਾਨਾ, ਜਿਹੜਾ 15 ਕਿਲੋਮੀਟਰ ਮੈਂ ਡੇਲੀ ਚਲਾਉਣਾ ਹੈ। ਅੱਛਾ, ਰੋਜ਼ਾਨਾ ਮੈਂ ਸਾਈਕਲ ਚਲਾਉਣਾ ਰੋਜ਼ਾਨਾ ਚਲਾਉਣਾ ਮੈਂ। ਅੱਛਾ ਜੀ। ਤੇ ਨਾਲੇ ਮੇਰਾ ਖੇਤ ਗੇੜਾ ਵੱਜ ਜਾਂਦਾ ਹੈ। ਹਾਂ। ਮੈਂ ਜੇ ਹਲਕੇ ਜਾਂਦਾ, ਵਾਪਸੀ ਤੇ ਜੇ ਮੈਂ ਟਾਈਮ ਨਾਲ ਮੁੜਿਆ, ਮੈਂ ਫਿਰ ਵੀ ਗੱਡੀ ਖੇਤ ਨੂੰ ਘੁਮਾਉਣੀ, ਮੈਂ ਦੇਖ ਕੇ ਆਉਣਾ ਉੱਥੇ ਜਾ ਕੇ ਵੀ ਕੀ ਹੋਇਆ ਕੀ ਨਹੀਂ ਹੋਇਆਗਾ। ਅੱਛਾ। ਅੱਜ ਵੀ ਮੇਰਾ ਖੇਤੀ ਦੇ ਵਿੱਚ ਪੂਰਾ ਇੰਟਰਸਟ ਹੈ, ਜਿਹੜਾ ਵੀ ਖੇਤੀ ਅਸੀਂ ਸਾਰੀ ਜਿਹੜੀ ਹੈ ਆਪ ਕਰਦੇ ਹਾਂ ਜੀ। ਹੁਣ ਵੀ ਕੰਬਾਈਨ ਜਾਂ ਟਰੈਕਟਰ ਚਲਾਉਣ ਦਾ ਮੌਕਾ ਮਿਲਦਾ? ਬਹੁਤ ਘੱਟ। ਹਾਂ। ਦਿਲ ਕਰਦਾ ਹੈ, ਹਾਂ, ਪਰ ਟਾਈਮ ਨਹੀਂ ਹੁੰਦਾਗਾ। ਹੁਣ ਫਿਰ ਬਾਕੀ ਵਾਈ ਕੌਣ ਸੰਭਾਲਦਾ ਫਿਰ? ਜਿਹੜੀ ਸੁਪਰਵਿਜ਼ਨ ਜ਼ਿਆਦਾ ਹੈਗੀ ਹੈ, ਉਹ ਕਮਾਂਡ ਚਾਚਾ ਹੀ ਕਰਦੇ ਆ, ਪਰ ਉਹਨਾਂ ਦਾ ਆਉਣਾ ਜਾਣਾ ਰਿਸਟ੍ਰਿਕਟ ਕੀਤਾ ਹੋਇਆ ਥੋੜਾ ਜਿਹਾ। ਅੱਛਾ ਜੀ। ਤੇ ਬੋਵੀ ਛੋਟਾ ਬ੍ਰਦਰ ਦੇਖਦਾ ਹੈ, ਥੋੜਾ ਬਹੁਤਾ ਮੈਂ ਦੇਖ ਲੈਣਾ। ਠੀਕ ਹੈ। ਜ਼ਿਆਦਾ ਕਮਾਂਡ ਸਾਡੀ ਜਿਹੜੀ ਹੈਗੀ ਹੈ ਚਾਚਾ ਜੀ ਕੋਲ ਹੀ ਹੈ ਅੱਜ ਦੀ ਡੇਟ 'ਚ ਵੀ। ਤੁਹਾਡੀ ਫੈਮਿਲੀ 'ਚ ਫਿਰ ਜੁਆਇੰਟ ਫੈਮਿਲੀ 'ਚ ਕੌਣ ਕੌਣ ਆ ਤੁਹਾਡੇ ਪਰਿਵਾਰ 'ਚ? ਅਸੀਂ 2 ਭਾਈ ਹਾਂ ਤੇ ਮੇਰੀ ਮਦਰ ਹੈ, ਔਰ ਚਾਚਾ ਜੀ ਹੈ, 2 ਉਹਦੇ ਬੇਟੇ ਹੈ। ਠੀਕ ਹੈ। ਜਿਹੜੇ ਚਾਚਾ ਜੀ ਦੇ 2 ਭਾਈ ਅਸੀਂ, 2 ਚਾਚਾ ਜੀ ਦੇ ਬੇਟੇ ਹੈ। ਠੀਕ ਹੈ ਜੀ। ਤੇ ਸਾਡਾ ਜਿਹੜਾ ਕਾਰੋਬਾਰ ਹੈ ਸਾਰਾ ਅੱਜ ਦੀ ਡੇਟ 'ਚ ਵੀ ਪਰਮਾਤਮਾ ਦੀ ਕਿਰਪਾ ਨਾਲ ਇਕੱਠਾ ਹੈ। ਔਰ ਤੁਹਾਡੀ ਆਪਦੀ ਫੈਮਿਲੀ 'ਚ? ਮੇਰੀ ਫੈਮਿਲੀ ਦੇ ਵਿੱਚ ਮੈਂ, ਮੇਰੀ ਵਾਈਫ, ਬੇਟਾ, ਡਾਟਰ ਇਨ ਲਾ ਮੇਰੀ ਤੇ ਮਾਤਾ, ਬਸ ਅਸੀਂ 5 ਜਣੇ ਇੱਥੇ ਜਿਹੜੇ ਰਹਿੰਦੇ ਪਰਿਵਾਰ। ਤੁਸੀਂ ਰਹਿੰਦੇ ਹੋ? ਹਾਂਜੀ। ਰਾਈਟ। ਪੜ੍ਹੇ ਤੁਸੀਂ ਮਾਨ ਸਾਹਿਬ ਕਿਹੜੇ ਕਾਲਜ 'ਚ ਹੋ? ਮੈਂ ਗਵਰਨਮੈਂਟ ਕਾਲਜ ਮੁਕਤਸਰ ਤੋਂ ਗ੍ਰੈਜੂਏਸ਼ਨ ਕੀਤੀ ਹੈ। ਮੈਂ ਵੀ ਉੱਥੇ ਪੜ੍ਹਿਆ। ਮੇਰੇ ਖਿਆਲ ਨਾਲ ਸਾਡੇ ਕਾਲਜ ਹੀ ਕਹਿ ਲਓ ਮੁਕਤਸਰ ਵਾਲਾ ਇਕਲੌਤਾ ਕਾਲਜ ਸੀ ਨੇੜੇ। ਹਲਕੇ ਦੇ ਵਿੱਚ ਉਦੋਂ ਬਹੁਤ ਘਾਟ ਸੀਗੀ ਹਾਂ ਐਜੂਕੇਸ਼ਨ ਦੀ। ਜੀ। ਤੁਹਾਡੀ ਮੈਰਿਜ ਫਿਰ ਕਦੋਂ ਹੋਈ ਔਰ ਕਿੱਥੇ ਹੋਈ? ਮੇਰੀ ਮੈਰਿਜ ਜਿਹੜੀ ਹੈਗੀ ਹੈ 90 ਦੇ ਵਿੱਚ ਹੋਈ ਹੈ। ਨਾਲ ਹੀ ਪਿੰਡ ਬਲਮਗੜ੍ਹ ਹੈ। ਅੱਛਾ ਜੀ। ਇੱਥੇ ਮਿਸਿਸ ਦੇ ਨਾਨਕੇ ਸੀਗੇ ਤੇ ਨਾਨਕਿਆਂ ਕੋਲੇ ਰਹਿੰਦੀ ਸੀ, ਪਲੀ ਸੀਗੀ। ਤੇ ਇੱਥੇ ਹੀ ਜਿਹੜੀ ਮੈਰਿਜ ਨਾਨਕਿਆਂ ਨੇ ਕੀਤੀ ਸੀ। ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ? ਅਰੇਂਜ ਮੈਰਿਜ ਸੀ। ਅਰੇਂਜ ਮੈਰਿਜ ਸੀ। ਰਾਈਟ। ਔਰ ਤੁਹਾਡੇ ਬੇਟੇ ਦੀ ਵੀ ਪਿੱਛੇ ਜੀ ਮੈਰਿਜ ਹੋਈ ਮੇਰੇ ਖਿਆਲ? ਬੇਟੇ ਦੀ ਮੈਰਿਜ ਹਾਂ ਪਿੱਛੇ ਹੋਈ ਹੈ 2018 ਦੇ ਵਿੱਚ ਜੀ। ਕੀ ਕਰਦੇ ਤੁਹਾਡਾ ਬੇਟਾ, ਕੀ ਕਰਦਾ ਜੀ? ਮੇਰਾ ਬੇਟਾ ਹੁਣੇ ਐਜੂਕੇਸ਼ਨ ਆਪਦੀ ਕੰਪਲੀਟ ਕਰਕੇ ਆਇਆ ਹੈ ਤੇ ਹੁਣ ਮੇਰੇ ਨਾਲ ਹੀ ਹਲਕੇ ਦੇ ਵਿੱਚ ਜਿਹੜਾ ਹੱਥ ਵਟਾਉਂਦਾ, ਜਿਹੜਾ ਪਿਤਾ ਪੁਰਖੀ ਕਿੱਤਾ ਹੈ ਉਹਦੇ ਵਿੱਚ ਹੀ ਉਹ ਲੱਗਿਆ ਹੋਇਆ ਜੀ। ਰਾਈਟ। ਅੱਛਾ ਮਾਨ ਸਾਹਿਬ, ਸ਼ੌਂਕ ਕੀ ਹੈ? ਸਿਆਸਤ ਵਾਲਾ ਬੰਦਾ ਵੈਸੇ ਤਾਂ ਬਹੁਤ ਬਿਜ਼ੀ ਹੁੰਦਾ ਹੈ, ਪਰ ਨਿੱਜੀ ਜ਼ਿੰਦਗੀ ਦੇ ਸ਼ੌਂਕ ਕੀ ਹੈਗੇ ਤੁਹਾਡੇ? ਮੈਨੂੰ ਥੋੜਾ ਜਿਹਾ ਘੁੰਮਣ ਫਿਰਨ ਦਾ ਸ਼ੌਂਕ ਹੈ ਜੀ। ਟਰੈਵਲ ਕਰਨ ਦਾ ਜਦੋਂ ਟਾਈਮ ਮਿਲਦਾ ਮੈਨੂੰ, ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਪਰਿਵਾਰ ਨਾਲ ਕਿਤੇ ਨਾ ਕਿਤੇ ਘੁੰਮ ਕੇ ਆਵਾਂ, ਘੁਮਾ ਕੇ ਲਿਆਵਾਂ, ਕਿਉਂਕਿ ਬਹੁਤ ਘੱਟ ਟਾਈਮ ਮਿਲਦਾ ਹੈ ਪਰਿਵਾਰ ਵਾਸਤੇ। ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਦੋਂ ਵੀ ਟਾਈਮ ਮਿਲਦਾ ਕਿਤੇ ਨਾ ਕਿਤੇ ਵੀ ਘੁੰਮ ਕੇ ਆਈਏ। ਵਿਦਨ ਕੰਟਰੀ ਟਰੈਵਲ ਕਰਦੇ ਹੋ ਜਾਂ ਫਿਰ ਬਾਹਰ ਵੀ? ਬਾਹਰ ਵੀ ਕਰ ਲਈਦਾ, ਵਿਦਨ ਕੰਟਰੀ ਵੀ ਜਿੱਥੇ ਟਾਈਮ ਮਿਲਦਾ। ਹੁਣ ਪਿਛਲੇ 1.5-2 ਸਾਲਾਂ ਤੋਂ ਤਾਂ ਕਰੋਨਾ ਕਰਕੇ ਇੱਥੇ ਤੜੇ ਹੋਏ ਆ, ਬਿਲਕੁਲ ਹੀ ਬੰਦ ਹੋ ਗਿਆ। ਹਾਲਾਤ ਹੀ ਐਸੇ ਹੈ ਬਣੇ ਹੋਏ ਆ ਦੁਨੀਆ ਦੀ ਜੀ। ਤੇ ਬਾਹਰ ਵੀ ਘੁੰਮ ਆਈਦਾ ਤੇ ਇੱਥੇ ਵੀ ਜਦੋਂ ਵੀ ਟਾਈਮ ਮਿਲਦਾ, ਜਿੱਥੇ ਵੀ ਮਿਲਦਾ ਕਿਤੇ, ਤੇ ਉਦੋਂ ਘੁੰਮ ਆਈਦਾ। 2 ਇਕੱਠੇ ਸਵਾਲ ਆ ਮੇਰੇ। ਜ਼ਿੰਦਗੀ ਦਾ ਸਭ ਤੋਂ ਸ਼ਾਨਦਾਰ ਸਮਾਂ ਤੇ ਸਭ ਤੋਂ ਅਫਸੋਸਮਈ ਸਮਾਂ ਕਿਹੜਾ ਸੀ? ਸ਼ਾਨਦਾਰ ਸਮਾਂ ਤਾਂ ਮੈਂ ਹੀ ਸਮਝਦਾ ਵੀ ਜਦੋਂ
ਸਾਡੇ ਪਿਤਾ ਦਾ ਹੱਥ ਸਾਡੇ ਸਿਰ ਤੇ ਸੀ ਨਾ, ਸਾਡੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਸੀਗਾ ਉਹ। ਤੇ ਜਦੋਂ ਪਿਤਾ ਦਾ ਸਿਰ ਤੋਂ ਹੱਥ ਸਾਡੇ ਉੱਠਿਆ, ਉਦੋਂ ਬਾਅਦ ਬਹੁਤ ਵੱਡੀ ਘਾਟ ਜਿਹੜੀ ਮਹਿਸੂਸ ਹੋਈ ਹੈ। ਚਾਹੇ ਮੈਂ ਤੁਹਾਨੂੰ ਦੱਸਿਆ ਵੀ 17-18 ਸਾਲ ਦੀ ਉਮਰ ਦੇ ਵਿੱਚ ਕਬੀਲਦਾਰੀ ਮੇਰੇ ਹੱਥ ਸੀਗੀ, ਘਰ ਦੀ ਸਾਰੀ ਲੈਣ ਦੇਣ ਸਾਰਾ ਮੈਂ ਕਰਦਾ ਸੀ, ਪਰ ਮੈਨੂੰ ਬਹੁਤ ਉਦੋਂ ਇੱਕ ਵਾਰੀ ਔਖ ਮਹਿਸੂਸ ਹੋਈ ਵੀ ਮੈਂ ਕਿਵੇਂ ਘਰ ਚਲਾਊਂਗਾ। ਮੈਨੂੰ 2-3 ਮਹੀਨੇ ਮੈਂ ਬਹੁਤ ਸਮਝ ਲਓ ਵੀ ਬੋਝ ਥੱਲੇ ਰਿਹਾ, ਪਰ ਮੈਂ ਸਮਝਦਾ ਵੀ ਮੇਰੇ ਭਰਾਵਾਂ ਦੀ ਸਿਆਣਪ ਹੈ ਜਾਂ ਪਰਮਾਤਮਾ ਦੀ ਬਖਸ਼ਿਸ਼ ਹੈ ਵੀ ਸਾਡਾ ਪਰਿਵਾਰ ਅੱਜ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ। ਜ਼ਿੰਦਗੀ ਦਾ ਲਗਜ਼ਰੀ ਦੌਰ ਮਿਹਨਤ ਕਰਕੇ ਬਾਅਦ 'ਚ ਆਇਆ ਜਾਂ ਫਿਰ ਗਰੀਬੀ ਦਾ ਦੌਰ ਵੀ ਹੰਢਾ ਕੇ ਵੇਖਿਆ? ਜੇ ਵੇਖਿਆ ਤਾਂ ਉਸ ਸਮੇਂ ਦੀ ਕੋਈ ਗੱਲਬਾਤ ਯਾਦ ਹੈ? ਸਾਡਾ ਤੁਹਾਨੂੰ ਦੱਸਿਆ ਹੈ ਵੀ ਸਾਡਾ ਪਿੰਡ ਜਿਹੜਾ ਹੈਗਾ ਇੱਕੋ ਖਾਨਦਾਨ ਦਾ ਪਿੰਡ ਹੈ, ਤੇ ਸਾਡੇ ਪਿੰਡ ਦੇ ਵਿੱਚ ਪਹਿਲਾਂ ਬਹੁਤ ਫਸਲ ਹੁੰਦੀ ਸੀਗੀ। ਫਿਰ ਜਦੋਂ ਸੇਮ ਦਾ ਦੌਰ ਆਇਆ, ਉਦੋਂ ਪਿੰਡ ਦੇ ਉੱਤੇ ਔਖਾ ਸਮਾਂ ਵੀ ਆਇਆ, ਪਰ ਮੈਂ ਸਮਝਦਾ ਵੀ ਉਦੋਂ ਲੋਕਾਂ ਦੇ ਜਿਹੜੇ ਖਰਚੇ ਜਿਹੜੇ ਇੰਨੇ ਨਹੀਂ ਸੀਗੇ। ਔਖਾ ਸਮਾਂ ਲੋਕਾਂ ਨੇ ਔਖੇ ਹੋ ਕੇ ਹੰਢਾਇਆ ਪਿੰਡ ਦੇ ਉੱਤੇ। ਔਖੇ ਸੌਖਿਆਂ ਨੇ ਕਿਸੇ ਨੇ ਜਾਇਦਾਦ ਨਹੀਂ ਆਪਦੀ ਗਵਾਈ ਗਈ ਜੀ ਔਖੇ ਸਮੇਂ ਦੇ ਵਿੱਚ। ਔਰ ਸਾਡੇ ਜਿਹੜੇ ਮਿਹਨਤੀ ਇੰਨੇ ਹੈ ਲੋਕ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਛੇਲੇ ਵਾਲਾ ਤੇ ਪੱਕਾ ਕਾਲੇ ਵਾਲਾ ਇੱਕੋ ਪਿੰਡ ਹੈ ਇਹ। ਉਹ ਰਕਬਾ ਸਾਡੇ ਪਿੰਡ ਦਾ ਹੈ, ਹੱਦ ਬਸਤਾ ਨੰਬਰ ਸਾਡਾ ਸੇਮ ਹੈ। ਸਾਡੇ ਪਿੰਡ ਦਾ ਸਮਝ ਲਓ ਇੱਕ ਬਸਤੀ ਹੈ ਉਹ, ਜਿਹੜਾ ਪੱਕਾ ਕਾਲੇ ਵਾਲਾ ਜੀ। ਇੰਨੇ ਮੈਂ ਸਾਡੇ ਪਿੰਡ ਦੇ ਵਿੱਚ ਵੀ ਸਾਡੇ ਬਾਬਾ ਜੀ ਗੱਜਣ ਸਿੰਘ ਹੁੰਦੇ ਸੀਗੇ, ਉਹਨਾਂ ਕੋਲੇ ਜੱਦੀ ਉਹਨਾਂ ਨੂੰ 60 ਕਿੱਲੇ ਜ਼ਮੀਨ ਆਈ ਸੀਗੀ, ਅੱਜ ਉਹਨਾਂ ਕੋਲ 300 ਕਿੱਲਾ ਹੈ। ਬਿਲਕੁਲ ਪਿਓਰ ਉਹਨਾਂ ਨੇ ਆਪਦੀ ਮਿਹਨਤ ਨਾਲ ਬਣਾਈ ਹੈ। ਇਵੇਂ ਹੀ ਬਾਬਾ ਜੀ ਲਾਲ ਸਿੰਘ ਸੀ ਕਾਲੇਵਾਲ ਦੇ ਵਿੱਚ, ਉਹਨਾਂ ਨੂੰ ਵੀ 60 ਕਿੱਲੇ ਵੱਡੀ ਆਈ ਸੀਗੀ, ਅੱਜ ਮੇਰੇ ਖਿਆਲ ਅੰਦਾਜ਼ਨ ਉਹਨਾਂ ਕੋਲ 600 ਕਿੱਲਾ ਹੈ। ਵੀ ਲੋਕ ਮਿਹਨਤੀ ਹੈ, ਤੇ ਆਪਦੀ ਮਿਹਨਤ ਨਾਲ ਤੁਸੀਂ ਪਿੰਡ ਦੇ ਵਿੱਚ ਜਾ ਕੇ ਦੇਖੋਗੇ 98 ਤੋਂ ਸਾਡੇ ਪਿੰਡ ਦੇ ਵਿੱਚ ਪੂਰੇ ਦੇ ਵਿੱਚ ਕੰਕਰੀਟ ਦੀਆਂ ਗਲੀਆਂ ਬਣੀਆਂ ਹੋਈਆਂ ਹੈ। ਅੱਛਾ, ਇਹ ਸਾਡੇ ਪਿਤਾ ਜੀ ਦਾ ਸੁਪਨਾ ਸੀਗਾ ਵੀ ਮੇਰਾ ਪਿੰਡ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਔਰ ਨਾਲ ਇੱਕ ਉਹਨਾਂ ਦਾ ਸੁਪਨਾ ਸੀ ਜਿਹੜਾ ਇੱਥੇ ਇੱਕ ਮਾਤਾ ਗੁਜਰੀ ਪਬਲਿਕ ਸਕੂਲ ਬਣਾ ਕੇ ਗਏ ਹੈ ਜੀ। ਜਦੋਂ ਬਣਾਉਣ ਲੱਗੇ ਸੀਗੇ, ਉਦੋਂ ਜਿੰਨੇ ਸਾਡੇ ਦੋਸਤ ਮਿੱਤਰ ਸੀਗੇ, ਜਿੰਨੇ ਉਹਦੇ ਟਰਸਟੀ ਹੈ, ਸਾਰੇ ਕਹਿੰਦੇ ਸੀ ਆਪਾਂ ਮੇਨ ਰੋਡ ਤੇ ਬਣਾਈਏ। ਤੇ ਪਰ ਉਹ ਕਹਿੰਦੇ ਸੀ ਮੈਂ ਆਪਦੇ ਪਿੰਡ 'ਚ ਬਣਾਉਣਾ, ਮੈਂ ਚਲਾ ਕੇ ਦਿਖਾਊਂ, ਤੇ ਚਲਾ ਕੇ ਵੀ ਗਏ ਆ। ਸਾਰੇ ਇਲਾਕੇ ਦੇ ਬੱਚੇ ਇੱਥੇ ਪੜ੍ਹਦੇ, ਸਾਰੇ ਇਲਾਕੇ ਦੇ ਲੋਕ ਸ਼ਹਿਰ ਨੂੰ ਪੜ੍ਹਾਉਣ ਵਾਸਤੇ ਜਾਂਦੇ ਆ, ਪਰ ਇੱਥੇ ਸ਼ਹਿਰਾਂ ਦੇ ਬੱਚੇ ਸਾਡੇ ਸਕੂਲ 'ਚ ਆਉਂਦੇ ਆ, ਉਹਨਾਂ ਨੂੰ ਮਾਣ ਮਹਿਸੂਸ ਹੁੰਦਾ। ਤੇ ਜਿਹੜਾ ਰਹਿਣ ਸਹਿਣ ਦਾ ਪੱਧਰ ਆ ਸਾਡੇ ਪਿੰਡ ਦਾ, ਮਿਹਨਤ ਦਾ ਕਰਕੇ ਲੋਕਾਂ ਨੇ ਆਪਦਾ, ਤੁਸੀਂ ਪਿੰਡ 'ਚ ਜਾ ਕੇ ਘੁੰਮ ਕੇ ਦੇਖੋ, ਸਾਰੇ ਪਿੰਡ ਦੇ ਵਿੱਚ ਵਧੀਆ। ਸਾਡਾ ਇਕੱਲਾ ਪਰਿਵਾਰ ਸਿਆਸਤ 'ਚ ਹੈ, ਬਾਕੀਆਂ ਦਾ ਸਾਰਿਆਂ ਦਾ ਨਿਰੋਲ ਧੰਦਾ ਖੇਤੀ ਹੈ, ਪਰ ਕੋਠੀਆਂ ਵੇਖੋਗੇ, ਰਹਿਣ ਸਹਿਣ ਦਾ ਪੱਧਰ ਵੇਖੋਗੇ, ਸਾਰਿਆਂ ਦਾ ਬਹੁਤ ਵਧੀਆ ਹੈ। ਅੱਛਾ, ਵੱਡੇ ਮਾਨ ਸਾਹਿਬ ਤੁਹਾਨੂੰ ਕੀ ਵੇਖਣਾ ਚਾਹੁੰਦੇ ਸੀ? ਕਦੀ ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਸੀ ਜਾਂ ਐਕਸਪੈਕਟੇਸ਼ਨ ਸੀਗੀਆਂ ਵੀ ਗੁਰਦੇਵ ਤੂੰ ਆਹ ਕੰਮ ਕਰ ਲੈ ਜਾਂ ਮੈਂ ਤੈਨੂੰ ਆਹ ਵੇਖਣਾ ਚਾਹੁੰਦਾ? ਕੋਈ ਉਹ ਜਿਹਾ ਨਹੀਂ ਉਹਨਾਂ ਨੇ ਕੀਤਾ ਸੀ ਕਦੇ। ਉਹ ਸਾਡੀ ਇੱਕੋ ਹੀ ਸਿੱਖਿਆ ਦਿੰਦੇ ਸੀਗੇ ਵੀ ਕੋਈ ਇਹ ਨਾ ਆਖੇ ਵੀ ਜੋਰਾ ਸਿੰਘ ਮਾਨ ਦੀ ਲਾਦ ਕੀ ਕਰਦੀ ਫਿਰਦੀ ਹੈ, ਵੀ ਮੈਨੂੰ ਇਹੋ ਜਿਹੀ ਗੱਲ ਨਾ ਸੁਣਨੀ ਪਵੇ। ਕਿਵੇਂ ਸੀ ਤੁਹਾਡੇ ਨਾਲ ਬੌਂਡਿੰਗਸ, ਕਿਵੇਂ ਹੈਗੇ ਤੁਹਾਡੇ ਜਾਂ ਬੌਬੀ ਬਾਈ ਨਾਲ? ਵਧੀਆ ਸੀ। ਸਖਤ ਸੁਭਾਅ ਸੀ ਜਾਂ ਫਿਰ ਨਹੀਂ? ਬੜਾ ਉਹਨਾਂ ਦਾ, ਮੇਰਾ ਖਿਆਲ ਹੈ ਵੀ ਜਿੰਨੇ ਲਾਡ ਉਹਨਾਂ ਨੇ ਸਾਨੂੰ ਲੜਾਏ ਹੈ। ਕਦੀ ਸੇਵਾ ਸੁਭਾ ਵੀ ਹੋਈ ਕਿ ਨਹੀਂ? ਇੱਕ ਅੱਧੀ ਵਾਰੀ ਜ਼ਿੰਦਗੀ 'ਚ 2-4 ਵਾਰੀ ਹੋਈ ਹੈ ਛੋਟੇ ਹੁੰਦਿਆਂ ਦੀ, ਪਰ ਬਹੁਤ ਜਿੰਨੇ ਉਹਨਾਂ ਨੇ ਲਾਡ ਸਾਨੂੰ ਲੜਾਏ ਹੈ, ਮੇਰੇ ਖਿਆਲ ਸ਼ਾਇਦ ਹੀ ਕੋਈ ਬਾਪ ਆਪਦੀ ਹੈਸੀਅਤ ਨਾਲੋਂ ਵੱਧ ਕਰਦੇ ਸਾਡੇ ਵਾਸਤੇ। ਅੱਛਾ ਮਾਨ ਸਾਹਿਬ, ਪਾਰਟੀ 'ਚ ਵੱਡੇ ਮਾਨ ਸਾਹਿਬ ਨੇ ਬੜਾ ਲੰਬਾ ਸਮਾਂ ਕੱਢਿਆ। ਚਲੋ ਤੁਹਾਡਾ ਪਰਿਵਾਰ ਅੱਜ ਵੀ ਅਕਾਲੀ ਹੈ, ਗਿਲੇ ਸ਼ਿਕਵੇ ਚੱਲਦੇ ਰਹਿੰਦੇ ਆ, ਪਰ ਰਹੇ ਤੁਸੀਂ ਅਕਾਲੀ ਦਲ 'ਚ ਰਹਿਣ ਨੂੰ ਲੈ ਕੇ ਉਹਨਾਂ ਦੀ ਕੀ ਸੋਚ ਸੀ? ਵਜ੍ਹਾ ਕੀ ਸੀ ਕਿ ਲਗਾਤਾਰ, ਹਾਲਾਂਕਿ ਪਤਾ ਇਹ ਵੀ ਲੱਗਿਆ ਕਿ ਉਸ ਦੌਰ ਦੇ ਅੰਦਰ ਦੂਜੀਆਂ ਪਾਰਟੀਆਂ ਵੱਲੋਂ ਉਹਨਾਂ ਨੂੰ ਆਫਰਸ ਵੀ ਆਉਂਦੀਆਂ ਸੀ। ਦੇਖੋ, ਅਕਾਲੀ ਦਲ ਜਿਹੜਾ ਹੈਗਾ ਨਾ, ਇਹ 100 ਸਾਲ ਪੁਰਾਣੀ ਪਾਰਟੀ ਹੈ, ਔਰ ਇਹਦਾ ਇਤਿਹਾਸ ਹੈ। ਕੋਈ ਰਾਤੋਂ ਰਾਤ ਸੋਸ਼ਲ ਮੀਡੀਆ ਤੇ ਝੂਠ ਮਾਰ ਕੇ ਬਣੀ ਪਾਰਟੀ ਨਹੀਂ ਗੀ। ਇਹਨੂੰ ਸਾਡੇ ਪੁਰਖਿਆਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਪਾਰਟੀ ਨੂੰ ਖੜਾ ਕੀਤਾ, ਬੜਾ ਸਟਰਗਲ ਕੀਤਾ ਅਕਾਲੀ ਦਲ ਨੇ ਔਰ ਪੁਰਖਿਆਂ ਨੇ, ਸਾਡਿਆਂ ਨੇ, ਸਾਰਿਆਂ ਨੇ ਜੀ। ਤੇ ਇਹਦਾ ਮੈਂਬਰ ਹੋਣਾ ਫਖਰ ਵਾਲੀ ਗੱਲ ਹੈ। ਮੈਂ ਤੁਹਾਨੂੰ ਦੱਸਿਆ ਵੀ ਜਿੱਥੇ ਪਿਆਰ ਹੋਊਗਾ
ਉੱਥੇ ਕਿਤੇ ਨਾਰਾਜ਼ਗੀ ਵੀ ਹੋ ਜਾਂਦੀ ਹੈ, ਗਿਲਾ ਸ਼ਿਕਵਾ ਵੀ ਹੋ ਜਾਂਦਾ ਹੈ। ਪਰ ਪਾਰਟੀ ਪ੍ਰਤੀ ਕਦੇ ਵੀ ਸਾਡੇ ਮਨ ਦੇ ਵਿੱਚ ਨਹੀਂ ਆਇਆ ਵੀ ਅਸੀਂ ਪਾਰਟੀ ਤੋਂ ਦੂਰ ਹੋਣਾ ਹੈ। ਜੇ ਸਾਡੀ ਨਾਰਾਜ਼ਗੀ ਚੁੱਪ ਕਰਕੇ ਘਰੇ ਬੈਠ ਗਏ ਹੈ। ਜਿੱਥੇ ਤੱਕ ਆਫਰਾਂ ਦੀ ਸਵਾਲ ਹੈ, ਮੈਨੂੰ ਯਾਦ ਹੈ ਮਨਮੋਹਨ ਸਿੰਘ ਦੀ ਸਰਕਾਰ ਸੀਗੀ ਅਤੇ ਅਸੀਂ ਆਪਦਾ ਤੁਹਾਨੂੰ ਦੱਸਿਆ ਵੀ ਦੂਰੀ ਬਣਾਈ ਹੋਈ ਸੀ ਸਰਗਰਮ ਸਿਆਸਤ ਤੋਂ, ਅਤੇ ਬਹੁਤ ਵੱਡੀਆਂ ਵੱਡੀਆਂ ਆਫਰਾਂ ਜਿਹੜੀਆਂ ਕਹਿ ਸਕਦੇ ਹਾਂ ਵੀ 100 ਕਰੋੜ ਰੁਪਏ ਦੀ ਆਫਰ ਸੀ ਸਾਡੇ ਸਵਰਗਵਾਸੀ ਪਿਤਾ ਨੂੰ। ਅੱਛਾ। ਵੀ ਮਨਮੋਹਨ ਸਿੰਘ ਨੂੰ ਵੋਟ ਕਰ ਦਿਓ ਅਤੇ ਤੁਹਾਨੂੰ ਟਿਕਟ ਵੀ ਦਿੱਤੀ ਜਾਊਗੀ ਔਰ 100 ਕਰੋੜ ਰੁਪਈਆ ਕਹਿੰਦੇ ਤੁਹਾਨੂੰ ਦੇ ਦਿਆਂਗੇ। ਅਤੇ ਉਹਨਾਂ ਦਾ ਇੱਕੋ ਹੀ ਜਵਾਬ ਸੀਗਾ ਕਿ ਮੇਰੀ ਵੋਟ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮਾਨਤ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਾਨਤ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਟੈਲੀਫੋਨ ਕਰਾ ਦਿਓ ਜਾਂ ਚਿੱਠੀ ਲਿਆ ਦਿਓ ਅਤੇ ਵੋਟ ਤੁਹਾਨੂੰ ਪੈ ਜਾਊਗੀ। ਨਹੀਂ, ਜਿੱਦੇ ਤੁਹਾਡੀ ਟਿਕਟ 'ਤੇ ਇਲੈਕਸ਼ਨ ਜਿੱਤਾਂਗੇ ਉਹਦੇ ਵੋਟ ਹੈ ਤੁਹਾਡੀ ਮਾਨਤ ਹੋਊਗੀ। ਇਹ ਜਵਾਬ ਸੀ ਮੇਰੇ ਸਵਰਗਵਾਸੀ ਪਿਤਾ ਦਾ, ਕਾਂਗਰਸ ਪਾਰਟੀ ਦਾ, ਜਿਨ੍ਹਾਂ ਨੇ ਆ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਉਦੋਂ ਗੱਲਬਾਤ ਹੁੰਦੀ ਰਹੀ ਹੈ, ਸਾਰੇ ਅਪਰੋਚ ਕਰਦੇ ਰਹੇ ਹੈ, ਪਰ ਉਹਨਾਂ ਨੇ ਠੋਕ ਕੇ ਜਵਾਬ ਦਿੱਤਾ ਸੀਗਾ। ਮੈਨੂੰ ਉਹਨਾਂ ਨੇ ਉਦਾਹਰਨ ਦਿੱਤੀ, ਕਹਿੰਦੇ ਵੀ ਤੁਹਾਨੂੰ ਲੋੜ ਆ ਅੱਜ 10 ਲੱਖ ਰੁਪਏ ਦੀ, ਕਹਿੰਦੇ ਕਿ ਤੁਹਾਡੇ ਨਾਲ 100 ਬੰਦਾ ਖੜਾ 10-10 ਹਜ਼ਾਰ ਰੁਪਈਆ ਪਾ ਕੇ ਤੁਹਾਨੂੰ ਘੰਟੇ 'ਚ 10 ਲੱਖ ਰੁਪਈਆ ਇਕੱਠਾ ਕਰਕੇ ਲਿਆ ਦੇਣਗੇ। ਅਤੇ ਜੇ ਤੁਹਾਡੇ ਕੋਲ 10 ਲੱਖ ਰੁਪਈਆ ਹੈ ਅਤੇ ਤੁਸੀਂ ਕਿਸੇ ਬੰਦੇ ਨੂੰ ਫੜਾ ਦਿਓ, ਮੈਨੂੰ 100 ਵਫਾਦਾਰ ਬੰਦਾ ਲਿਆ ਦਿਓ, ਕਦੇ ਇੱਕ ਨਹੀਂ ਆਉਂਦਾ 10 ਲੱਖ 'ਚ। ਕਹਿੰਦੇ ਜਿਹੜੀ ਉਹਨਾਂ ਨੇ ਮੈਨੂੰ ਸਿੱਖਿਆ, ਮੈਨੂੰ ਅੱਜ ਵੀ ਯਾਦ ਆ ਉਹਨਾਂ ਦੀ ਉਹ ਗੱਲ ਵੀ ਕਹਿੰਦੇ ਬੰਦਿਆਂ ਦੇ ਨਾਲ ਖੜਨਾ ਹੈ, ਤੁਹਾਨੂੰ ਚਾਹੇ ਕੀਮਤ ਚੁਕਾਉਣੀ ਪਵੇ, ਘਾਟਾ ਚੱਲਣਾ ਪਵੇ, ਬੰਦੇ ਨਹੀਂ ਛੱਡਣੇ ਹੈਗੇ। ਤੁਹਾਡਾ ਛੋਟਾ ਨਾਂ ਜਿਹੜਾ ਨੋਨੀ ਹੈ, ਇਹ ਮਾਨ ਸਾਹਿਬ ਨੇ ਰੱਖਿਆ ਸੀ? ਹਾਂਜੀ, ਸਾਡਾ ਮੇਰਾ ਵੀ ਸਾਰਿਆਂ ਦਾ ਛੋਟਾ ਨਾਂ, ਜਿਵੇਂ ਕੈਸ਼ ਦਾ ਚਾਚਾ ਜੀ ਦਾ ਬੇਟਾ ਹੈ, ਗੋਖਾ ਹੈ, ਇਹ ਸਾਰੇ ਨਿਕਨੇਮ ਲਾਡ ਨਾਲ ਉਹੋ ਹੀ ਰੱਖਦੇ ਸੀਗੇ। ਇਹ ਛੋਟਾ ਬ੍ਰਦਰ ਹੈ ਜੀ, ਉਹ ਵੀ ਮਾਨ। ਸਤਿ ਸ਼੍ਰੀ ਅਕਾਲ ਜੀ। ਇਹ ਮੇਰੀ ਡਾਟਰ ਇਨ ਲਾ ਹੈ। ਸਤਿ ਸ਼੍ਰੀ ਅਕਾਲ ਜੀ। ਮੀਤ ਮਾਨ ਜੀ। ਇਹ ਬੇਟਾ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਮੁਬਾਰਕਾਂ ਜੀ। ਇਹ ਮੇਰੀ ਛੋਟੀ ਸਿਸਟਰ ਹੈ ਜੀ। ਰਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ। ਇਹ ਛੋਟਾ ਬ੍ਰਦਰ ਹੈ ਗੁਰਸੇਵਕ ਸਿੰਘ ਔਰ ਕੈਚ ਮਾਨ। ਸਤਿ ਸ਼੍ਰੀ ਅਕਾਲ ਸਾਹਿਬ। ਸਭ ਤੋਂ ਪਹਿਲਾਂ ਮਾਨ ਸਾਹਿਬ ਫਿਰ ਗ੍ਰਹਿ ਮੰਤਰਾਲੇ ਤੋਂ ਸ਼ੁਰੂ ਕਰ ਲੈਂਦੇ ਹਾਂ। ਵੈਸੇ ਤਾਂ ਭੈਣ ਜੀ ਕਹਿੰਦੇ ਆ ਨਾ ਵੀ ਬਾਹਰ ਤਾਂ ਲੀਡਰਾਂ ਦਾ ਰੁਤਬਾ ਹੁੰਦਾ, ਪਰ ਘਰੇ ਆ ਕੇ ਕਹਿੰਦੇ ਵੱਡੀਆਂ ਵੱਡੀਆਂ ਪਾਵਰਾਂ ਜਿਹੜੀਆਂ ਉਹ ਡਿਸਮਿਸ ਹੋ ਜਾਂਦੀਆਂ, ਇਹ ਸੱਚਾਈ ਹੈ? ਨਹੀਂ, ਇੱਦਾਂ ਤਾਂ ਨਹੀਂ ਕਹਿ ਸਕਦੇ। ਜੋ ਮਾਨ ਸਾਹਿਬ ਦੇ ਅਸੂਲ ਹੈ ਉਹ ਅਸੂਲ ਹੈ। ਮਤਲਬ ਘਰ 'ਚ ਹੁੰਦਾ ਹਸਬੈਂਡ ਵਾਈਫ ਦਾ ਜੋ ਰਿਸ਼ਤਾ ਬਣਿਆ ਹੋਇਆ ਹੈ, ਅਤੇ ਮਤਲਬ ਇਹ ਪਹਿਲਾਂ ਹਮੇਸ਼ਾ ਹਲਕੇ ਨੂੰ ਪ੍ਰੈਫਰੈਂਸ ਦਿੰਦੇ। ਕਈ ਗੱਲਾਂ ਤੇ ਸਾਡੀ ਹੋ ਜਾਂਦੀ ਹੈ ਨੋਕ ਝੋਕ, ਪਰ ਮਤਲਬ ਸਾਨੂੰ ਵੀ ਇਹ ਹੁੰਦਾ ਕਿ ਜੇ ਲੱਗੇ ਹੋਇਆ ਤਾਂ ਅਸੀਂ ਇਹਨਾਂ ਦੇ ਨਾਲ ਪਿੱਛੇ ਅਸੀਂ ਇਹਨਾਂ ਦਾ ਸਹਿਯੋਗ ਦੇਣਾ ਹੈ। ਸੁਭਾਅ ਨੂੰ ਲੈ ਕੇ ਮਾਨ ਸਾਹਿਬ ਦੇ ਨੂੰ ਕਈ ਧਾਰਨਾਵਾਂ, ਪਰ ਕਹਿੰਦੇ ਬੰਦੇ ਦੇ ਸੁਭਾਅ ਦੇ ਬਾਰੇ ਸਭ ਤੋਂ ਜ਼ਿਆਦਾ ਵਾਈਫ ਚੰਗੀ ਤਰ੍ਹਾਂ ਜਾਣਦੀ ਹੁੰਦੀ ਹੈ। ਤੁਸੀਂ ਦੱਸੋ ਸੁਭਾਅ ਕਿੱਦਾਂ ਦਾ? ਸਾਡੇ ਨਾਲ ਤਾਂ ਜੋ ਹੈ ਸੋ ਹੈ, ਕਦੇ ਹੁੰਦੀ ਹੈ ਚਲੋ, ਅਤੇ ਪਰ ਇਹਨਾਂ ਦਾ ਹਮੇਸ਼ਾ ਇਹ ਹੁੰਦਾ ਕਿ ਜੋ ਮੈਂ ਹਲਕੇ ਲਈ ਕਰ ਰਿਹਾ ਉਹ ਤੁਸੀਂ ਉਹਦੇ ਵਿੱਚ ਕੋਈ ਮਤਲਬ ਆਪਦਾ ਰੱਖਣਾ ਨਹੀਂ, ਜੋ ਕਰਦਾ ਤੁਸੀਂ ਆਪਣੇ ਆਪ ਕੰਟਰੋਲ ਕਰਨਾ ਹੈ। ਅਤੇ ਚਾਚਾ ਜੀ ਹੈ ਸਾਡੇ, ਮੈਂ ਅਤੇ ਚਾਚਾ ਜੀ ਹਮੇਸ਼ਾ ਘਰ 'ਚ ਜੋ ਵੀ ਕੋਈ ਕੰਮ ਹੈ ਅਸੀਂ ਕਹਿੰਦੇ ਇਹਨਾਂ ਨੂੰ ਕਿ ਇਹ ਕਰਨ ਵਾਲਾ, ਇਹ ਕਹਿੰਦੇ ਤੁਸੀਂ ਚਾਚਾ ਜੀ ਨੂੰ ਕਹੋ, ਤੁਸੀਂ ਜਾਣੋ ਨਾ ਜਾਣੋ, ਮੈਂ ਤਾਂ ਬਿਜ਼ੀ ਹਾਂ। ਦੋ ਖੂਬੀਆਂ ਔਰ ਦੋ ਖਾਮੀਆਂ? ਖੂਬੀਆਂ ਤਾਂ ਚਲੋ ਖੂਬੀਆਂ ਖਾਮੀਆਂ ਸਭ ਸਾਨੂੰ ਐਡਜਸਟ ਕਰਨੀਆਂ ਪੈਂਦੀਆਂ। ਅਤੇ ਸਾਨੂੰ ਮਤਲਬ ਜੇ ਅਸੀਂ ਬਹੁਤ ਕਹਿੰਦੇ ਹਾਂ, ਕਈ ਵਾਰ ਅਸੀਂ ਬੋਰ ਹੋ ਗਏ ਤੁਹਾਡੇ ਹਲਕੇ ਦੇ ਕੰਮ, ਇੱਦਾਂ ਥੋੜ੍ਹਾ ਟਾਈਮ ਕੱਢਦੇ ਹੈ, ਲੈ ਕੇ ਵੀ ਜਾਂਦੇ ਆ ਸਾਨੂੰ ਘੁਮਾਉਣ ਲਈ, ਸ਼ਾਪਿੰਗ ਵੀ ਕਰਾਉਂਦੇ ਆ, ਕਦੇ ਬਾਹਰ ਡਿਨਰ ਵੀ ਕਰਦੇ ਹਾਂ, ਅਸੀਂ ਮੂਵੀਜ਼ ਵਗੈਰਾ ਵੀ ਇਕੱਠੇ ਜਾਂਦੇ। ਚਲੋ ਹੁਣ ਤਾਂ ਕਰੋਨਾ ਦਾ ਕਰਕੇ ਚੱਲ ਰਿਹਾ। ਹਾਂਜੀ ਬੌਬੀ ਬਾਈ ਜੀ, ਕਹਿੰਦੇ ਜਿਹੜੇ ਭਾਈ ਹੁੰਦੇ ਆ ਛੋਟੇ ਹੁੰਦੇ, ਜੁੰਡੋ ਜੁੰਡੀ ਵਾਲਾ ਮਾਹੌਲ ਵੀ ਚੱਲਦਾ ਅਤੇ ਪਿਆਰ ਵੀ ਬਹੁਤ ਚੱਲਦਾ। ਹੁਣ ਦੀ ਗੱਲ ਛੱਡ ਕੇ ਮੈਂ ਚਾਹੁੰਦਾ ਬਚਪਨ ਦੀ ਕੋਈ ਗੱਲ ਸੁਣਾਓ, ਕਿਉਂਕਿ ਮੈਂ ਮਾਨ ਸਾਹਿਬ ਨੂੰ ਤਾਂ ਬੜਾ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਕੋਈ ਸ਼ਰਾਰਤ ਆਪਦੀ ਦੱਸੀ ਨਹੀਂ ਹੈ। ਤੁਸੀਂ ਆਪਦੀ ਜ਼ਬਾਨੀ ਕੋਈ ਗੱਲ ਸੁਣਾਓ। ਬਚਪਨ ਦੀ ਹੈ, ਭਾਈ ਸਾਹਿਬ ਮੇਰੇ ਤੋਂ 8 ਸਾਲ ਵੱਡੇ ਹੈ। ਅੱਛਾ। ਅਤੇ MP ਸਾਹਿਬ ਜ਼ਿਆਦਾਤਰ ਬਾਹਰ ਹੀ ਰਹੇ ਆ ਪੋਲੀਟਿਕਸ ਦੇ ਵਿੱਚ, ਅਤੇ ਇਹਨਾਂ ਦੇ ਹੱਥਾਂ 'ਚ ਹੀ ਪਲੇ ਆ ਭਾਈ ਸਾਹਿਬ ਦੇ। ਸਾਰਾ ਕੁਝ ਇਹਨਾਂ ਤੋਂ ਸਿੱਖਿਆ।
ਚਲੋ ਮਾਂ ਪਿਓ ਤੋਂ ਸਿੱਖਦਾ ਹੀ ਸਿੱਖਦਾ ਬੱਚਾ ਆਪਦੇ, ਪਰ ਭਾਈ ਸਾਹਿਬ ਤੋਂ ਵੀ ਬਹੁਤ ਸਿੱਖਣ ਨੂੰ ਮਿਲਿਆ, ਕਿਉਂਕਿ ਵੱਡੇ ਸੀ ਉਮਰ 'ਚ, ਪਿਤਾ ਦੇ ਸਮਾਨ ਹੈ। ਪਿਤਾ ਜੀ ਦੇ ਚਲੇ ਜਾਣ ਤੋਂ ਬਾਅਦ ਵੀ ਬਹੁਤ ਕੁਝ ਸਿੱਖਿਆ। ਹਾਂਜੀ ਕੈਸ਼ ਬਾਈ, ਛੋਟਾ ਕਹਿੰਦੇ ਸਭ ਤੋਂ ਲਾਡਲਾ ਹੁੰਦਾ ਹੈ, ਤੇ ਤੁਹਾਡੀਆਂ ਬੌਂਡਿੰਗਸ ਕਿਵੇਂ ਆ ਫਿਰ ਬਾਈ ਜੀ ਨਾਲ? ਲਾਡਲੇ ਵਾਲੀਆਂ ਅੱਛਾ, ਬਿਲਕੁਲ। ਬਾਪ ਦਾ ਰੋਲ ਅਦਾ ਕੀਤਾ ਇਹਨਾਂ ਨੇ ਮੇਰੀ ਜ਼ਿੰਦਗੀ 'ਚ, ਬਾਪ ਦਾ ਸਹੀ ਮੈਨੇ 'ਚ। ਤੇ ਇਹੀ ਕਿਹਾ ਜਾ ਸਕਦਾ, ਇਹ ਤੋਂ ਵੱਧ ਮੇਰੇ ਕੋਲ ਲਫ਼ਜ਼ ਹੈ ਨਹੀਂ ਗੇ। ਕੋਈ ਖਾਸ ਯਾਦਗਾਰ ਬਾਈ ਹੋਰਾਂ ਦੇ ਨਾਲ, ਖਾਸ ਤੌਰ ਤੇ ਮਾਨ ਸਾਹਿਬ ਦੇ ਜਾਣ ਤੋਂ ਬਾਅਦ? ਮਾਨ ਸਾਹਿਬ ਦੇ ਜਾਣ ਤੋਂ ਬਾਅਦ ਜੇ ਮੈਂ ਗੋਡੀਆਂ ਥਲਾਉਣਾ ਤਾਂ ਇਹਨਾਂ ਦੇ ਹੀ ਲਾਉਂਦਾ ਹੈ। ਹੋਰ ਮੈਨੂੰ ਲੱਗਦਾ ਨਹੀਂ ਆ ਕਿ ਮੈਂ ਸਹੀ ਮੈਨੇ ਦੇ ਵਿੱਚ ਜੇ ਆਪਦੇ ਫਾਦਰ ਨੂੰ ਦੇਖਿਆ ਤਾਂ ਇਹਨਾਂ 'ਚ ਦੇਖਿਆ। ਇਹ ਭਾਵੁਕ ਹੋਣ ਦੀ ਇਹੀ ਵਜ੍ਹਾ ਹੈ ਕਿ ਤੁਹਾਡੀਆਂ ਬੌਂਡਿੰਗਸ ਬਹੁਤ ਜ਼ਿਆਦਾ ਲੱਗਦੀਆਂ ਮੈਨੂੰ? ਹੈਗੀਆਂ। ਇਹਦੇ ਵਿੱਚ ਕੋਈ ਸ਼ੰਕਾ ਮੇਰੇ ਵੰਚ ਤਾਂ ਹੈ ਨਹੀਂ ਵੀ ਹੈ ਨਹੀਂ, ਤੇ ਮੈਨੂੰ ਲੱਗਦਾ ਨਹੀਂ ਕਿ ਬਹੁਤ ਧੰਨਵਾਦ, ਮੈਂ ਸਮਝ ਸਕਦਾ ਤੁਹਾਡੀਆਂ ਭਾਵਨਾਵਾਂ ਨੂੰ। ਭੈਣ ਜੀ, ਤੁਸੀਂ ਕੀ ਕਹਿਣਾ ਚਾਹੋਗੇ ਮਾਨ ਸਾਹਿਬ ਦੇ ਬਾਰੇ? ਸਾਡੇ ਸਤਿਕਾਰਯੋਗ ਵੱਡੇ ਵੀਰ ਹੈ ਹਾਂ। ਤੇ ਸਾਡੇ ਫਾਦਰ ਸਾਹਿਬ ਦੀ ਜਗ੍ਹਾ ਵੀ ਲੈਂਦੇ, ਜਿਵੇਂ ਦੱਸਿਆ ਬੌਬੀ ਨੇ, ਕੈਸ਼ ਨੇ, ਸਾਡੇ ਸਿਰ ਤੇ ਵੀ ਹੱਥ ਰੱਖਦੇ ਆ। ਭਰਾ ਵਾਲਾ ਰੋਲ ਤਾਂ ਅਦਾ ਕਰਦੇ ਹੀ ਆ, ਫਾਦਰ ਵਾਲਾ ਵੀ ਕਰਦੇ ਆ। ਹਾਂਜੀ, ਕਹਿੰਦੇ ਮੈਂ ਕੀ ਗੱਲ ਕਰ ਰਿਹਾ, ਕਹਿੰਦੇ ਲੀਡਰਾਂ ਦੇ ਸਾਹਿਬਜ਼ਾਦੇ ਜਿਹੜੇ ਆ ਉਹ ਬੜੇ ਪੈਂਪਰਡ ਹੁੰਦੇ ਆ, ਪਰ ਤੁਹਾਡੀ ਪਰਵਰਿਸ਼ ਫਿਰ ਕਿਸ ਦੌਰ 'ਚ ਹੋਈ ਆ? ਪਹਿਲਾਂ ਤਾਂ ਇਹ MP ਸਾਹਿਬ ਦਾ ਹੀ ਸੀਗਾ ਕਿ ਦਾਦਾ ਜੀ ਨੂੰ ਵੀ ਬਹੁਤ ਘੱਟ ਕਰ ਦੇਖਿਆ, ਉਵੇਂ ਫਿਰ ਮਾਨ ਸਾਹਿਬ ਦਾ ਦੇਖਿਆ। ਮੈਂ ਜ਼ਿਆਦਾਤਰ ਬਾਹਰ ਹੀ ਰਿਹਾ। ਮੇਰੀ ਪੜ੍ਹਾਈ ਪਹਿਲਾਂ ਮੈਂ 10+2 ਵੀ ਚੰਡੀਗੜ੍ਹ ਤੋਂ ਕੀਤੀ ਹੈ, ਫਿਰ ਮੈਂ ਇੰਜੀਨੀਅਰਿੰਗ ਕੀਤੀ, ਫਿਰ ਮੈਂ MBA ਕੀਤੀ। ਥੋੜ੍ਹੀ ਦੇਰ ਮੈਂ ਬਾਹਰ ਵੀ ਰਹਿ ਕੇ ਆਇਆ। ਇੱਥੇ ਤਾਂ ਮੈਂ ਬਹੁਤ ਘੱਟ ਵਿਚਰਿਆ, ਹੁਣ ਮੈਂ ਵਿਚਰਨਾ ਸ਼ੁਰੂ ਕੀਤਾ। ਹੁਣ ਜਦੋਂ ਮੌਕਾ ਮਿਲਿਆ, ਹੁਣ ਦੇਖਦੇ ਹਾਂ ਵੀ ਮਾਨ ਸਾਹਿਬ ਦਾ ਘਰੇ ਹੱਥ ਲੋੜ ਹੈ ਵੰਡਾਉਣ ਦੀ, ਉਦੋਂ ਫਿਰ ਹੁਣ ਘਰ 'ਚ ਤੁਰਨਾ, ਘਰ ਦੇ ਰਿਸ਼ਤੇਦਾਰੀਆਂ 'ਚ ਮਾਨ ਸਾਹਿਬ ਤੋਂ ਪਹੁੰਚਿਆ ਨਹੀਂ ਜਾਂਦਾ ਹਲਕੇ ਕਰਕੇ। ਉੱਥੇ ਹੁਣ ਜਾ ਕੇ ਮਦਰ ਦੇ ਨਾਲ, ਵਾਈਫ ਨਾਲ ਸਾਰੇ ਕਿਤੇ ਪਹੁੰਚਦੇ ਆ, ਉਹ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰ। ਜਦੋਂ ਮਾਲਵੇ ਤੋਂ ਮੁੰਡੇ ਚੰਡੀਗੜ੍ਹ ਪੜ੍ਹਦੇ ਆ ਤਾਂ ਮਗਰੋਂ ਬਾਪੂ ਖਿਚਾਈ ਬਹੁਤ ਕਰਦੇ ਆ, ਫਿਰ ਮਾਨ ਸਾਹਿਬ ਦਾ ਤੁਹਾਡੇ ਨਾਲ ਕਿਵੇਂ ਰਵੱਈਆ ਸੀ? ਨਹੀਂ, ਮੈਨੂੰ ਇਹੋ ਜਿਹੀ ਕੋਈ ਗੱਲ ਨਹੀਂ। ਦਾਦਾ ਜੀ ਨੇ ਵੀ, ਚਾਚਾ ਜੀ ਹੋਰੀ ਵੀ ਹੈ, ਕਦੇ ਮੈਨੂੰ ਕੋਈ ਗੱਲ ਉਹੋ ਜਿਹੀ ਟੋਕਿਆ ਨਹੀਂ, ਕੋਈ ਕੁਛ ਨਹੀਂ। ਚੰਡੀਗੜ੍ਹ ਤੋਂ ਪੜ੍ਹ ਲਿਖ ਕੇ ਸਾਰਾ ਆਪਦਾ ਉੱਥੋਂ ਕੰਮਕਾਰ ਸਮੇਟ ਕੇ ਹੁਣ ਮੈਂ ਇੱਥੇ ਪਿੰਡ ਆਇਆ ਹੋਇਆ ਜੀ। 1.5-2 ਸਾਲ ਹੋ ਗਏ ਮੈਂ ਇੱਥੇ ਸ਼ਿਫਟ ਹੋ ਗਿਆ ਜੀ। ਹਾਂਜੀ। ਭੈਣ ਜੀ, ਤੁਸੀਂ ਕਹਿ ਲਓ ਕਿ ਇੱਕ ਪੋਲੀਟੀਕਲ ਫੈਮਿਲੀ ਦੀ ਨੌਂ ਬਣੇ ਹੋ, ਤਾਂ ਸਭ ਤੋਂ ਪਹਿਲਾਂ ਤਾਂ ਮਾਹੌਲ ਕਿਸ ਤਰ੍ਹਾਂ ਦਾ ਲੱਗਦਾ, ਔਰ ਸਭ ਤੋਂ ਵੱਡੀ ਜਿਹੜੀ ਤੁਹਾਨੂੰ ਖਾਸੀਅਤ ਜਾਂ ਖੂਬੀ ਇਸ ਫੈਮਿਲੀ ਦੀ ਲੱਗੀ ਉਹ ਕੀ ਹੈ? ਆਈ ਥਿੰਕ ਸਭ ਬਹੁਤ ਹੀ ਜ਼ਿਆਦਾ ਫਰੈਂਡਲੀ ਅਤੇ ਵੈਲਕਮਿੰਗ ਸੀ। ਮੈਨੂੰ ਬਿਲਕੁਲ ਵੀ ਓਪਰਾਪਨ ਨਹੀਂ ਲੱਗਿਆ ਪਹਿਲੇ ਦਿਨ ਤੋਂ ਹੀ। ਹਾਂ। ਐਂਡ ਰਹੀ ਗੱਲ ਪੋਲੀਟੀਕਲ ਫੈਮਿਲੀ ਦੀ, ਥੋੜਾ ਚੇਂਜ ਤਾਂ ਹੈ, ਪਰ ਅੱਛਾ ਚੇਂਜ ਹੈ। ਕਿਵੇਂ ਲੱਗਦਾ ਜਦੋਂ ਬਾਹਰ ਮੂਹਰੇ ਸਵੇਰੇ ਰੌਣਕ ਮੇਲਾ ਲੱਗਿਆ ਪਿਆ ਹੁੰਦਾ? ਬਹੁਤ ਅੱਛਾ ਲੱਗਦਾ ਜੀ। ਹਾਂਜੀ। ਤੁਹਾਡੇ ਫਾਦਰ ਇਨ ਲਾ ਦੀਆਂ ਕੋਈ 2 ਕੁਆਲਿਟੀਜ਼ ਜਿਹੜੀਆਂ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀਆਂ ਹੋਣ? ਪਾਪਾ ਬਹੁਤ ਹੀ ਜ਼ਿਆਦਾ, ਇੱਕ ਤਾਂ ਸਾਡੇ ਨਾਲ ਮਜ਼ਾਕੀਆ ਅਤੇ ਬਹੁਤ ਲੇਡ ਬੈਕ ਰਹਿੰਦੇ, ਸਾਨੂੰ ਨਹੀਂ ਕੋਈ ਵੀ ਟੈਨਸ਼ਨ ਦਿੰਦੇ। ਅਤੇ ਦੂਸਰਾ ਕਿ ਉਹ ਬਾਹਰ ਇੰਨਾ ਬਿਜ਼ੀ ਰਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਘਰ ਦਾ ਪਤਾ ਹੁੰਦਾ ਕਿ ਕੌਣ ਕੀ ਕਰ ਰਿਹਾ, ਜਾਂ ਮਤਲਬ ਹਾਂ। ਮੈਂ ਭੈਣ ਜੀ ਤੋਂ ਪੁੱਛਦਾ, ਇਹ ਬਿਲਕੁਲ ਸੱਚ ਹੈ ਕਿ ਸਿਰਫ ਕੈਮਰੇ ਚੱਲ ਰਹੇ ਤਾਂ ਕਰਕੇ? ਬਹੁਤ ਜ਼ਿਆਦਾ ਪਿਆਰ ਦਿੰਦੇ ਆ ਜੀ ਇਹਨਾਂ ਨੂੰ, ਈਵਨ ਕਿ ਨਹੀਂ, ਟਾਈਮ ਵਾਲੀ ਗੱਲ, ਪਿਆਰ ਵਾਲੀ ਗੱਲ ਤਾਂ ਮੈਨੂੰ ਪਤਾ, ਤੁਸੀਂ ਟਾਈਮ ਵਾਲੀ ਗੱਲ ਦੱਸੋ। ਟਾਈਮ ਦਿੰਦੇ ਆ ਜੀ। ਸ਼ਾਮ ਨੂੰ ਅਸੀਂ ਇਕੱਠੇ ਡਿਨਰ ਕਰਦੇ ਆ, ਬੈਠਦੇ ਆ, ਈਵਨ ਕਿ ਅਸੀਂ ਮਤਲਬ ਆਪਣੇ ਇੰਜੋਏ ਲਈ ਕਦੇ ਤਾਸ਼ ਖੇਲਦੇ ਆ ਜਾਂ ਕਿਤੇ ਲੁੱਡੋ, ਮਤਲਬ ਉਹ ਬੱਚਿਆਂ ਨਾਲ ਬੈਠ ਕੇ। ਮਾਨ ਸਾਹਿਬ, ਪਰਿਵਾਰਕ ਗੱਲਾਂ ਬਾਤਾਂ ਹੋ ਗਈਆਂ, ਹੁਣ ਪੋਲੀਟੀਕਲ ਪਿੱਛੇ ਪੜ ਗਏ ਆਪਾਂ। ਮੈਂ ਨਾ ਮਸਲੇ ਬਹੁਤ ਹੈਗੇ ਆ। ਤੁਹਾਡੇ ਭਾਈ ਵਾਲੀਆਂ ਕਿਹੜੀਆਂ ਗੱਲਾਂ ਤੁਹਾਨੂੰ ਤੁਹਾਡੇ ਭਤੀਜੇ 'ਚ ਲੱਗਦੀਆਂ? ਤਕਰੀਬਨ ਸਾਰੀਆਂ ਹੀ ਹੈ, ਜਿਹੜੀਆਂ ਉਹ ਆ ਕੇ ਗਏ ਸੀ ਨਾ, ਸਾਰੀਆਂ ਹੀ ਨੋਟ ਕਰ ਲਈਆਂ ਇਹਨੇ ਸਾਰੀਆਂ ਹੀ ਆ, ਇਹਦੇ 'ਚ ਕੋਈ ਕਮੀ ਨਹੀਂ। ਇਹ ਮੇਰੇ ਮਾਮਾ ਜੀ ਦਾ ਬੇਟਾ ਜੀ, ਜੀ। ਸੁਖਚੈਨ ਸਿੰਘ ਸੇਖੋਂ, ਚਿਬੜਾਲੀ ਤੋਂ। ਚਿਬੜਾਲੀ ਤੋਂ ਜੀ। ਇਹ ਸਾਰਾ ਮੇਰੇ ਨਾਲ ਹੱਥ ਵਟਾਉਂਦਾ, ਮੇਰੇ ਹਲਕੇ ਦੇ ਵਿੱਚ ਸਾਰਾ ਦੇਖਦਾ ਇਹ ਜੀ। ਇਹ ਸਾਡਾ ਨੌਜਵਾਨ ਆ ਮਹਿਮੇ ਤੋਂ ਜੀ, ਯੂਥ ਦਾ ਵਰਕਰ ਆ ਸਾਡਾ ਇਹ ਸਾ ਗੁਰਦਿੱਤ ਸਿੰਘ ਆ, ਸਾਡੇ ਸਰਕਲ ਪ੍ਰਧਾਨ ਵੀ ਹੈ ਤੇ ਡੈਲੀਗੇਟ ਵੀ ਹੈ ਅਕਾਲੀ ਦਲ ਦੇ। ਔਰ ਮੇਰੇ ਫਾਦਰ ਸਾਹਿਬ ਤੋਂ ਲੈ ਕੇ ਸਾਡੇ ਪਰਿਵਾਰ ਦੇ ਨਾਲ ਖੜੇ ਆ ਜੀ। ਇਹ ਸਰ ਰਾਜ ਸਿੰਘ ਹੈ ਮਹਿਮੇ ਤੋਂ, ਇਹ ਵੀ ਬਹੁਤ ਪੁਰਾਣੇ ਤੇ ਸੀਨੀਅਰ ਅਕਾਲੀ ਵਰਕਰ ਹੈ ਵੀ ਜੀ। ਇਹ ਮਿੰਟੂ ਗਿੱਲ ਜੀ ਹੈ ਜੀ। ਇਹਦੇ ਨਾਲ ਸਾਡੇ ਪਿਛਲੇ 40 ਸਾਲਾਂ ਤੋਂ ਪਰਿਵਾਰਕ ਰਿਲੇਸ਼ਨ ਹੈ ਇਸ ਪਰਿਵਾਰ ਦੇ ਨਾਲ। ਸਰ ਨਛੱਤਰ ਸਿੰਘ ਪ੍ਰਧਾਨ ਨਾਲ ਮੇਰੇ ਸਵਰਗਵਾਸੀ ਪਿਤਾ ਦੇ ਰਿਲੇਸ਼ਨ ਸੀ, ਉਸੇ ਤਰ੍ਹਾਂ ਹੀ ਜਿਹੜਾ ਸਾਡਾ ਨਾਤਾ ਇਹ ਉਸੇ ਤਰ੍ਹਾਂ ਹੀ ਜੁੜਿਆ ਹੁੰਦਾ। ਮੈਂ ਦੇਖਦਾ ਜੀ ਐਕਟਿਵ ਬੜਿਆ। ਇਹ ਨਿਸ਼ਾਨ ਸਿੰਘ ਹੈ ਜੀ,
ਇਹ ਵੀ ਸਾਡੇ ਪਰਿਵਾਰ ਦੇ ਮੈਂਬਰ ਹੈ ਔਰ ਇਹ ਪਰਿਵਾਰ ਵੀ ਪਿਤਾ ਜੀ ਤੋਂ ਲੈ ਕੇ ਅਕਾਲੀ ਦਲ ਦੇ ਨਾਲ ਸਾਡੇ ਪਰਿਵਾਰ ਦੇ ਨਾਲ ਖੜਾ ਹੈ ਜੀ, ਚਟਾਨ ਬਣ ਕੇ। ਇਹ ਸ਼ੇਰਚੰਦ ਜੀ ਹੈ, ਸਾਡੇ ਸਰਕਲ ਪ੍ਰਧਾਨ ਵੀ ਹੈ ਤੇ ਬਾਪੂ ਦੇ ਸਾਥੀ ਵੀ ਹੈ ਇਹ ਜੀ, ਉਦੋਂ ਦੇ ਨਾਲ ਖੜੇ। ਇਹ ਲਖਵਿੰਦਰ ਸਿੰਘ ਮਹਿਮਾ ਹੈ ਜੀ, ਇਹ ਵੀ ਉਦੋਂ ਦੇ ਬਾਪੂ ਜੀ ਦੇ ਨਾਲ ਦੇ ਪਰਿਵਾਰ ਇਹ ਖੜੇ ਆ ਸਾਰੇ ਇਹ ਜੀ। ਇਹ ਹਰਜਿੰਦਰ ਸਿੰਘ ਗੁਰੂ ਹੈ ਜੀ, ਇਹ ਸਾਡੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹੈ ਗੁਰੂ ਸਾਹਿਬ ਦੇ। ਠੀਕ ਹੈ ਜੀ। ਇਹ ਪਰਿਵਾਰ ਵੀ ਪੁਰਾਣਾ, ਜਿਉਂ ਅਸੀਂ ਸੁਰਤ ਸੰਭਾਲੀ ਹੈ ਹਾਂ ਉਦੋਂ ਦਾ ਸਾਡੇ ਪਰਿਵਾਰ ਦੇ ਨਾਲ ਅਕਾਲੀ ਦਲ ਦੇ ਨਾਲ ਚੱਲ ਰਿਹਾ ਵੀ ਜੀ। ਜੀ ਇਹ ਬਲਦੇਵ ਰਾਜ ਜੀ ਕੰਬੋਜ ਹੈ, ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਹੈ ਇਹ ਜੀ। ਤੇ ਇਸੇ ਤਰ੍ਹਾਂ ਹੀ ਇਹ ਪਰਿਵਾਰ ਹੈ। ਮੈਂ ਦੇਖਿਆ ਵੀ ਜਦੋਂ ਜੋਸ਼ਨ ਸਾਹਿਬ ਵੀ ਇਲੈਕਸ਼ਨ ਲੜੇ ਸੀਗੇ ਉਦੋਂ ਵੀ ਇਹ ਪਰਿਵਾਰ ਡਟ ਕੇ ਸਾਡੇ ਨਾਲ ਖੜੇ ਸੀਗੇ ਤੇ ਅਕਾਲੀ ਦਲ ਨੇ ਵੀ ਇਹਨਾਂ ਨੂੰ ਮਾਣ ਸਤਿਕਾਰ ਦਿੱਤਾ ਵੀ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾਇਆ। ਇਹ ਵੀ ਬਹੁਤ ਪੁਰਾਣਾ ਪਰਿਵਾਰ ਆ ਸਾਡੇ ਨਾਲ ਜੀ। ਜੀ, ਕਹਿਣ ਦਾ ਭਾਵ ਇਹ ਤੁਹਾਡੀ ਕੋਰ ਟੀਮ ਹੈ ਸਾਰੀ। ਇਹ ਜਸਪ੍ਰੀਤ ਹੈ ਜੀ, ਚਾਚਾ ਜੀ ਦਾ ਬੇਟਾ ਜੀ ਇਹ। ਠੀਕ ਹੈ ਜੀ। ਇਹ ਪਿਛਲੇ 6-7 ਸਾਲਾਂ ਤੋਂ ਹਾਂ, ਨੌਕਰੀ ਛੱਡ ਕੇ ਆਪਦੀ ਇਹ ਪ੍ਰੋਫੈਸਰ ਲੱਗਿਆ ਸੀਗਾ ਅੱਛਾ। ਤੇ ਅਕਾਲੀ ਦਲ ਦੀ ਸੇਵਾ ਕਰ ਰਿਹਾ ਹੈ। ਹਾਂ, ਖਾਸ ਕਰਕੇ ਮੇਰੇ ਨਾਲ ਜਿਹੜਾ ਸਾਰਾ ਆਈਟੀ ਦਾ ਇਹ ਦੇਖਦਾ ਜਸਪ੍ਰੀਤ ਜਿਹੜਾ ਹੈਗਾ ਸਾਰਾ ਜੀ। ਇਹਨਾਂ ਦੇ ਜਿਹੜੇ ਦਾਦਾ ਜੀ ਐਸਾ ਸਾਡੇ ਬਾਬਾ ਜੀ ਸੀ ਜਿਹੜੇ ਸਾ ਕਰਨੈਲ ਸਿੰਘ, ਹਾਂ, ਉਹਨਾਂ ਨੇ ਪੰਜਾਬੀ ਸੂਬੇ ਤੋਂ ਲੈ ਕੇ ਜੇਲ੍ਹਾਂ ਕੱਟੀਆਂ ਸੀਗੀਆਂ, ਧਰਮ ਯੁੱਧ ਮੋਰਚਾ ਕੀ ਹਰੇਕ ਮੋਰਚੇ ਦੇ ਵਿੱਚ ਉਹਨੂੰ ਪਿੰਡ ਦੇ ਵਿੱਚ ਕਹਿੰਦੇ ਜਥੇਦਾਰ ਹੁੰਦੇ ਸੀ। ਇਹ ਕਰਨੈਲ ਸਿੰਘ ਕੋਈ ਨਹੀਂ ਕਹਿੰਦਾ ਸੀਗਾ, ਜਥੇਦਾਰ ਕਹਿੰਦੇ ਸੀ ਉਹਨਾਂ ਨੂੰ। ਬਹੁਤ ਵਧੀਆ ਗੱਲ ਹੈ। ਇਹ ਮੇਰਾ ਮਸੇਰ ਹੈ ਜੀ, ਇਹ ਜੀ। ਹਰਵਿੰਦਰ ਸਿੰਘ ਬਰਾੜ ਤੇ ਇਹਦੇ ਫਾਦਰ ਸਾਹਿਬ ਬਲਦੇਵ ਸਿੰਘ ਬਰਾੜ ਤੇ ਮੇਰੇ ਪਿਤਾ ਜੀ ਦੋਵੇਂ ਸਕੂਲਮੇਟ ਸੀ, ਕਲਾਸਮੇਟ ਸੀ ਤੇ ਮਿੱਤਰ ਸੀ ਆਪਸ ਵਿੱਚ ਜੀ, ਸਕੂਲ ਤੋਂ ਲਾ ਕੇ। ਅੱਛਾ ਜੀ। ਉਹਨਾਂ ਨੇ ਆਪਦੀ ਮਿੱਤਰਤਾ ਨੂੰ ਬਾਅਦ ਚ ਜਿਹੜਾ ਰਿਸ਼ਤੇਦਾਰੀ ਚ ਬਦਲਿਆ ਹੈ ਜੀ। ਤੇ ਅੱਜ ਕੱਲ੍ਹ ਇਹ ਕੈਨੇਡਾ ਸੈਟਲ ਹੈ ਜੀ। ਤੇ ਕੈਨੇਡਾ ਤੋਂ ਛੱਡ ਕੇ ਆ ਕੇ ਅਕਾਲੀ ਦਲ ਦੀ ਔਰ ਸਾਡੀ ਜਿਹੜੀ ਬਾਂਹ ਫੜਦਾ ਇੱਥੇ ਆ ਕੇ ਹਲਕੇ ਦੇ ਵਿੱਚ ਆ ਕੇ। ਬਹੁਤ ਖੂਬ ਹੈ ਜੀ। ਨਾਰਾਇਆਂ ਦੀ ਵੀ ਸਪੋਰਟ ਹੈ ਤੁਹਾਨੂੰ। ਹਾਂਜੀ। ਰਮਨ ਜੀ ਇੱਕ ਮਿੰਟ ਤੁਹਾਨੂੰ ਮਿਲਾ ਦਈਏ ਸਾਡੇ ਜਿਹੜੇ ਸੇਵਾਦਾਰ ਆ, ਆਓ ਜੀ ਇੱਧਰ। ਜੀ ਜੀ। ਇਹ ਅਮਰ ਹੈ ਜੀ, ਅੱਛਾ ਜੀ। ਮਾਸਕ ਲਾ ਦਿਓ ਮੂੰਹ ਤੋਂ ਵੀ ਮੁਰ ਜੀ। ਇਹ ਪਿਛਲੇ 25 ਸਾਲਾਂ ਤੋਂ ਪਰਿਵਾਰ ਦੀ ਸੇਵਾ ਕਰ ਰਿਹਾ ਹੈ। ਠੀਕ ਹੈ ਜੀ। ਇਹ ਕਿਸ਼ਨ ਹੈ ਜੀ। ਇਹਨੂੰ ਵੀ ਤਕਰੀਬਨ 15 ਸਾਲ ਹੋ ਗਏ ਅੱਛਾ। ਸਾਡੇ ਪਰਿਵਾਰ ਦੇ ਨਾਲ ਹੈ ਇਹ। ਠੀਕ ਹੈ ਜੀ। ਆਜੋ ਸੋਨੂ ਜੀ, ਆਜੋ ਇੱਧਰ। ਹਾਂ, ਇਹ ਸੋਨੂ ਹੈ, ਪਿਛਲੇ 10 ਸਾਲਾਂ ਤੋਂ ਲਗਾਤਾਰ ਸਾਡੀ ਸੇਵਾ ਕਰ ਰਿਹਾ ਜਿਹੜਾ। ਠੀਕ ਹੈ। ਇਹ ਮਹਿੰਦਰ ਹੈ, ਇਹ ਵੀ 15 ਸਾਲਾਂ ਤੋਂ ਸਾਡੇ ਪਰਿਵਾਰ ਦੀ ਜਿਹੜੇ ਸੇਵਾ, ਪੁਰਾਣੇ ਬੰਦੇ ਆ ਜਿਹੜੇ ਲਗਭਗ 20 ਸਾਲ ਪੁਰਾਣੇ ਬੰਦੇ ਵਫਾਦਾਰ ਬੰਦੇ ਆ ਜਿਹੜੇ। ਆ ਟਿਫਨ ਸਾਡੇ ਰੱਖੋ ਗੱਡੀ 'ਚ, ਅਸੀਂ ਜਾਣਾ ਫਿਰ। ਅੱਛਾ, ਇਹ ਫਿਰ ਨਾਲ ਚੱਲਦਾ ਜੀ ਖਾਣਾ? ਹਾਂ, ਖਾਣਾ ਨਾਲ ਚੱਲਦਾ। ਅਸੀਂ ਸਾਰਾ ਜਿਹੜਾ ਜਦੋਂ ਵੀ ਚੱਲੀਏ ਤਾਂ 5 ਵਜੇ ਜਾਣਾ ਵੀ, ਇਹਨਾਂ ਨੇ ਸਾਡਾ ਲੰਚ ਪੈਕ ਕਰਕੇ ਗੱਡੀ ਦੇ ਵਿੱਚ ਰੱਖਣਾ। ਅਸੀਂ ਖਾਈਏ ਨਾ ਖਾਈਏ, ਲੰਚ ਸਾਡਾ ਵਿੱਚ ਟਿਫਨ ਪੈਕ ਹੁੰਦਾ ਸਾਡਾ। ਇਹ ਕਰੋਨਾ ਕਰਕੇ ਆ ਜਾਂ ਆਮ? ਨਹੀਂ, ਸ਼ੁਰੂ ਤੋਂ ਰੁਟੀਨ ਆ ਸਾਡਾ ਇਹ ਵੀ ਅਸੀਂ ਪ੍ਰੈਫਰ ਕਰਦੇ ਆਂ ਵੀ ਘਰ ਦਾ ਸਾਦਾ ਖਾਣਾ ਖਾਧਾ ਜਾਵੇ ਜੀ। ਤੇ ਅਸੀਂ ਕੋਸ਼ਿਸ਼ ਹੈ ਵੀ ਸਾਡੀ ਘਰ ਦੇ ਵਿੱਚ ਵੀ ਜਿਹੜਾ ਇਹ ਘਰ ਦਾ ਖਾਣਾ ਹੀ ਸਵੇਰ ਪੈਕ ਕਰਾ ਕੇ ਚੱਲਦੇ ਹਾਂ। ਹੁਣ ਆਪਾਂ ਫਿਰ ਚੱਲੇ ਕਿੱਥੇ ਜੀ? ਹੁਣ ਆਪਾਂ ਤੁਹਾਨੂੰ ਪਹਿਲਾਂ ਤਾਂ ਸਕੂਲ ਦਿਖਾਉਣੇ ਆ ਜੀ। ਠੀਕ ਹੈ ਜੀ। ਜਿਹੜਾ ਆਪਾਂ ਗੱਡੀ ਜੀ ਪ੍ਰੈਕਟੀਕਲ ਗੱਲਬਾਤ ਕਰ ਲੈਂਦੇ ਤੇ ਬਾਕੀ ਤੁਹਾਨੂੰ ਮੈਂ ਖੇਤ ਦਿਖਾਉਣਾ ਸਾਡਾ। ਜੀ ਜੀ ਜੀ। ਇਹ ਸ਼ਮਿੰਦਰ ਸਿੰਘ ਗੋਗੀ ਹੈ ਜੀ, ਜੀ। ਸਾਡੇ ਨਾਲ ਪਿੰਡ ਹੈ ਕਾਲਗੜ੍ਹ, ਉੱਥੋਂ ਦਾ ਸਰਪੰਚ ਹੈ। ਠੀਕ ਹੈ ਜੀ। ਔਰ ਹਲਕਾ ਮੁਕਤਸਰ ਦਾ ਸਰਕਲ ਪ੍ਰਧਾਨ ਹੈ ਜੀ। ਔਰ ਐਡਾ ਮਿਹਨਤੀ ਹੈ, ਆੜਤ ਦਾ ਕੰਮ ਕਰਦਾ ਹੈ, ਖੇਤੀਬਾੜੀ ਦਾ ਕੰਮ ਕਰਦਾ ਹੈ ਔਰ ਨਾਲ ਦੋਵਾਂ ਹਲਕਿਆਂ ਦੇ ਵਿੱਚ ਅਕਾਲੀ ਦਲ ਦੀ ਸੇਵਾ ਕਰਦਾ। ਇੱਧਰ ਵੀ ਹੱਥ ਵਟਾਉਂਦਾ ਹੈ ਤੇ ਉੱਧਰ ਰੋਜੀ ਨਾਲ ਵੀ ਹੱਥ ਵਟਾਉਂਦਾ ਹੈ। ਇਹ ਆੜਤੀਆਂ ਦੇ ਵੈਸੇ ਤਲਵਾਰ ਲੜਕੀ ਜਾਂਦੀ। ਐਡਾ ਮਿਹਨਤੀ ਹੈ। ਉਹ ਸਰਕਾਰਾਂ ਦੇ ਫੈਸਲੇ ਹੈ ਜਿਹੜੇ ਆੜਤੀਆਂ ਤੇ ਕਿਸਾਨਾਂ ਤੇ ਸਾਰਿਆਂ ਤੇ ਹੀ ਲਮਕ ਰਹੀ ਅੱਜ ਵੀ ਅੱਗੇ ਦੇਖੋ ਵੀ ਭਵਿੱਖ ਕੀ ਹੁੰਦਾ ਹੈ। ਇਹ ਮੇਰੇ ਚਾਚਾ ਜੀ ਦਾ ਬੇਟਾ ਹੈ ਜੀ, ਗੁਰਮੀਤ ਸਿੰਘ ਮਾਨ। ਇਹ ਵੀ ਹਲਕੇ ਦੇ ਵਿੱਚ ਮੇਰੇ 20-25 ਪਿੰਡ ਹੈ ਜਿਹੜੇ ਇਹ ਦੇਖਦਾ ਬਾਰਡਰ ਦੇ ਉੱਤੇ ਔਰ ਨਾਲ ਆਪਦੀ ਖੇਤੀਬਾੜੀ ਕਰਦਾ ਹੈ। ਬਹੁਤ ਖੂਬ। ਆਓ ਜੀ। ਇਹ ਮੁੰਡਾ ਜਿਹੜਾ ਮੇਰੇ ਨਾਲ ਪਿਛਲੇ ਸਾਲ 7-8 ਸਾਲਾਂ ਤੋਂ ਲਗਾਤਾਰ ਇਹ ਡਰਾਈਵਰ ਚੱਲ ਰਿਹਾ ਜੀ। ਠੀਕ ਹੈ ਜੀ। ਇਹ ਜਿਹੜਾ ਕੁਲਦੀਪ ਸਿੰਘ ਹੈ, ਇਹ ਜਦੋਂ ਤੋਂ ਮੈਂ ਸਿਆਸਤ ਸ਼ੁਰੂ ਕੀਤੀ ਹੈ ਜੀ, ਹਲਕੇ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ, ਸਰਗਰਮ ਸਿਆਸਤ ਦੇ ਵਿੱਚ ਗੁਰੂ ਸਾਹਿਬ ਦੇ ਵਿੱਚ, ਉਦੋਂ ਤੋਂ ਮੇਰੇ ਨਾਲ ਹੈ ਇਹ। ਠੀਕ ਹੈ ਜੀ। ਇਹਦੇ ਪਹਿਲਾਂ ਮੈਂ ਕਦੇ ਡਰਾਈਵਰ ਦੀ ਲੋੜ ਮਹਿਸੂਸ ਨਹੀਂ ਕੀਤੀ ਸੀਗੀ ਆਪ, ਪਰ ਜਦੋਂ ਮੈਨੂੰ ਲੋੜ ਮਹਿਸੂਸ ਹੋਈ ਤੇ ਉਦੋਂ ਤੋਂ ਨਾਲ ਹੈ। ਇਹ ਮੁੰਡਾ ਜੋਗਾ ਹੈ, ਇਹ ਬੌਬੀ ਦੇ ਨਾਲ ਸੇਵਾ ਨਿਭਾਉਂਦਾ ਹੈ ਪਿਛਲੇ ਕਈ ਸਾਲਾਂ ਤੋਂ, ਇਹ ਵੀ ਲਗਾਤਾਰ ਹੈ। ਉਹ ਮੁੰਡਾ ਸਾਡੇ ਕੋਲੇ ਪੰਪ ਤੇ ਹੈ, ਜਿਹੜਾ ਪੰਪ ਆਪਰੇਟਰ ਹੈ। ਤੇ ਆਹ ਜਿਹੜਾ ਮੁੰਡਾ ਖੜਾ ਨਾਲ ਮਨੀਸ਼, ਜਿੱਦਾਂ ਤੋਂ ਮੈਂ ਹਲਕੇ ਦੇ ਵਿੱਚ ਆਇਆ 2011 ਤੋਂ ਲਗਾਤਾਰ ਮੇਰੇ ਨਾਲ ਉਹਦੇ ਤੋਂ ਚੱਲ ਰਿਹਾ। ਇਹ ਪਿਛਲੇ 10 ਸਾਲਾਂ ਤੋਂ ਲਗਾਤਾਰ ਸੇਵਾ ਕਰ ਰਿਹਾ ਹਲਕੇ ਦੇ ਵਿੱਚ ਇਹ। ਚਲਿਏ ਜੀ ਫਿਰ।
ਮਾਨ ਸਾਹਿਬ, ਸਭ ਤੋਂ ਪਹਿਲਾ ਸਵਾਲ, ਤੁਹਾਡੇ ਤੇ ਬਹੁਤ ਵੱਡਾ ਇਲਜ਼ਾਮ ਲੱਗਦਾ ਹੈ ਕਿ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਦੇ ਵੇਲੇ ਤੁਸੀਂ ਰੇਤੇ ਦੀ ਕਾਲਾਬਾਜ਼ਾਰੀ ਕੀਤੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਸੱਤਾ ਦਾ ਨਜਾਇਜ਼ ਫਾਇਦਾ ਲਿਆ। ਮੈਂ ਦੱਸ ਦੇਣਾ ਚਾਹਣਾ ਕਿ ਸਾਡਾ ਪਰਿਵਾਰ 86 ਤੋਂ ਜਿਹੜਾ ਮਾਈਨਿੰਗ ਦਾ ਬਿਜ਼ਨਸ ਕਰਦਾ ਹੈ। ਅਸੀਂ ਪੰਚਕੂਲੇ ਦੇ ਵਿੱਚ 86 ਤੋਂ ਜਿਹੜਾ ਸਾਡਾ ਸਿੰਡੀਕੇਟ ਬਣਿਆ ਹੋਇਆ ਸੀਗਾ, ਅਸੀਂ 86 ਤੋਂ ਮਾਈਨਿੰਗ ਦੇ ਵਿੱਚ ਹੈ। ਅਸੀਂ ਨਾ ਕੋਈ ਕਾਲਾਬਾਜ਼ਾਰੀ ਕੀਤੀ ਹੈ, ਨਾ ਕੋਈ ਇਲੀਗਲ ਮਾਈਨਿੰਗ ਕੀਤੀ ਹੈ। ਇੱਕ ਵੀ ਕੇਸ 86 ਤੋਂ ਲੈ ਕੇ ਅੱਜ 35 ਸਾਲ ਹੋ ਗਏ, ਅੱਜ ਇੱਕ ਵੀ ਕੇਸ ਸਾਡੇ ਪਰਿਵਾਰ ਦੇ ਅਗੇਂਸਟ ਦਿਖਾ ਦਿਓ ਵੀ ਇਲੀਗਲ ਮਾਈਨਿੰਗ ਦਾ ਕਿਤੇ ਵੀ ਹੋਇਆ ਹੋਵੇ। ਹਾਂ, ਬਿਜ਼ਨਸ ਕਰਨਾ ਕੋਈ ਗਨਾ ਨਹੀਂ, ਅਸੀਂ ਵਪਾਰ ਦੇ ਤੌਰ ਤੇ ਕੰਮ ਕੀਤਾ ਸੀ, ਨਾ ਕਿ ਕੋਈ ਅਸੀਂ ਲੁੱਟ ਖੋਹ ਕੀਤੀ ਹੈ ਇਲੀਗਲ। ਜਿੱਥੇ ਤੱਕ ਮਾਈਨਿੰਗ ਦਾ ਸਵਾਲ ਹੈ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਡੀ ਸਰਕਾਰ ਵੇਲੇ ਜਿਹੜਾ ਰੇਤਾ ਹੈ ਇਹ 6-7 ਰੁਪਏ ਫੁੱਟ ਮਿਲਦਾ ਹੁੰਦਾ ਸੀਗਾ, ਅੱਜ ਜਿਹੜਾ 35-35 ਰੁਪਏ ਫੁੱਟ ਮਿਲਦਾ ਹੈ। ਔਰ ਰੈਵਨਿਊ ਜਿਹੜਾ ਸਰਕਾਰ ਦਾ ਹੈ ਉਦੋਂ ਨਾਲੋਂ ਡਾਊਨ ਗਿਆ ਜਿਹੜਾ ਇਹ ਦੋਸ਼ ਲਾਉਣ ਵਾਲੇ ਸਾਰਾ ਕੁਝ ਆਪ ਕਰਦੇ ਆ ਇਹ, ਨਾ ਕਿ ਜਿਹੜਾ ਸਾਡੀ ਸਰਕਾਰ ਵੇਲੇ ਜਾਂ ਅਸੀਂ ਕੀਤਾ। ਅਸੀਂ ਬਿਲਕੁਲ ਕੀਤਾ ਕੰਮ, ਅਸੀਂ 86 ਤੋਂ ਕਰ ਰਹੇ ਹਾਂ, ਅਸੀਂ ਮੁੱਕਰਦੇ ਨਹੀਂ ਇਸ ਗੱਲ ਤੋਂ, ਪਰ ਅਸੀਂ ਲੀਗਲ ਕੀਤਾ। ਅਸੀਂ ਸਾਡੇ ਗਰੁੱਪ ਨੇ ਕੰਮ ਕਰਦਾ, ਸਾਡਾ ਗਰੁੱਪ। ਜਿੱਥੋਂ ਤੱਕ ਮਾਈਨਿੰਗ ਦਾ ਸਵਾਲ ਹੈ, ਜੇ 4.5 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਬਣੀ ਨੂੰ ਜੀ, ਇੱਕ ਵੀ ਐਲੀਗੇਸ਼ਨ ਸਾਡੇ ਗਰੁੱਪ ਤੇ ਜਾਂ ਸਾਡੇ ਪਰਿਵਾਰ ਤੇ ਦਿਖਾ ਦੇਣ। ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਵੀ ਸਰਕਾਰ ਬਣਦਿਆਂ ਸਾਰ ਇਹਨਾਂ ਨੂੰ ਆਪਦਾ ਜਿਹੜਾ ਮੰਤਰੀ ਹੈ ਉਹ ਇਲੀਗਲ ਮਾਈਨਿੰਗ ਦੇ ਵਿੱਚ ਉਸ ਸਕੈਮ ਦੇ ਵਿੱਚ ਆ ਗਿਆ, ਉਹਨੂੰ ਸਸਪੈਂਡ ਕਰਨਾ ਪਿਆ। ਅੱਜ ਤੱਕ ਉਹ ਜਿਹੜਾ ਦੂਜਾ ਮੰਤਰੀ ਮੰਡਲ ਤੋਂ ਸਸਪੈਂਡ ਹੈ, ਨਾ ਕਿ ਕੋਈ ਕਾਲੀ ਬੰਦੇ ਦੇ ਉੱਤੇ ਕੋਈ ਐਕਸ਼ਨ ਹੋਇਆ ਕਿਸੇ ਤੇ। ਚਲੋ, ਬੇਸ਼ੱਕ ਸਰਕਾਰੀ ਐਲੀਗੇਸ਼ਨ ਤੁਹਾਡੇ ਤੇ ਹਾਲੇ ਤੱਕ ਕੋਈ ਸਾਬਤ ਨਹੀਂ ਹੋਇਆ, ਪਰ ਤੁਹਾਡੇ ਪੁਰਾਣੇ ਸਾਥੀ ਜਿਹੜੇ ਖਾਸ ਤੌਰ ਤੇ ਜੀਰਾ ਤੋਂ ਮਿੰਨਾ ਸਾਹਿਬ ਤੁਹਾਡੇ ਤੇ ਇਲਜ਼ਾਮ ਇਹ ਲਾਉਂਦੇ ਆ। ਉਹ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਨੂੰ 3 ਬੰਦੇ ਘੇਰੀ ਬੈਠੇ ਆ, ਉਹ ਬੰਟੀ ਸ਼ੰਟੀ ਸੱਦਦੇ ਆ, ਤੁਹਾਡੇ ਨਾਂ ਦਾ ਵੀ ਉਹ ਤਬਾਦਲਾ ਕਰਦੇ ਆ, ਰੋਜ਼ੀ ਤੇ ਵੀ ਉਹ ਸਵਾਲ ਖੜਾ ਕਰਦੇ ਆ। ਕਹਿੰਦੇ ਇਹ 3 ਬੰਦੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਬਦਲ ਰਹੇ ਨੇ ਔਰ ਖਾਸ ਤੌਰ ਤੇ ਜਿਹੜੇ ਵਰਕਰ ਨੇ ਉਹਨਾਂ ਨੂੰ ਦਰਕਨਾਰ ਕਰ ਰਹੇ ਨੇ। ਆਪਣੀ ਦਰਕਨਾਰਤਾ ਦਾ ਸਿਹਰਾ ਵੀ ਉਹ ਤੁਹਾਡੇ ਸਿਰ ਤੇ ਲਾ ਰਹੇ ਆ। ਦੇਖੋ, ਜਿੱਥੋਂ ਤੱਕ ਅਵਤਾਰ ਸਿੰਘ ਜੀਰਾ ਦਾ ਸਵਾਲ ਹੈ, ਮੇਰਾ ਵੱਡਾ ਭਰਾ ਹੈ, ਸਤਿਕਾਰਯੋਗ ਹੈ। ਮੈਂ ਉਹਨਾਂ ਦਾ ਅੱਜ ਵੀ ਪਹਿਲਾਂ ਨਾਲੋਂ ਵੀ ਵੱਧ ਸਤਿਕਾਰ ਕਰਦਾ। ਪਤਾ ਨਹੀਂ ਉਹ ਕਿਉਂ ਬੋਲਦੇ ਆ, ਕਿਹੜੀ ਮਜਬੂਰੀ 'ਚ ਬੋਲਦੇ ਆ, ਕੌਣ ਬੁਲਾਉਂਦਾ, ਇਹ ਤਾਂ ਉਹੀ ਦੱਸ ਸਕਦੇ ਆ। ਜਿੱਥੋਂ ਤੱਕ ਮੇਰਾ ਜਾਂ ਮੇਰੇ ਪਰਿਵਾਰ ਦਾ ਸਵਾਲ ਹੈ, ਅਸੀਂ ਕੋਈ ਅੱਜ ਨਵੇਂ ਨਹੀਂ ਚੱਲੇ ਗਏ ਬਾਦਲ ਪਰਿਵਾਰ ਦੇ ਨਾਲ। ਮੇਰੇ ਪਿਤਾ ਜੀ ਵੀ ਢਾਲ ਬਣ ਕੇ ਬਾਦਲ ਸਾਹਿਬ ਦੇ ਨਾਲ ਖੜਦੇ ਰਹੇ ਔਖੇ ਵੇਲੇ। ਉਹ ਕਹਿੰਦੇ ਪੈਚਅਪ ਮੈਂ ਸਾਡੇ ਪਰਿਵਾਰ ਨੇ ਕਰਵਾਇਆ ਸੀ। ਦੇਖੋ, ਤੇ ਸਾਡਾ ਵੀ ਜਿਹੜਾ ਇਤਿਹਾਸ ਦੁਹਰਾਇਆ ਗਿਆ, ਜਿੱਦਾਂ ਜਲਾਲਾਬਾਦ ਦੇ ਵਿੱਚ ਇੰਸੀਡੈਂਟ ਹੋਇਆ ਮਿਊਨਿਸਪਲ ਇਲੈਕਸ਼ਨਾਂ ਦੇ ਵਿੱਚ, ਤੇ ਉਦੋਂ ਵੀ ਮਾਨ ਪਰਿਵਾਰ ਹੀ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਾ ਸੀਗਾ। ਪੈਚਅਪ ਕਰਾਉਣਾ ਜਾਂ ਨਾ ਕਰਾਉਣਾ, ਮੈਂ ਸਮਝਦਾ ਹੈ ਵੀ ਸਾਡੇ, ਤੁਹਾਨੂੰ ਦੱਸਿਆ ਵੀ ਅਸੀਂ 4 ਸਾਲ ਸਰਗਰਮ ਸਿਆਸਤ ਤੋਂ ਪਾਸੇ ਬੈਠੇ ਸੀਗੇ। ਤੇ ਮੈਂ ਪਹਿਲਾਂ ਵੀ ਦੱਸਿਆ ਵੀ ਮਿੰਨਾ ਵੀ ਮੇਰਾ ਵੱਡਾ ਭਰਾ ਹੈ, ਜਥੇਦਾਰ ਹਰੀ ਸਿੰਘ ਵੀ ਬਹੁਤ ਸਤਿਕਾਰਯੋਗ ਸੀ ਸਾਡੇ, ਤੇ ਉਹਨਾਂ ਦੇ ਨਾਲ ਬਹਿ ਕੇ ਸਾਡੀ ਗੱਲਬਾਤ ਹੁੰਦੀ ਰਹੀ ਹੈ, ਸਾਰਾ ਕੁਝ ਹੁੰਦਾ ਰਿਹਾ। ਮੈਂ ਅੱਜ ਵੀ ਉਹਨਾਂ ਨੂੰ ਆਪਦੇ ਪਰਿਵਾਰ ਦੇ ਮੈਂਬਰ ਸਮਝਦਾ। ਸਿਆਸੀ ਉਤਰਾਅ ਚੜਾਅ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ, ਪਰ ਮੈਂ ਸਮਝਦਾ ਵੀ ਬੋਲਣ ਲੱਗਿਆ ਜਿਹੜੀ ਸ਼ਬਦਾਂ ਦੀ ਮਰਿਆਦਾ ਹੈ ਜਿਹੜੀ ਉਹ ਬਰਕਰਾਰ ਰਹਿਣੀ ਚਾਹੀਦੀ ਹੈ। ਸਿਆਣੇ ਕਹਿੰਦੇ ਆ ਵੀ ਸੱਜਣ ਸੋੜੀਏ ਰੰਗ ਸੇ ਫਿਰ ਵੀ ਆਵੇ ਕੰਮ। ਜੋਰਾ ਸਿੰਘ ਮਾਨ ਸਿਆਸਤ 'ਚ ਲਗਾਤਾਰ ਸਥਿਰ ਰਹੇ ਤੇ ਸੱਤਾ ਤੇ ਕਾਬਜ਼ ਵੀ ਰਹੇ, ਤੁਹਾਨੂੰ ਪਾਰਟੀ ਨੇ ਮੌਕਾ ਦਿੱਤਾ, ਮੋਟੇ ਤੌਰ ਤੇ ਵਜ੍ਹਾ ਕੀ ਮੰਨਦੇ ਹੋ? ਸਿਆਸੀ ਤੌਰ ਤੇ ਕਾਮਯਾਬੀ ਕਿਉਂ ਨਹੀਂ ਮਿਲ ਰਹੀ? ਜਿੱਥੋਂ ਤੱਕ ਮੇਰੇ ਪਹਿਲੇ ਇਲੈਕਸ਼ਨ ਦਾ ਸੰਬੰਧ ਹੈ, ਮੈਨੂੰ 4 ਕੁ ਮਹੀਨੇ ਦਾ ਸਮਾਂ ਮਿਲਿਆ ਸੀਗਾ। ਅਕਾਲੀ ਦਲ ਦਾ ਗ੍ਰਾਫ ਬਹੁਤ ਜ਼ਿਆਦਾ ਉਸ ਹਲਕੇ ਦੇ ਵਿੱਚ ਡਾਊਨ ਸੀਗਾ। 35,000 ਵੋਟ 2007 ਦੇ ਵਿੱਚ ਅਕਾਲੀ ਦਲ ਨੇ ਉੱਥੋਂ ਲਈ ਸੀ ਸਾਰੀ। ਤੇ ਜਦੋਂ ਮੈਂ ਇਲੈਕਸ਼ਨ ਲੜਿਆ ਤੇ ਮੈਨੂੰ 59,000 ਵੋਟ ਲੋਕਾਂ ਨੇ ਪਾਈ ਸੀ। ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਸੀਗਾ, ਤੇ ਥੋੜੇ ਫਰਕ ਨਾਲ ਅਸੀਂ ਸਮਾਂ ਥੋੜਾ ਮਿਲਣ ਕਰਕੇ ਅਸੀਂ ਇਲੈਕਸ਼ਨ ਹਾਰ ਗਏ। ਜਦੋਂ ਦੂਸਰਾ ਇਲੈਕਸ਼ਨ ਆਇਆ, ਦੂਸਰੇ ਇਲੈਕਸ਼ਨ ਦੇ ਵਿੱਚ ਵੀ ਅਸੀਂ ਆਪਦੀ ਵੋਟ ਆ ਜਿਹੜੀ 57-58,000 ਬਰਕਰਾਰ ਰੱਖੀ ਆ। ਉਹ ਮੈਂ ਸਮਝਦਾ ਵੀ ਅਕਾਲੀ ਦਲ ਦੇ ਅਗੇਂਸਟ ਸਾਰੇ ਜਿਹੜੀਆਂ ਪਾਰਟੀਆਂ ਦਾ, ਏਜੰਸੀਆਂ ਦਾ ਕੂੜ ਪ੍ਰਚਾਰ ਹੀ ਇੰਨਾ ਸੀਗਾ, ਤੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੱਡੇ ਵੱਡੇ ਜਿਹੜੇ ਲਾਰੇ ਲਾਏ ਗਏ ਸੀ ਲੋਕਾਂ ਨੂੰ, ਲੋਕ ਜਿਹੜੇ ਉਹਦੇ 'ਚ ਗੁੰਮਰਾਹ ਹੋ ਗਏ। ਲੋਕਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ, ਲੋਕਾਂ ਨੇ ਹਮੇਸ਼ਾ ਹੀ, ਅੱਜ ਵੀ ਮੇਰੇ ਨਾਲ ਹੈ। ਤੇ ਮੈਂ ਸਮਝਦਾ ਕੋਈ ਥੋੜ੍ਹੀਆਂ ਬਹੁਤੀਆਂ ਮੇਰੇ 'ਚ ਵੀ ਕਮੀਆਂ ਰਹੀਆਂ ਹੋਣਗੀਆਂ,
ਵੀ ਜਿਹੜਾ ਮੈਂ ਉੱਥੇ ਕਾਮਯਾਬ ਨਹੀਂ ਹੋ ਸਕਿਆ, ਤੇ ਕੋਸ਼ਿਸ਼ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਮੀਆਂ ਨੂੰ ਵੀ ਅਸੀਂ ਦੂਰ ਕਰਾਂਗੇ। ਇਸ ਵਾਰ ਲੋਕ ਤੁਹਾਨੂੰ ਵੋਟ ਕਿਉਂ ਪਾਉਣ? ਵਜ੍ਹਾ ਵੱਡੀ ਕੀ ਹੈ? ਤੁਹਾਨੂੰ ਕੀ ਲੱਗਦਾ ਕਿਹੜੀ ਵਜ੍ਹਾ ਕਰਕੇ ਲੋਕ ਤੁਹਾਨੂੰ ਵੋਟ ਕਰਨ? ਪਿਛਲੇ 5 ਸਾਲ ਲਗਾਤਾਰ ਮੈਂ ਹਲਕੇ ਦੇ ਵਿੱਚ ਵਿਚਰਿਆ, ਜਿਹੜੇ ਅਕਾਲੀ ਸਰਕਾਰ ਦੇ ਵਿੱਚ ਸੀਗੇ, ਤੇ ਮੈਂ ਅਕਾਲੀ ਦਲ ਦੇ, ਚਾਹੇ ਮੈਂ ਇਲੈਕਸ਼ਨ 'ਚ ਕਾਮਯਾਬ ਨਹੀਂ ਹੋ ਸਕਿਆ, ਪਰ ਬਾਦਲ ਪਰਿਵਾਰ ਦਾ ਮੇਰੇ ਤੇ ਹੱਥ ਲਾ ਲਓ, ਮੇਰੇ ਪਰਿਵਾਰ ਤੇ ਹੱਥ ਲਾ ਲਓ, ਸਾਡੀ ਨੇੜਤਾ ਦਾ ਲਾ ਲਓ, ਮੈਂ ਹਲਕੇ ਦੇ ਵਿੱਚ ਵਿਚਰਦੇ ਹੋਇਆ ਲੋਕਾਂ ਦੇ ਕੰਮ ਕੀਤੇ ਆ, ਵਿਕਾਸ ਦੇ ਕੰਮ ਕਰਕੇ ਦਿਖਾਏ ਆ ਮੈਂ। ਤੁਸੀਂ ਦੇਖਿਆ ਹੋਣਾ ਮੇਰੇ ਪਿੰਡ ਦੇ ਵਿੱਚ ਕੰਕਰੀਟ ਦੀਆਂ ਗਲੀਆਂ ਬਣੀਆਂ ਹੋਈਆਂ, ਇਹ ਮੇਰੇ ਪਿਤਾ ਜੀ ਨੇ ਉਦੋਂ 98 ਦੇ ਵਿੱਚ ਬਣਾਈਆਂ ਸੀਗੀਆਂ। ਤੇ ਮੈਨੂੰ ਯਾਦ ਹੈ ਜਿੱਦੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਤੇ ਸਾਹਿਬ ਸੁਖਬੀਰ ਸਿੰਘ ਬਾਦਲ ਮੇਰੇ ਪਿਤਾ ਦੀ ਪਹਿਲੀ ਬਰਸੀ ਤੇ ਆਏ ਸੀਗੇ, ਤੇ ਜਦੋਂ ਇੱਥੋਂ ਅਸੀਂ ਘਰ ਨੂੰ ਜਾਣ ਲੱਗੇ ਮੈਂ ਸਾਹਿਬ ਸੁਖਬੀਰ ਸਿੰਘ ਬਾਦਲ ਨਾਲ, ਤੇ ਮੈਨੂੰ ਕਹਿੰਦੇ ਯਾਰ ਗਲੀਆਂ ਬਹੁਤ ਖੁੱਲੀਆਂ ਤੇ ਬਹੁਤ ਸੋਹਣੀਆਂ ਬਣੀਆਂ, ਕਹਿੰਦੇ ਇਹਦੀ ਕਾਸਟ ਦੱਸ ਵੀ ਕਿੰਨੀ ਹੈ ਤੇ ਇਹਦੀ ਲਾਈਫ ਕਿੰਨੀ ਹੈ। ਮੈਨੂੰ ਕਹਿੰਦੇ ਕਿਹਨੇ ਬਣਾਈਆਂ? ਮੈਂ ਕਿਹਾ ਜੀ ਮੈਂ ਸਰਪੰਚ ਸੀ ਤੇ ਪਿਤਾ ਜੀ ਦੀ ਚਾਹਤ ਸੀਗੀ, ਤੇ ਮੈਂ ਕਿਹਾ ਅਸੀਂ ਰਲ ਕੇ, ਮੈਂ ਕਿਹਾ ਜੀ ਦੂਜੀਆਂ ਇੱਟਾਂ ਦੀਆਂ ਗਲੀਆਂ ਨਾਲੋਂ 1.5 ਗੁਣਾ ਜਿਹੜੀ ਇਹਦੀ ਲਾਗਤ ਜ਼ਿਆਦਾ ਹੈ ਤੇ 4 ਗੁਣਾ ਇਹਦੀ ਲਾਈਫ ਜ਼ਿਆਦਾ ਹੈ। ਉਹ 5 ਸਾਲ ਕੱਢਦੀ, ਇਹਦੀ 20 ਸਾਲ ਲਾਈਫ ਹੈ। ਤੇ ਉਹਨਾਂ ਨੇ ਉਦੋਂ ਤੋਂ ਹੀ ਫੈਸਲਾ ਕਰ ਲਿਆ ਵੀ ਜਿੰਨਾ ਕੰਮ ਕਰਨਾ ਹੈ ਕੰਕਰੀਟ ਦਾ ਕਰਨਾ ਹੈ, ਦੂਜਾ ਕਰਨਾ ਹੀ ਨਹੀਂਗਾ। ਤੇ ਉਸੇ ਤੋਂ ਇਹਨਾਂ ਨੇ ਪ੍ਰੇਰਿਤ ਹੋ ਕੇ ਪੂਰਾ ਹਲਕਾ ਜਲਾਲਾਬਾਦ ਦੇਖੋਗੇ ਅੱਜ ਤੁਸੀਂ, ਉਹਨਾਂ ਨੇ ਸਮੁੱਚੇ ਹਲਕੇ ਦੇ ਵਿੱਚ ਕੰਕਰੀਟ ਦਾ ਕੰਮ ਕਰਾਇਆ ਹੈ। ਹਲਕਾ ਲੰਬੀ ਦੇ ਵਿੱਚ ਕੰਕਰੀਟ ਦਾ ਕੰਮ ਹੋਇਆ ਹੈ। ਮੈਨੂੰ ਵੀ ਫੰਡ ਉਹਨਾਂ ਨੇ ਬਹੁਤ ਦਿੱਤਾ, ਮੈਂ ਵੀ ਆਪਦੇ ਪਿੰਡ ਹਲਕੇ ਦੇ ਵਿੱਚ 50-60% ਗਲੀਆਂ ਜਿਹੜੀਆਂ ਕੰਕਰੀਟ ਦੀਆਂ ਬਣਾਉਣ ਦੇ ਵਿੱਚ ਕਾਮਯਾਬ ਹੋਇਆ ਹੈ। 10 ਸਾਲ ਦੀ ਸਰਕਾਰ 'ਚ ਤੁਹਾਡੀ ਵੱਡੀ ਦੇਣ ਕੀ ਹੈ ਹਲਕੇ ਨੂੰ? ਸਾਰਿਆਂ ਨਾਲੋਂ ਵੱਡੀ ਦੇਣ ਜਿਹੜੀ ਮੈਂ ਸਮਝਦਾ ਨਾ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਉਹ ਐਜੂਕੇਸ਼ਨ ਦੀ ਹੈ। ਜਿਉਂ ਦੇਸ਼ ਆਜ਼ਾਦ ਹੋਇਆ ਹੈ ਤੇ ਸਾਡੇ ਹਲਕੇ ਦੇ ਵਿੱਚ ਕੋਈ ਕਾਲਜ ਨਹੀਂ ਸੀਗਾ। ਕਾਂਗਰਸ ਦੇ 3 ਮੁੱਖ ਮੰਤਰੀ ਉੱਥੇ ਨੀਂਹ ਪੱਥਰ ਰੱਖ ਕੇ ਗਏ ਕਾਲਜ ਦਾ, ਪਰ ਇੱਕ ਇੱਟ ਲਾਉਣ ਦੀ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ। ਤੇ ਜਦੋਂ ਅਕਾਲੀ ਸਰਕਾਰ ਬਣੀ ਹੈ, ਗੁਰੂ ਸਾਹਿਬ ਦੇ ਵਿੱਚ ਕਾਲਜ ਬਣਾਇਆ ਗਿਆ, ਜਲਾਲਾਬਾਦ ਦੇ ਵਿੱਚ ਲੜਕੀਆਂ ਦਾ ਕਾਲਜ ਬਣਾਇਆ ਗਿਆ, ਔਰ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਇੱਕ ਕਾਲਜ ਬਣਾਇਆ ਗਿਆ ਸਰਕਾਰੀ। 3 ਕਾਲਜ ਲਗਾਤਾਰ ਪਿਛਲੇ 10 ਸਾਲਾਂ 'ਚ ਬਣੇ ਆ। ਆਜ਼ਾਦੀ ਤੋਂ ਬਾਅਦ ਜੇ ਕਿਸੇ ਨੇ ਬਾਂਹ ਫੜੀ ਹੈ ਪਛੜੇ ਇਲਾਕੇ ਦੀ, ਤੇ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਹੈ, ਔਰ ਸਕੂਲ ਅਪਗ੍ਰੇਡ ਕੀਤੇ ਹੈ, ਲਿੰਕ ਰੋਡਸ ਬਣਾਈਆਂ ਹੈ। ਸਰ ਨਾਲੋਂ ਜਿਹੜੀ ਮੁੱਢਲੀ ਸਹੂਲਤ ਹੈ ਮੈਂ ਸਮਝਦਾ ਵੀ ਅੱਜ ਜਿਹੜੀ ਹੈਗੀ ਹੈ ਸਿਹਤ ਤੇ ਐਜੂਕੇਸ਼ਨ ਹੈ। ਸਿਹਤ ਵਾਸਤੇ ਵੀ ਜਿਹੜਾ ਇੱਥੇ ਜਲਾਲਾਬਾਦ ਵਿਖੇ ਅਕਾਲੀ ਦਲ ਨੇ ਹਸਪੀਟਲ ਬਣਾਇਆ ਹੈ, PGI ਮਨਜ਼ੂਰ ਕਰਾਇਆ ਹੈ ਉੱਥੇ, ਔਰ ਐਜੂਕੇਸ਼ਨ ਵਾਸਤੇ ਵੀ ਜਿਹੜਾ ਸਕੂਲ ਅਪਗ੍ਰੇਡ ਕੀਤੇ, 3 ਕਾਲਜ ਬਣਾਏ। ਸਰ ਨੂੰ ਵੱਡੀ ਦੇਣ ਹੈ ਅਕਾਲੀ ਦਲ ਦੀ ਸਾਡੇ ਇਲਾਕੇ ਨੂੰ। ਜਿਹੜੀ ਲੱਗਦਾ ਕਿ ਹੁਣ ਸਰਕਾਰ ਦੇ ਮੰਤਰੀ ਨੂੰ ਹਰਾ ਲਓਗੇ ਇਸ ਵਾਰ? ਲੱਗਦਾ ਨਹੀਂਗਾ, ਜੋ ਅੱਜ ਦੀਆਂ ਰਿਪੋਰਟਾਂ ਹੈ ਉਹ ਭੱਜ ਰਿਹਾ ਹੈ, ਨਵਾਂ ਹਲਕਾ ਲੱਭ ਰਿਹਾ ਹੈ। ਜਿਸ ਤਰ੍ਹਾਂ ਦੇ ਉਹਨਾਂ ਨੇ ਕੰਮ ਕੀਤੇ ਹੈ, ਜਿਸ ਤਰ੍ਹਾਂ ਹਲਕੇ ਨੂੰ ਲੁੱਟਿਆ ਤੇ ਕੁੱਟਿਆ ਉਹਨਾਂ ਨੇ, 8 ਕਤਲ ਹੋ ਗਿਆ ਮੇਰੇ ਹਲਕੇ ਦੇ ਵਿੱਚ, 86 ਕਤਲ ਹੈ ਜਿਹੜੇ। ਆ ਪਿਛਲੇ 10 ਦਿਨ ਪਹਿਲਾਂ ਵੀ 15 ਦਿਨ ਪਹਿਲਾਂ ਵੀ 1 ਕਤਲ ਹੋਇਆ ਹੈ, ਤੇ 3 ਦਿਨ ਲਗਾਤਾਰ ਅਸੀਂ ਧਰਨਾ ਲਾ ਕੇ ਬੈਠੇ ਰਹੇ ਹਾਂ। ਔਰ ਇਸੇ ਤਰ੍ਹਾਂ ਹੀ ਪੰਚਾਇਤਾਂ ਦੇ ਵਿੱਚ ਸਰਪੰਚੀਆਂ ਵੇਚੀਆਂ ਗਈਆਂ, ਤੇ ਅੱਜ ਤੱਕ ਫਰਵਰੀ ਦਾ ਇਲੈਕਸ਼ਨ ਹੋਇਆ ਹੈ, ਮਿਊਨਿਸਪੈਲਿਟੀ ਦੇ ਪ੍ਰਧਾਨ ਦਾ ਫੈਸਲਾ ਨਹੀਂ ਕਰ ਸਕੇ ਵੀ ਕਿਹਨੂੰ ਬਣਾਉਣਾ, ਕਿਉਂਕਿ ਬੋਲੀ ਲੱਗ ਰਹੀ ਹੈ। ਆਂਢ ਗੁਆਂਢ ਆਸੇ-ਪਾਸੇ ਸਾਰੇ ਸ਼ਹਿਰਾਂ ਦੇ ਵਿੱਚ ਮਿਊਨਿਸਪੈਲਿਟੀ ਦੇ ਪ੍ਰਧਾਨ ਜਿਹੜੇ ਬਣ ਗਏ ਹੈ, ਤੇ ਇੱਥੇ ਲਗਾਤਾਰ ਬੋਲੀ ਲੱਗ ਰਹੀ ਹੈ ਵੀ ਕਿਹੜਾ ਵੱਧ ਬੋਲੀ ਲਾਉਂਦਾ ਉਹਨੂੰ ਪ੍ਰਧਾਨ ਬਣਾਵਾਂਗੇ। ਸਰਪੰਚੀਆਂ, ਚੇਅਰਮੈਨੀਆਂ, ਸਾਰਾ ਕੁਝ ਇੱਥੇ ਵੇਚਿਆ ਜਾ ਰਿਹਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਮਾਰਜਨ ਨਾਲ ਅਸੀਂ ਜਿਹੜੀ ਸੀਟ ਹੈ ਅਕਾਲੀ ਦਲ ਦੀ ਜਿੱਤ ਕੇ ਝੋਲੀ 'ਚ ਪਾਵਾਂਗੇ। ਪਰ ਉਲਟਾ ਤੁਹਾਡੇ ਤੇ ਕਾਂਗਰਸੀ ਐਲੀਗੇਸ਼ਨ ਲਾਉਂਦੇ ਆ, ਕਹਿੰਦੇ ਕਿ 10 ਸਾਲ ਜਦੋਂ ਸੱਤਾ ਰਹੀ ਹੈ ਤੁਹਾਡੀ, ਤੁਸੀਂ ਬਤੌਰ ਹਲਕਾ ਇੰਚਾਰਜ ਕਹਿੰਦੇ ਲੋਕਾਂ ਤੇ ਨਜਾਇਜ਼ ਮੁਕੱਦਮੇ ਤੇ ਪਰਚਾਵਾਦ ਦਾ ਕਲਚਰ ਬਹੁਤ ਚੱਲਿਆ। ਗੁਰਦੇਵ ਮਾਨ ਤੇ ਉਹ ਇਹ ਬਹੁਤ ਵੱਡਾ ਟੈਗ ਲਾਉਂਦੇ ਆ। ਮੈਂ ਤੁਹਾਨੂੰ ਦੱਸਿਆ ਵੀ ਕਾਂਗਰਸ ਦੀ ਜਿਹੜੀ ਰਾਜਨੀਤੀ ਹੈ ਉਹ ਨਿਰੀ ਝੂਠਾਂ ਤੇ ਆਧਾਰਿਤ ਹੈ। ਨਿਰੀ ਉਹਨਾਂ ਨੇ ਗੱਪ ਤੇ ਝੂਠੀਆਂ ਸਹੁੰਆਂ ਖਾ ਕੇ ਉਹਨਾਂ ਨੇ ਸਰਕਾਰ ਬਣਾਈ ਹੈ। ਇਸੇ ਤਰ੍ਹਾਂ ਹੀ 100% ਇਹ ਝੂਠ ਹੈ। ਮੈਨੂੰ ਇੱਕ ਵੀ ਪਰਚਾ ਦੱਸ ਦੇਣ, ਜਦੋਂ ਕਾਂਗਰਸ ਦੀ ਸਰਕਾਰ ਬਣੀ ਹੈ ਤੇ ਉਹਨਾਂ ਨੇ ਮਹਿਤਾਬ ਸਿੰਘ ਗਿੱਲ ਦੇ ਥੱਲੇ ਇੱਕ ਕਮਿਸ਼ਨ ਬਣਾਇਆ ਸੀਗਾ ਜਿਹੜਾ ਝੂਠੇ ਪਰਚਿਆਂ ਦੀ ਜਾਂਚ ਕਰੂਗਾ। ਗੁਰੂ ਸਾਹਿਬ ਦਾ ਇੱਕ ਵੀ ਪਰਚਾ ਦੱਸ ਦੇਣ ਜਿਹਦੀ ਜਾਂਚ ਹੋਈ ਹੋਵੇ ਤੇ ਝੂਠਾ ਪਾਇਆ ਗਿਆ ਹੋਵੇ, ਇੱਕ ਵੀ ਦੱਸ ਦੇਣ। ਉਹ ਸਿਰਫ ਤੇ ਸਿਰਫ ਇਹ ਲੋਕਾਂ ਦੇ ਮਨਾਂ ਦੇ ਵਿੱਚ ਗੱਲ, ਇਹ ਝੂਠੀ ਗੱਲ ਫੈਲਾਈ ਗਈ ਸੀਗੀ। ਉਹ ਸਾਰਾ ਕੁਝ ਹੁਣ ਬਾਹਰ ਆ ਗਿਆ ਵੀ ਗੁੰਡਾਗਰਦੀ ਕੌਣ ਕਰਦਾ ਹੈ, ਕਿਸ ਤਰ੍ਹਾਂ ਨਸ਼ਿਆਂ ਦਾ ਜਿਹੜਾ ਜਾਲ ਹੈ ਉਹ ਵਿਛਾਇਆ ਗਿਆ, ਕਿਸ ਤਰ੍ਹਾਂ ਹੁਣ ਜਿਹੜੇ ਕਾਂਗਰਸ ਦਾ ਮੰਤਰੀ ਹੈ ਉਹਦੀ ਛਤਰ ਛਾਇਆ ਹੇਠ ਇੱਥੇ ਚਿੱਟਾ ਵੇਚਿਆ ਜਾ ਰਿਹਾ, ਨਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ।
ਅੱਜ ਸਰਕਾਰ ਦਾ ਮਾਲੀਆ ਜਿਹੜਾ ਲੀਕਰ ਤੋਂ ਉਹ ਘਟ ਰਿਹਾ ਹੈ ਤੇ ਜਿਹੜੇ ਐਮਐਲਏ ਤੇ ਮੰਤਰੀ ਉਹ ਅਮੀਰ ਹੋ ਰਹੇ ਹੈ ਸਰਕਾਰ ਦੀ ਬਿਨਾਂ ਦੇ ਉੱਤੇ। ਅੱਜ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ ਉਹ ਇਹਨਾਂ ਦੁਆਰਾ ਲੁੱਟੀ ਜਾ ਰਹੀ ਹੈ। ਪਰ ਮਾਨ ਸਾਹਿਬ ਤੁਸੀਂ ਨਸ਼ੇ ਵਾਲੀ ਗੱਲ ਕਾਂਗਰਸੀਆਂ ਦੇ ਬਾਰੇ ਕਹਿੰਦੇ ਹੋ, ਪਰ ਤੁਹਾਡੀ ਸਰਕਾਰ 'ਚ ਤਾਂ ਨਸ਼ਾ ਤਸਕਰੀ ਪੂਰੇ ਜ਼ੋਬਨ ਤੇ ਰਹੀ ਹੈ ਔਰ ਇਲਜ਼ਾਮ ਲੱਗਦੇ ਨੇ ਤੁਹਾਡੇ ਤੇ ਖਾਸ ਕਰਕੇ ਕਿ ਅਕਾਲੀਆਂ ਨੇ ਨਸ਼ਾ ਰੱਜ ਕੇ ਵਿਕਾਇਆ। ਜਿੱਥੇ ਤੱਕ ਨਸ਼ਿਆਂ ਦਾ ਸਵਾਲ ਹੈ, ਮੈਂ ਸਮਝਦਾ ਹਾਂ ਵੀ ਇਹ ਇੱਕ ਲਾਹਨਤ ਹੈ ਪੰਜਾਬ ਲਈ। ਇਹ ਇੱਕ ਸਿਆਸੀ ਮੁੱਦਾ ਨਹੀਂਗਾ ਜਿਹਨੂੰ ਕਾਂਗਰਸ ਨੇ ਸਿਆਸੀ ਮੁੱਦੇ ਦੇ ਤੌਰ ਤੇ ਵਰਤਿਆ। ਇਹਦੇ ਅਗੇਂਸਟ ਲੜਾਈ ਹੈ ਜਿਹੜੀ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਚਾਹੀਦੀ ਹੈ। ਜੇ ਕਾਂਗਰਸ ਨੇ ਇਲਜ਼ਾਮ ਲਾਏ ਆ ਸਾਡੇ ਤੇ, ਆਪ ਵਾਲਿਆਂ ਨੇ ਵੀ ਇਲਜ਼ਾਮ ਲਾਏ ਆ ਸਾਡੇ ਤੇ, ਸਾਡੀ ਲੀਡਰਸ਼ਿਪ ਤੇ, ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ 4.5 ਸਾਲ ਹੋ ਗਏ, 4.25 ਸਾਲ 4.5 ਕਾਂਗਰਸ ਸਰਕਾਰ ਆਈ ਨੂੰ, ਵੀ ਕਿਹੜੇ ਅਕਾਲੀ ਲੀਡਰ ਤੇ ਉਹਨਾਂ ਨੇ ਕਾਰਵਾਈ ਕੀਤੀ ਹੈ, ਕਿਹੜੇ ਨੂੰ ਨਸ਼ਾ ਤਸਕਰੀ 'ਚ ਉਹਨਾਂ ਨੇ ਬੰਦ ਕੀਤਾ ਹੈ। ਉਹ ਸਿਰਫ ਤੇ ਸਿਰਫ ਇਲਜ਼ਾਮਬਾਜ਼ੀ ਸੀਗੀ। ਮੈਂ ਚਾਹੁੰਦਾ ਅੱਜ ਜਿਹੜੇ ਨਸ਼ਾ ਤਸਕਰੀ ਹੋ ਰਹੀ ਹੈ ਪੂਰੇ ਜੋਬਨ ਤੇ, ਅੱਜ ਜਿਹੜੇ ਘਰਾਂ ਦੇ ਵਿੱਚ 70 ਵਿਛ ਰਹੇ ਹੈ, ਨੌਜਵਾਨ ਓਵਰਡੋਜ਼ ਨਾਲ ਮਰ ਰਹੇ ਹੈ, ਜਿੱਥੋਂ ਤੱਕ ਮੇਰੇ ਹਲਕੇ ਦਾ ਸਵਾਲ ਹੈ, ਮੈਂ ਤਾਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਮੇਰਾ ਵੀ ਡੋਪ ਟੈਸਟ ਕਰਾ ਲਓ ਤੇ ਸਾਡੇ ਦੂਜੇ ਜਿਹੜੇ ਐਮਐਲਏ ਆ ਮੰਤਰੀ ਆ ਉਹਨਾਂ ਦਾ ਵੀ ਡੋਪ ਟੈਸਟ ਕਰਾ ਲਓ, ਜਿਹੜੇ ਹੋਰ ਪਾਰਟੀਆਂ ਦੇ ਨੁਮਾਇੰਦੇ ਉਹਨਾਂ ਦਾ ਵੀ ਕਰਾ ਲਓ ਤੇ ਤੁਹਾਨੂੰ ਪਤਾ ਲੱਗ ਜਾਊਗਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਵੀ ਨਸ਼ਾ ਕੌਣ ਕਰਦਾ ਤੇ ਕੌਣ ਵਿਕਾਉਂਦਾ, ਕੀ ਕਰਦੇ ਆ। ਮਾਤਾ ਗੁਜਰੀ ਪਬਲਿਕ ਸਕੂਲ ਹੈ ਜੀ। 2001 ਦੇ ਵਿੱਚ ਇਹ ਪਹਿਲਾ ਸੈਸ਼ਨ ਇਹਦੇ ਵਿੱਚ ਸਟਾਰਟ ਹੋਇਆ ਸੀਗਾ ਜੀ। ਤੇ ਮੇਰੇ ਸਵਰਗਵਾਸੀ ਪਿਤਾ ਦਾ ਸੁਪਨਾ ਸੀਗਾ ਵੀ ਇੱਕ ਐਸਾ ਸਕੂਲ ਬਣਾਇਆ ਜਾਵੇ ਪਿੰਡ ਦੇ ਵਿੱਚ ਜਿਹਦਾ ਨਾਂ ਪੂਰੇ ਪੰਜਾਬ ਦੇ ਵਿੱਚ, ਇਲਾਕੇ ਦੇ ਵਿੱਚ ਹੋਵੇ। ਤੇ ਅੱਜ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਉਹਨਾਂ ਦਾ ਸੁਪਨਾ ਜਿਹੜਾ ਸਾਕਾਰ ਹੋਇਆ। ਅੱਜ ਇਹ ਸਕੂਲ ਦਾ ਨਾਮ ਕਿੰਨੀ ਸਟਰੈਂਥ ਹੈ ਜੀ ਔਰ ਕਿਹੜੀ ਜਮਾਤ ਤੱਕ ਹੈ? ਇਹ +2 ਤੱਕ ਹੈ ਤੇ ਇਹਦੀ 1900 ਬੱਚਿਆਂ ਦੀ ਸਟਰੈਂਥ ਹੈ। ਤੇ ਖਾਸੀਅਤ ਇਹਦੀ ਇਹ ਹੈ ਵੀ ਲੋਕ ਅੱਜ ਕੱਲ ਪਿੰਡਾਂ ਚੋਂ ਬੱਚੇ ਪੜਾਉਣ ਵਾਸਤੇ ਸ਼ਹਿਰਾਂ ਨੂੰ ਜਾਂਦੇ ਆ ਤੇ ਸਾਡਾ ਸਕੂਲ ਐਸਾ ਹੈ ਵੀ ਮੁਕਤਸਰ, ਜਲਾਲਾਬਾਦ ਔਰ ਗੁਰੂ ਸਾਹਿਬ 3 ਸ਼ਹਿਰ ਸਾਡੇ ਸਕੂਲ ਨੂੰ ਲੱਗਦੇ ਆ। ਤਿੰਨੇ ਸ਼ਹਿਰਾਂ ਦੇ ਬੱਚੇ ਆ ਜਿਹੜੇ ਇਸ ਸਕੂਲ 'ਚ ਪੜ੍ਹਨ ਵਾਸਤੇ ਆਉਂਦੇ ਆ। 4-4 ਬੱਸਾਂ ਤਕਰੀਬਨ ਇੱਥੇ ਪੜ੍ਹਨ ਵਾਸਤੇ ਆਉਂਦੀਆਂ। ਮੈਂ ਚੁਰਾਹੇ 'ਚ ਦੀਵਾ ਜਗਾ ਦਿੱਤਾ ਹੈ, ਦੀਵੇ ਦਾ ਕਰਮ ਰੌਸ਼ਨੀ ਕਰਨਾ ਹੈ, ਰਸਤਾ ਦਿਖਾਉਣਾ ਨਹੀਂ, ਰਸਤਾ ਤੁਸੀਂ ਆਪ ਲੱਭਣਾ ਹੈ। ਠੀਕ ਹੈ ਜੀ। ਇਹ ਮਾਨ ਸਾਹਿਬ ਦਾ ਸੁਪਨਾ ਸੀ, ਤੁਸੀਂ ਜਿਹੜਾ ਪੂਰਾ ਕੀਤਾ। ਨਹੀਂ, ਉਹਨਾਂ ਨੇ ਪੂਰਾ ਕੀਤਾ ਹੈ। ਉਹਨਾਂ ਨੇ ਪੂਰਾ ਕੀਤਾ, ਅਸੀਂ ਤੇ ਦੇਖਭਾਲ ਕਰ ਰਹੇ ਹਾਂ ਜੀ। ਠੀਕ ਆ। ਇਹ ਸ਼ੇਸ਼ਰਾਮ ਹੈ ਜੀ। ਇਹ 98 ਤੋਂ ਜਦੋਂ ਤੋਂ ਸਰ ਜੋਰਾ ਸਿੰਘ ਮੈਂਬਰ ਪਾਰਲੀਮੈਂਟ ਬਣੇ ਹੈ ਜੀ, ਉਦੋਂ ਉਹਨਾਂ ਨੂੰ ਉੱਥੇ ਫਲੈਟ ਤੇ ਮਿਲਿਆ ਤੇ ਅੱਜ ਇਹ ਸਕੂਲ ਦਾ ਉਹ ਕੈਸ਼ੀਅਰ ਲਾ ਗਏ ਸੀ ਇਹਨੂੰ ਤੇ ਐਡੀ ਇਮਾਨਦਾਰੀ ਨਾਲ ਇਹ ਸੇਵਾ ਕਰ ਰਿਹਾ ਹੈ ਵੀ ਅੱਜ ਕਰੋੜਾਂ ਰੁਪਈਆ ਜਿਹੜਾ ਫੀਸ ਹੈ ਇਹਦੇ ਹੱਥਾਂ ਵਿੱਚ ਦੀ ਜਿਹੜੀ ਜਾਂਦੀ ਹੈ। ਇਹਦੇ ਪਿਛਲੇ ਲਗਾਤਾਰ 23 ਸਾਲਾਂ ਤੋਂ ਸਕੂਲ ਨਾਲ ਤੇ ਸਾਡੇ ਪਰਿਵਾਰ ਨਾਲ ਜੁੜਿਆ ਹੈ। ਅੱਛਾ, ਤੁਹਾਡੀ ਮਾਨ ਫੈਮਿਲੀ ਦੇ ਬੱਚੇ ਵੀ ਇੱਥੇ ਪੜ੍ਹੇ ਫਿਰ? ਸਾਡੇ ਬੱਚੇ, ਹਾਂਜੀ, ਮੇਰੇ ਬੱਚੇ ਤਾਂ ਵੱਡੇ ਸੀ, ਪਹਿਲਾਂ ਸਕੂਲ ਤੋਂ ਪੜ੍ਹ ਗਏ ਸੀਗੇ ਜੀ। ਬੌਬੀ ਦੇ ਬੱਚੇ ਜਿਹੜੇ ਇੱਥੋਂ ਪੜ੍ਹੇ ਸ਼ੁਰੂ 'ਚ ਜੀ। ਤੇ ਹੁਣ ਛੋਟਾ ਬ੍ਰਦਰ ਹੈ ਕੈਸ਼ ਤੋਂ, ਜਿਹੜਾ ਛੋਟਾ ਹੈ ਜਿਹਨੂੰ ਅਸੀਂ ਲਾਡਲਾ ਗੋਖਾ ਕਹਿੰਦੇ, ਉਹਦੇ 2 ਬੇਟੀਆਂ, ਦੋਨੋਂ ਬੇਟੀਆਂ ਇੱਥੇ ਪੜ੍ਹਦੀਆਂ ਜੀ। ਬਹੁਤ ਬਹੁਤ ਇਹ ਖੇਤ ਹੈ ਜੀ ਫਿਰ ਤੁਹਾਡਾ ਸਾਰਾ ਇਹ ਇੱਥੇ? ਸਾਰਾ ਉੱਤੋਂ ਪੁਲ ਤੋਂ ਲਾ ਕੇ ਜੀ ਤੇ ਅੱਗੇ ਤੱਕ ਇਹ ਸਾਡਾ ਹੀ ਖੇਤ ਆ ਸਾਰਾ ਇਹ ਜੀ ਇੱਥੇ। ਠੀਕ ਹੈ ਜੀ। ਇੱਕੋ ਜਗ੍ਹਾ ਤੇ ਹੈ ਜਾਂ ਆਮ ਜ਼ਮੀਨ ਅੱਡੋ ਅੱਡੀ ਹੁੰਦੀ ਹੈ? ਨਹੀਂ, ਅੱਡੋ ਅੱਡੀ ਹੈ। ਸਾਡਾ ਮੇਨ ਜਿਹੜਾ ਖੇਤ ਹੈ ਇੱਧਰਲੇ ਪਾਸੇ ਹੈ ਤੇ ਬਾਕੀ ਪਿੰਡ ਦੇ ਛਿਪਦੇ ਵਾਲੇ ਪਾਸੇ ਵੀ ਹੈ ਤੇ ਦੋਹਾਂ ਨਹਿਰਾਂ ਦੇ ਵਿਚਾਲੇ ਵੀ ਹੈ। ਜਿੱਥੇ ਸਾਡਾ ਪੈਟਰੋਲ ਪੰਪ ਲੱਗਿਆ ਉੱਥੇ ਵੀ ਖੇਤ ਹੈ। ਤੁਹਾਡੇ ਵਾਹਨ ਰੇਤਲੇ ਲੱਗਦੇ ਆ ਜੀ? ਸਾਡੇ ਪਹਿਲਾਂ ਇਹ ਸਾਰੇ ਹੀ ਟਿੱਬੇ ਸੀਗੇ ਜੀ। ਆ ਜਿੱਥੇ ਆਪਾਂ ਖੜੇ ਆ ਇੱਥੇ 15-15 ਫੁੱਟ ਉੱਚੇ ਟਿੱਬੇ ਸੀਗੇ। ਅੱਛਾ। ਇਹ ਸਾਰੇ ਟਿੱਬੇ ਮੇਰੇ ਸਵਰਗਵਾਸੀ ਪਿਤਾ ਨੇ ਆਪਦੇ ਹੱਥੀਂ ਕੁਛ ਚੱਕੇ ਆ, ਚਾਚਾ ਜੀ ਨੇ, ਤੇ ਬਹੁਤੇ ਮੈਂ ਆਪਦੇ ਹੱਥੀਂ ਜਿਹੜੇ ਟਿੱਬੇ ਚਕਾ ਕੇ ਜ਼ਮੀਨ ਨੂੰ ਵਾਹੀ ਯੋਗ ਬਣਾਇਆ ਹੈ। ਅੱਛਾ, ਮੈਂ ਵੇਖਿਆ ਰੂੜੀ ਦਾ ਬਹੁਤ ਵੱਡੇ ਢੇਰ ਲੱਗੇ ਸੀ, ਬਹੁਤ ਲੰਮੇ, ਕਹਿ ਲਓ 500-600 ਮੀਟਰ। ਇਹ ਜਿਹੜੇ ਰੂੜੀ ਹੈ ਨਾ ਜੀ, ਅਸੀਂ ਹਰੇਕ ਸਾਲ ਤਕਰੀਬਨ 50 ਕਿੱਲਿਆਂ ਦੇ ਵਿੱਚ ਅਸੀਂ ਜਿਹੜੀ ਰੂੜੀ ਪਾਉਣੇ ਆ। ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਕੈਮੀਕਲ ਹੈ ਜਿਹੜੇ ਘੱਟ ਤੋਂ ਘੱਟ ਵਰਤੇ ਜਾਣ।
ਆਪਦੇ ਖਾਣ ਵਾਸਤੇ ਅੱਗੇ 5 ਕਿੱਲਿਆਂ ਦਾ ਪਲਾਟ ਹੈ। ਅਸੀਂ ਬਿਲਕੁਲ ਆਰਗੈਨਿਕ ਕਣਕ ਜਿਹੜੀ ਖਾਂਦੇ ਆ, ਆਰਗੈਨਿਕ ਵਰਤਦੇ ਆ ਅਸੀਂ ਕਣਕ ਜਿਹੜੀ ਉਹ। ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਯੂਰੀਆ DAP ਦੀ ਵਰਤੋਂ ਆ ਜਿਹੜੀ ਜਾਂ ਪੈਸਟੀਸਾਈਡ ਦੀ ਘੱਟ ਤੋਂ ਘੱਟ ਖੇਚ ਕੀਤੀ ਜਾਵੇ ਜਿਹੜੀ। ਚਲੋ ਪ੍ਰਮਾਤਮਾ ਕਰੇ ਜਿਹੜੀ ਆਪਾਂ ਦੂਜਿਆਂ ਨੂੰ ਖਵਾਉਣੇ ਆ ਉਹ ਵੀ ਆਰਗੈਨਿਕ ਤੇ ਆ ਜੇ ਹੌਲੀ ਹੌਲੀ। ਪਿਛਲੇ 15 ਸਾਲਾਂ ਤੋਂ ਲਗਾਤਾਰ ਤੁਸੀਂ ਦੇਖ ਲਓ ਸਾਡੇ ਖੇਤ 'ਚ ਕਿਤੇ ਵੀ ਅੱਗ ਨਹੀਂ ਲਾਈ ਅਸੀਂ ਕਦੇ ਵੀ। ਸਟਬਲ ਬਰਨਿੰਗ ਨਹੀਂ ਕੀਤੀ ਕਦੇ ਵੀ ਅਸੀਂ, ਨਾ ਝੋਨੇ ਵੇਲੇ ਨਾ ਕਣਕ ਵੇਲੇ ਕਦੇ ਵੀ ਅਸੀਂ। ਆ ਤੂੜੀ ਦਾ ਹੁਣ ਸਾਰਾ ਜਿਹੜਾ ਤੂੜੀ ਮਸ਼ੀਨ ਸਾਡੀ ਆਪਦੀ ਹੈ ਔਰ ਤੂੜੀ ਬਣਾ ਕੇ ਅਸੀਂ ਸਟੋਰ ਕਰ ਰਹੇ ਹਾਂ ਔਰ ਇਹਨੂੰ ਆਉਣ ਵਾਲੇ ਸਮੇਂ ਦੇ ਵੇਚਾਂਗੇ। ਔਰ ਇਹਦੇ ਨਾਲ ਸਾਡਾ ਜਿਹੜਾ ਕੁਛ ਨਾ ਕੁਛ ਖੇਤੀ ਦਾ ਜਿਹੜਾ ਖਰਚਾ ਹੈ ਉਹਦਾ ਬੋਝ ਜਿਹੜਾ ਹਲਕਾ ਹੁੰਦਾ ਹੈ। ਅੱਛਾ, ਲੋਕ ਸਵਾਲ ਕਰਦੇ ਆ, ਕਿਸਾਨ ਕਹਿੰਦੇ ਆ ਕਿ ਖਰਚਾ ਹੀ ਬਹੁਤ ਹੈ ਜੀ, ਜੇ ਅੱਗ ਨਹੀਂ ਲਾਉਂਦੇ ਤਾਂ ਮੁੜ ਕੇ ਵਾਹੀ ਤੇ ਤੇਲ ਬਹੁਤ ਫੂਕਿਆ ਜਾਂਦਾ। ਤੁਸੀਂ ਫਿਰ ਕਿਵੇਂ ਮੈਨੇਜ ਕਰਦੇ ਹੋ? ਅਸੀਂ ਕਾਫੀ ਸਾਲਾਂ ਤੋਂ ਨਾ ਜਿਹੜੀ ਇਹ ਤੇ ਤੂੜੀ ਬਣਾ ਕੇ ਅਸੀਂ ਵੇਚ ਦਿੰਨੇ ਆ। ਜਿਹੜੀ ਪਰਾਲੀ ਦਾ ਅਸੀਂ ਉਹ ਨਾ ਗੱਠਾਂ ਬਣਾ ਕੇ, ਬੇਲਰ ਸਾਡੇ ਕੋਲੇ ਆਉਂਦੇ ਆ ਤੇ ਉਹ ਗੱਠਾਂ ਬਣਾ ਕੇ ਚੱਕ ਕੇ ਲੈ ਜਾਂਦੇ ਆ। ਇਹ ਕਿਸਾਨਾਂ ਦੀ ਵਾਕਈ ਮੁਸ਼ਕਲ ਹੈ। ਜਿਹੜੀ ਝੋਨੇ ਦੀ ਪਰਾਲੀ ਹੈ ਨਾ ਉਹਨੂੰ ਖੇਤ ਦੇ ਵਿੱਚ ਕਪਾਉਣ ਵਾਸਤੇ ਬਹੁਤ ਪਾਵਰਫੁਲ ਟਰੈਕਟਰ ਚਾਹੀਦੇ ਆ ਜੀ। ਜ਼ਿਮੀਂਦਾਰਾਂ ਕੋਲੇ ਜਿਹੜੀ ਖੇਤੀ ਦੀ ਜ਼ਮੀਨ ਦੀ ਜਿਹੜੀ ਵੰਡ ਹੋ ਗਈ ਅੱਜ ਕੱਲ, ਪਰਿਵਾਰ ਜਿਹੜੇ ਵੰਡੇ ਗਏ ਆ ਤੇ ਥੋੜੇ ਆ ਤੇ ਜ਼ਿਮੀਂਦਾਰ ਅਫੋਰਡ ਨਹੀਂ ਕਰਦਾ ਵੱਡਾ ਟਰੈਕਟਰ ਲੈ ਕੇ, ਵੱਡੇ ਇੰਪਲੀਮੈਂਟਸ ਲੈ ਕੇ ਜਿਹੜੇ ਉਹਦੇ ਨਾਲ ਕਰੇ ਉਹ। ਤੇ ਸੰਦ ਪੈੜਾ ਫਿਰ ਸਾਰਾ ਤੁਸੀਂ ਆਪਦਾ ਕਿੰਨੇ ਟਰੈਕਟਰ ਜਾਂ ਕਿ ਸਾਰਾ ਕੁਝ ਹੀ ਆਪਦੇ ਕੋਲ ਹੈ ਜਾਂ ਕੁਝ ਕਹਿ ਲਓ ਕਿ ਹਾਇਰ ਵੀ ਕਰਦੇ ਹੋ ਸੁਸਾਇਟੀਆਂ ਚੋਂ ਜਾਂ ਕੁਝ ਅੱਜ ਕੱਲ ਹੁੰਦਾ ਜਿਵੇਂ? ਸਾਰਾ ਕੁਝ ਸਾਡੇ ਆਪਦੇ ਕੋਲੇ ਹੈ। ਸਿਰਫ ਇੱਕ ਕੰਬਾਈਨ ਹੈ, ਉਹ ਸਾਡੇ ਚਾਚਾ ਜੀ ਦਾ ਬੇਟਾ ਉਹਨਾਂ ਕੋਲੇ ਹੈ। ਉਹ ਸਾਡੀ ਕਣਕ ਤੇ ਝੋਨਾ ਕੱਟਦਾ ਹੈ। ਬਾਕੀ ਸਾਰੀ ਮਸ਼ੀਨਰੀ ਹੈ ਜਿਹੜੀ ਸਾਡੀ ਆਪਦੀ ਹੈ। ਟਰੈਕਟਰ ਕੀ, ਇੰਪਲੀਮੈਂਟਸ ਕੀ ਆ, ਤੂੜੀ ਵਾਲੀ ਮਸ਼ੀਨ ਵੀ ਜਿਹੜੀ ਸਾਡੀ ਆਪਦੀ ਹੈ ਸਾਰੀ। ਇਹ ਅਸੀਂ ਸਾਰਾ ਕੁਝ ਆਪਦੇ ਸੰਦਾਂ ਨਾਲ ਹੀ ਕਰਦੇ ਹਾਂ। ਅੱਛਾ, ਖੇਤੀ ਸੰਕਟ ਵਾਲੇ ਮਸਲੇ ਤੇ ਕੇਂਦਰ ਦਾ ਰਵੱਈਆ ਹਾਲੇ ਵੀ ਬਹੁਤ ਜ਼ਿਆਦਾ ਸਖਤ ਨਜ਼ਰ ਆ ਰਿਹਾ। ਮਾਨ ਸਾਹਿਬ, ਲੱਗਦਾ ਕੀ ਹੈ ਤੁਹਾਡੀ ਸਰਕਾਰ ਤੇ ਵੀ ਬਹੁਤ ਵੱਡੇ ਸਵਾਲ ਖੜੇ ਹੋਏ। ਖੈਰ ਉਹ ਬੜਾ ਸਪਸ਼ਟੀਕਰਨ ਵੀ ਦੇਤਾ ਸੁਖਬੀਰ ਸਿੰਘ ਬਾਦਲ ਨੇ, ਪਰ ਤੁਹਾਨੂੰ ਹੁਣ ਕਰਕਸ ਆਫ ਦਾ ਸਟੋਰੀ ਲੱਗਦਾ ਕੀ ਪਿਆ? ਪ੍ਰਧਾਨ ਮੰਤਰੀ ਮੋਦੀ ਬਦਲਣਗੇ? ਮੈਨੂੰ ਨਹੀਂ ਲੱਗਦਾਗਾ ਵੀ ਖੇਤੀ ਸੰਕਟ ਦਾ ਜਿਹੜਾ ਹੱਲ ਹੈ ਇਹ ਗੱਲਬਾਤ ਰਾਹੀਂ ਹੋਣਾ ਹੈ। ਔਰ ਪੰਜਾਬ ਦਾ ਕਿਸਾਨ ਆ ਜਿਹੜਾ ਬੜਾ ਕਰਜ਼ੇ ਦੇ ਥੱਲੇ ਦੱਬਿਆ ਹੋਇਆ ਹੈ। ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੇ ਕਿਸਾਨ ਨੇ ਦੇਸ਼ ਦਾ ਢਿੱਡ ਭਰਿਆ। ਜਦੋਂ ਦੇਸ਼ ਭੁੱਖਾ ਮਰ ਰਿਹਾ ਸੀਗਾ, ਬਾਹਰਲੇ ਦੇਸ਼ਾਂ ਅੱਗੇ ਹੱਥ ਅੱਡਦਾ ਸੀ ਜਾ ਕੇ ਅਨਾਜ ਵਾਸਤੇ, ਤੇ ਉਸ ਟਾਈਮ ਦੇ ਉੱਤੇ ਦੇਸ਼ ਨੇ ਆਪਦੀ ਜ਼ਮੀਨ ਖਰਾਬ ਕਰ ਲਈ, ਆਪਦੀ ਜ਼ਮੀਨ ਦੀ, ਆਪਦੇ ਬੱਚਿਆਂ ਦੀ ਸਿਹਤ ਖਰਾਬ ਕਰ ਲਈ ਪੰਜਾਬ ਦੇ ਕਿਸਾਨਾਂ ਨੇ। ਤੇ ਚਾਹੀਦਾ ਤਾਂ ਇਹ ਸੀ ਵੀ ਇਹਨਾਂ ਨੂੰ ਸ਼ਾਬਾਸ਼ੇ ਦਿੰਦੇ, ਪਰ ਕੇਂਦਰ ਦੀਆਂ ਸਰਕਾਰਾਂ, ਸਟੇਟ ਦੀਆਂ ਸਰਕਾਰਾਂ ਜਿਹੜੀਆਂ ਮੌਜੂਦਾ ਹੈ ਉਹ ਮਗਰਮੱਛ ਵਾਲੇ ਹੰਝੂ ਵਹਾ ਰਹੀਆਂ ਇਕੱਲੀਆਂ, ਮਸਲਾ ਨਹੀਂ ਹੱਲ ਕਰ ਰਹੀਆਂ ਜੀ। ਉਹਨੂੰ ਚਾਹੀਦਾ ਤਾਂ ਇਹ ਸੀਗਾ ਕਿ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਇਹਨਾਂ ਨੂੰ ਵਾਪਸ ਲੈ ਕੇ ਤੇ ਪੰਜਾਬ ਨੂੰ ਐਪਰੀਸ਼ੀਏਟ ਕੀਤਾ ਜਾਂਦਾ। ਪੰਜਾਬ ਨੇ ਆਪਦੇ ਕੁਦਰਤੀ ਸੋਮੇ ਆ ਜਿਹੜੇ ਖਤਮ ਕਰ ਲਏ ਆ। ਅੱਜ ਪੰਜਾਬ ਦੇ ਵਿੱਚ ਪਾਣੀ ਹੈ ਜਿਹੜਾ 2.5 300 ਫੁੱਟ ਡੂੰਘਾ ਹੈ। ਅੱਜ ਮੈਂ ਤੜਕੇ ਇਧਰੋਂ ਸਾਈਕਲ ਚਲਾ ਕੇ ਆ ਰਿਹਾ ਸੀਗਾ ਤੇ ਮੈਂ ਦੇਖ ਰਿਹਾ ਸੀਗਾ ਕਿ ਪਿਛਲੇ 1 ਮਹੀਨੇ ਤੋਂ ਬਿਜਲੀ ਲਗਾਤਾਰ ਬੰਦ ਹੈ। 1 ਮਹੀਨੇ ਤੋਂ ਲਗਾਤਾਰ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਬੰਦੀ ਹੈ, ਪਰ ਕਿਸਾਨ ਤੇਲ ਸਾੜ ਕੇ ਫਿਰ ਵੀ ਕੌੜਿਆਂ ਵਾਲੇ ਪਿੰਡ ਦੇ ਵਿੱਚ ਨਰਮੇ ਦੀ ਬਿਜਾਈ ਕਰ ਰਹੇ ਸੀਗੇ। ਪੰਜਾਬ ਦਾ ਕਿਸਾਨ ਇੰਨਾ ਮਿਹਨਤੀ ਹੈ ਕਿ ਹੁਣ ਕਿੰਨਾ ਖਰਚਾ ਹੋ ਜੇ 1 ਇੰਚ ਵੀ ਆਪਦੀ ਜ਼ਮੀਨ ਹੈ ਜਿਹੜੀ ਉਹ ਵਿਹਲੀ ਨਹੀਂ ਛੱਡਦਾਗਾ, ਪਰ ਉਹਦਾ ਮੁੱਲ ਹੈ ਜਿਹੜਾ ਸਰਕਾਰਾਂ ਨਹੀਂ ਪਾਉਂਦੀਆਂ ਗੀਆਂ। ਪੰਜਾਬ ਦਾ ਕਿਸਾਨ ਇਸੇ ਕਰਕੇ ਦਿਨੋਂ ਦਿਨ ਜਿਹੜਾ ਕਰਜ਼ਾਈ ਹੁੰਦਾ ਜਾ ਰਿਹਾ। ਤੁਸੀਂ ਵੀ ਕਿਸਾਨ ਹੋ, ਤੁਹਾਨੂੰ ਡਰ ਹੈ ਜਿਹੜਾ ਨਵੇਂ ਖੇਤੀ ਕਾਨੂੰਨ ਆ ਰਿਹਾ? ਸੁਭਾਵਕ ਹੈ, ਬਤੌਰ ਫਾਰਮਰ ਤੁਹਾਡੇ ਤੇ ਵੀ ਉਹਦਾ ਪ੍ਰਭਾਵ ਪਵੇਗਾ? ਪ੍ਰਭਾਵ ਤਾਂ ਜਿੰਨਾ ਵੀ ਕਿਸੇ ਦਾ ਲਗਾਓ ਹੈ ਇਹਦੇ ਨਾਲ ਹਰੇਕ ਤੇ ਪੈਣਾ ਉਹਦਾ। ਜਿੰਨਾ ਕਿਸੇ ਦਾ ਛੋਟਾ ਹੈ, ਜਿੰਨਾ ਕਿਸੇ ਦਾ ਵੱਡਾ ਕੰਮ ਹੈ, ਹਰੇਕ ਤੇ ਪ੍ਰਭਾਵ ਪੈਣਾ ਹੈ। ਹਿੱਸੇ ਦਾ ਪ੍ਰਭਾਵ ਹਰੇਕ ਤੇ ਪੈਣਾ ਹੈ, ਸਾਡੇ ਤੇ ਵੀ ਪੈਣਾ ਹੈ, ਸਾਰਿਆਂ ਤੇ ਪੈਣਾ ਹੈ। ਮੈਂ ਤਾਂ ਸਮਝਦਾ ਹਾਂ ਵੀ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਦੀ ਅਰਥ ਵਿਵਸਥਾ ਜਿਹੜੀ ਖੇਤੀ ਤੇ ਨਿਰਭਰ ਕਰਦੀ ਹੈ। ਬਿਲਕੁਲ। ਤੇ ਪੰਜਾਬ ਦੇ ਤਾਂ ਸਾਰੇ ਪੰਜਾਬ ਤੇ ਹੀ ਪ੍ਰਭਾਵ ਪੈਣਾ ਉਹਦਾ, ਇਕੱਲੇ ਕਿਸਾਨਾਂ ਤੇ ਨਹੀਂ ਪੈਣਾਗਾ। ਪੰਜਾਬ ਦੇ ਵਿੱਚ ਤਕਰੀਬਨ 1 ਲੱਖ ਕਰੋੜ ਰੁਪਈਆ ਖੇਤੀ ਤੋਂ ਸਾਲ ਦੇ ਵਿੱਚ ਵੱਟ ਆਉਂਦੀ ਹੈ ਤੇ ਉਹਦੇ ਨਾਲ ਸਾਰਾ ਪੰਜਾਬ ਚੱਲਦਾ। 1 ਲੱਖ ਕਰੋੜ ਰੁਪਏ ਦੀ ਜਿਹੜੀ ਵੱਟ ਆਉਂਦੀ ਹੈ ਤੇ ਜੇ ਖੇਤੀ ਫੇਲ ਹੋ ਗਈ ਤੇ ਸਾਰਾ ਪੰਜਾਬ ਆ ਜਿਹੜਾ ਮੈਂ ਸਮਝਦਾ ਵੀ ਫੇਲ ਹੋ ਜਾਊਗਾ ਜੀ। ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ। ਥੈਂਕ ਯੂ ਵੈਰੀ ਮਚ, ਤੁਸੀਂ ਖੁੱਲਾ ਸਮਾਂ ਕੱਢਿਆ ਅੱਜ। ਥੈਂਕ ਯੂ, ਮਿਹਰਬਾਨੀ।